सतगुरु के प्यारे हो, सिख सतगुरु के प्यारे हो, सिख सतगुरु के प्यारियों का हो साथी माने गाओ सच्ची बानी गाओ सच्ची बानी गाओ सच्ची गाओ सच्ची गाओ सच्ची बानी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗਨੀਵ ਜੀ ਦੇ ਬਹੁਤ ਧੰਨਵਾਦੀ ਹਾਂ ਕਿ ਜਿਹਦੇ ਕਰਕੇ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਅੱਜ ਇਸ ਸ਼ਬਦ ਦੀ ਸਾਂਝ ਕੀਤੀ ਹੈ। ਜਿਵੇਂ ਕਿ ਤੁਸੀਂ ਸਾਰੇ ਅੱਜ ਦੇ ਟੌਪਿਕ ਨਾਲ ਜਾਣੂ ਹੋ ਕਿ ਅੱਜ ਵੀਰ ਜੀ ਦਾ ਟੌਪਿਕ ਕ੍ਰੂਐਲਿਟੀ ਹੈ। ਇਸ ਤੋਂ ਪਹਿਲਾਂ ਕਿ ਵੀਰ ਜੀ ਸਾਡੇ ਨਾਲ ਰੂਬਰੂ ਹੋਣ, ਆਈ ਵੁੱਡ ਰਿਕੁਐਸਟ MP ਵੀਰ ਜੀ ਕਿ ਉਹ ਪਲੀਜ਼ about last class and also about today's class, please share few things with us. जी MP ਵੀਰ ਜੀ। थैंक यू जी। आवाज़ आ रही है? जी आ रही है। सारे जो भी संगतां अटेंड कर रही ने सब नूं वाहिगुरू जी का खालसा, वाहिगुरू जी की फतेह। भैया स्क्रीन चली गई है? आ रही है MP सर, दिख रहा है सर। आ गई, ओके ठीक है जी। वीडियो बंद कर। सो आज का जिवें टॉपिक होने दसिया अमन ने क्रूएलिटी, जे एग्जैक्ट वर्ड अगर इनू बराबर का पंजाबी ढूंढिए तो बर्बरता कह सकते हैं। तो जदों असी इस लफज नूं जो ही साडे जहन च आंदा है तो इतिहास के पन्ने ना अपने आप खुलने शुरू हो जाते हैं सामने साडे। सानू याद आएगा बाबर और गुरु नानक साहब चक्कियां पीसते हुए ये जुल्म जिहड़ा वे वो कर रहा है और सानू इहदे बारे पता वे। उस तो बाद सानू जहांगीर भी याद आएगा, सानू गुरु अर्जन साहब तत्ती तवी ते बैठे नजर आएंगे, सानू औरंगजेब भी नजर आएगा, वो भी जुल्म कर रहा है छोटे छोटे। अल्टीमेटली पहले गुरु गोबिंद सिंह जी सानू याद आएंगे और फिर जो छोटे साहिबजादे ने उन्होंने जो भुगतना पिया। उस तो बाद लंबा इतिहास सानू जिहड़ा है वो याद आना शुरू हो जाता है। इन बिटवीन जे असीं कहिए तो भी गुरु अर्जन साहब के जो बड़े भराता ने प्रीति चंद, वो भी सानू याद आते हैं कि भी उन्होंने किवें गुरु अर्जन साहब वास्ते मुश्किलां खड़ियां कीतियां, छुप के जुल्म किए उन्होंने। तो ये सारा इतिहास पता नहीं अनगिनत जो पन्ने है इतिहास में, कुछ सानू पता ने, कुछ बाकी दुनिया नू पता ने, और असी गाहे बगाहे इस इतिहास नू, इस जालिमाना जो एक्ट है इनू अपने जीवन का आधार बना के चलना शुरू कर दिया। तो उहदा नतीजा ये वे कि भी अज तक असी अपने आप नू इस बिरती तो अलग नहीं कर पाए। असी सब कुछ करते हुए भी इस बिरती दे नाल रहना कबूल कर लिया। जे अज का भी समा लीए तो जिन्हों असी कंपीटीशन या रैट रेस कहने,
हर कोई एक दूजे तो अगे बढ़ना चाहता है ते ਜਿਹੜੇ ਉਹ ਮੀਨਸ ਇਸਤੇਮਾਲ ਕਰਦਾ ਹੈ ਕਿ ਉਹ ਰਿਐਲਿਟੀ ਅਸੀਂ ਉਹਨੂੰ ਨਾਂ ਨਹੀਂ ਦਿੰਦੇ ਬੜੇ ਅਸੀਂ ਸੋਫਿਸਟੀਕੇਟਡ ਹੋ ਗਏ ਆ ਵਰਡ ਸਾਡੇ ਕੋਲ ਹੋਰ ਹੋ ਗਏ ਨੇ ਕਿ ਵੀ ਅਸੀਂ ਇੰਟੈਲੀਜੈਂਸ ਨਾਲ ਕਿਸੇ ਨੂੰ ਲੇਕਿਨ ਸਾਨੂੰ ਸਭ ਪਤਾ ਹੁੰਦਾ ਉਹਦੇ ਵਿੱਚ ਕਿ ਅਸੀਂ ਕਿਸੇ ਦੇ ਸਿਰ ਤੇ ਪੈਰ ਰੱਖ ਕੇ ਨਿਕਲ ਰਹੇ ਸੋ ਇਹ ਵਾਲਾ ਜੋ ਇਨਸਟਿੰਕਟ ਸਾਡੇ ਅੰਦਰ ਅਸੀਂ ਆਪਣੇ ਅੰਦਰ ਟਿਕਾ ਲਿਆ ਹੈ ਔਰ ਉਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਸਟੀਫਾਈ ਵੀ ਕਰ ਲੈਂਦੇ ਹਾਂ ਤੇ ਫਿਰ ਅਸੀਂ ਇਤਿਹਾਸ ਦੇ ਉਹ ਬੰਦਿਆਂ ਨੂੰ ਤੇ ਬਲੇਮ ਕਰਦੇ ਰਹਿੰਦੇ ਹਾਂ ਉਹਨਾਂ ਦੇ ਨਾਂ ਲੈ ਕੇ ਉਹਨਾਂ ਨੂੰ ਵੱਡਾ ਜ਼ਾਲਿਮ ਕਹਿ ਕੇ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦੇ ਹਾਂ ਘਰਾਂ ਤੋਂ ਲੈ ਕੇ ਫੈਮਿਲੀਜ਼ ਵਿੱਚ ਸਮਾਜ ਵਿੱਚ ਸਾਡੇ ਵੱਡੇ ਜੋ ਪੋਲੀਟੀਕਲ ਸਰਕਲਸ ਹੈਗੇ ਨੇ ਉਹਦੇ ਵਿੱਚ ਹਰ ਜਗ੍ਹਾ ਤੇ ਇਸ ਇੰਸਟਿੰਕਟ ਦਾ ਜ਼ਬਰਦਸਤ ਯੂਜ਼ ਹੈਗਾ ਔਰ ਸਭ ਕੋਈ ਕਹਿੰਦਾ ਹੈ ਕਿ ਸਾਮ ਦਾਮ ਦੰਡ ਭੇਦ ਹੈ ਨਾ ਇਹਦੇ ਵਾਸਤੇ ਬੜੇ ਸੋਹਣੇ ਸੋਹਣੇ ਫਰੇਜ਼ਸ ਵੀ ਬਣਾ ਰਹੇ ਇਹਨੂੰ ਜਸਟੀਫਾਈ ਕਰਨ ਵਾਸਤੇ ਦੇ ਯੂਜ਼ੇਜ ਸੋ ਸਾਨੂੰ ਆਪਣੇ ਅੰਦਰ ਦੇਖਣਾ ਪਏਗਾ ਕਿ ਭਈ ਜਦੋਂ ਅਸੀਂ ਇਹ ਸਾਰੇ ਇਸ ਚੀਜ਼ ਨੂੰ ਜਸਟੀਫਾਈ ਕਰ ਲੈਂਦੇ ਹਾਂ ਜੇ ਅਸੀਂ ਦੂਜੇ ਪਾਸੇ ਹੁਣ ਚੱਲੀਏ ਨਾ ਧਾਰਮਿਕ ਦੁਨੀਆ ਵੱਲ ਤੇ ਉੱਥੇ ਵੀ ਆਪਸ ਵਿੱਚ ਰਾਈਵਲਰੀ ਜਿਹੜੀ ਹੈ ਉਹ ਇਸੇ ਤਰੀਕੇ ਦੀ ਹਰ ਕੋਈ ਇਹ ਸਮਝਣਾ ਚਾਹੁੰਦਾ ਹੈ ਕਿ ਮੈਂ ਸਭ ਤੋਂ ਸਿਆਣੀ ਗੱਲ ਕੀਤੀ ਔਰ ਸਮਝਾਉਣਾ ਵੀ ਇਹੀ ਚਾਹੁੰਦਾ ਹੈ ਕਿ ਸਭ ਤੋਂ ਸਿਆਣਾ ਮੈਂ ਹੈਗਾ ਤੇ ਜਦੋਂ ਇਹਦੇ ਚ ਉਹਨੂੰ ਲੱਗਦਾ ਹੈ ਕੋਈ ਵਿਘਨ ਪਾ ਰਿਹਾ ਹੈ ਤੇ ਉਹਨੂੰ ਫਿਰ ਰਸਤੇ ਚੋਂ ਕਿਵੇਂ ਹਟਾਉਣਾ ਹੈ ਉਹਦਾ ਵੀ ਇੰਤਜ਼ਾਮ ਸੋਚਦਾ ਹੈ ਔਰ ਉਹ ਵਾਲਾ ਜਿਹੜਾ ਐਕਟ ਹੁੰਦਾ ਹੈ ਅਗੇਨ that is an act of cruelty ਸੋ ਇਹ ਸਾਡੇ ਜੀਵਨ ਵਿੱਚ ਕਿਵੇਂ ਇੱਕ ਹਿੱਸਾ ਬਣ ਗਿਆ ਸਾਡੇ ਉਹਨੂੰ ਜੀਣ ਦਾ ਔਰ ਅਸੀਂ ਉਹਨੂੰ ਪਹਿਚਾਣ ਵੀ ਨਹੀਂ ਪਾ ਰਹੇ ਹਾਂ ਤੇ ਅੱਜ ਜਦੋਂ ਇਹ ਟੌਪਿਕ ਰੱਖਿਆ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਬਈ ਅਸੀਂ ਸਾਰੇ ਵੀ ਆਪਣੇ ਵੱਲ ਵਿੱਚ ਹੱਥ ਮਾਰਾਂਗੇ ਔਰ ਮੈਨੂੰ ਲੱਗਦਾ ਹੈ ਕਿ ਵੀਰ ਜੀ ਉਹਦੇ ਜੋ ਬਹੁਤ ਫਾਈਨ ਪੁਆਇੰਟਸ ਹੈਗੇ ਨੇ ਇਸ ਇੰਸਟਿੰਕਟ ਦੇ ਇਸ ਕ੍ਰੂਐਲਿਟੀ ਦੇ ਜੋ ਸਾਡੇ ਅੰਦਰ ਵੀ ਵਸਦੀ ਹੈ ਸਾਡੀ ਔਰੰਗਜ਼ੇਬ ਜਹਾਂਗੀਰ ਜਾਂ ਹੋਰ ਇਹ ਜੋ ਨਾਂ ਲੈ ਕੇ ਅਸੀਂ ਉਹਦੇ ਤੋਂ ਛੁੱਟ ਨਹੀਂ ਸਕਦੇ ਉਹ ਕਿਵੇਂ ਪੋਸੀਬਲ ਹੈ ਕਿ ਆਪਣੇ ਆਪ ਨੂੰ ਵੀ ਅਸੀਂ ਸਮਝ ਸਕੀਏ ਔਰ ਇਹਨੂੰ ਫਿਰ ਅਸੀਂ ਆਪਣੇ ਆਪ ਨੂੰ ਇਸ ਤੋਂ ਮੁਕਤ ਵੀ ਕਰ ਸਕੀਏ ਮੈਨੂੰ ਲੱਗਦਾ ਹੈ ਕਿ ਵੀਰ ਜੀ ਅੱਜ ਸਾਡੇ ਨਾਲ ਉਹਦੇ ਬਾਰੇ ਸਾਂਝ ਕਰਨਗੇ ਔਰ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਮੰਦੀ ਕੁਝ ਕਹਿ ਰਹੇ ਹੋ ਹੈਲੋ Please continue for a few more minutes. I think VG is trying to join from Gunwan Mummy's phone. Hello. Anji, I think I accepted Gunwan Mummy. आवाज आ रही है मेरी? जी जी आ रही है. ਅਸੀਂ ਸੰਗਤਾਂ ਦੇ ਇੱਕ ਵਾਰੀ ਫਿਰ ਖਿਮਾ ਦੇ ਜਾ ਚੁੱਕਾ because I think VG has joined from Gunwan Mummy's phone, so I'm trying to patch him up on the call with us. VG, I think ਤੁਸੀਂ available ਹੋ, so I would request VG now. हाँ जी MP जी ਤੁਸੀਂ start ਕਰ ਦੋ जी MP VG has already shared, but if you need some दोबारा करा वाहिगुरु जी का खालसा वाहिगुरु जी की फतेह दोबारा करा जी Navidi, MPVG has already shared his viewpoint with Sangat. So if you can start your topic today, we will be really thankful to you. अच्छा Is it possible for you to orient your phone in another direction, because I think we
We cannot see you properly. इना फोन ਨੂੰ ਮੈਂ ਸਟੈਂਡ ਤੇ ਲਗਾ ਕੇ ਫਿਕਸ ਕੀਤਾ ਹੈ ਵੀਰੇ ਸਾਡੀ ਸਾਰੀ ਰਿਕਾਰਡਿੰਗ because I think it has to be horizontal. So the whole recording we will see on a vertical. आवाज तो ऐसी आएगी टक टक के मेरे को भी ऐसी आती है Hold on. We are really sorry for the inconvenience, but ਜਿੰਨਾ ਚਿਰ ਵੀਰ ਜੀ ਸਾਡੇ ਨਾਲ ਆਪਣਾ ਕੈਮਰਾ ਠੀਕ ਕਰਕੇ ਸ਼ੇਅਰਿੰਗ ਸਟਾਰਟ ਕਰਦੇ ਨੇ। ਇੱਕ ਮਿੰਟ ਅਮਨ ਵੀਰ ਜੀ, ਇੱਕ ਮਿੰਟ ਵੀਰ ਜੀ, ਜਿਹਦੇ ਤੇ ਤੁਹਾਡਾ ਫੋਨ ਲੱਗਿਆ ਹੋਇਆ ਨਾ ਉਹਦੇ ਬਿਲਕੁਲ ਬੈਕ ਸਾਈਡ ਤੇ ਨਾ ਇੱਕ ਲੌਕ ਹੈਗਾ, ਇੱਕ ਨਟ ਟਾਈਪ ਦਾ ਹੈਗਾ, ਤੁਸੀਂ ਉਹਨੂੰ ਖੋਲੋਗੇ ਤੇ ਤੁਹਾਡਾ ਫੋਨ ਵਰਟੀਕਲੀ ਸਟੈਂਡ ਹੋ ਜਾਏ। ਜਿੱਥੇ ਤੁਹਾਡਾ ਵੀਰ ਜੀ ਫੋਨ ਲੱਗਿਆ ਨਾ ਉਹਦੇ ਪਿੱਛੇ ਨਾ ਜਿਹੜਾ ਬੇਸ ਹੈਗਾ ਉਹਦੇ ਪਿੱਛੇ ਇੱਕ ਨਟ ਹੋਏਗਾ, ਉਹ ਬਟਰਫਲਾਈ ਸ਼ੇਪ ਦਾ ਹੋਏਗਾ, ਤੁਸੀਂ ਉਹਨੂੰ ਖੋਲੋਗੇ ਔਰ ਇਸ ਤਰ੍ਹਾਂ ਕਰ ਦੋਗੇ ਤੁਹਾਡਾ ਫੋਨ ਵਰਟੀਕਲ ਹੋ ਜਾਏਗਾ। ਮਤਲਬ ਅਸੀਂ ਉਹਨੂੰ 90 ਡਿਗਰੀ ਸ਼ਿਫਟ ਕਰਨਾ ਚਾਹੁੰਦੇ ਹਾਂ ਸੋ ਦੈਟ ਹੁਣੇ ਤੁਸੀਂ ਸਾਨੂੰ ਨਹੀਂ ਹੋ ਰਿਹਾ ਮੇਰੇ ਕੋਲ ਉਹਨਾਂ ਕੋਈ ਗੱਲ ਨਹੀਂ ਹੁੰਦੀ, no problem. Okay, so you can start. We are really sorry, but जी वीर जी। ਵੀਰ ਜੀ ਇੱਕ ਵਾਰੀ ਸਕਰੀਨ ਨੂੰ ਜਿਹੜਾ ਤੁਸੀਂ ਆਪਸ਼ਨ ਸਕਰੋਲ ਔਨ ਕੀਤਾ ਹੋਇਆ, which phone you are using, Android or iPhone? ਭੁਪਿੰਦਰ ਵੀਰ ਜੀ ਇੱਕ ਮਿੰਟ ਹਾਂਜੀ ਵੀਰ ਜੀ ਤੁਸੀਂ ਕਿਹੜਾ ਫੋਨ ਯੂਜ਼ ਕਰ ਰਹੇ ਹੋ, Android ਹੈ ਜਾਂ iPhone ਹੈ? ਆਈਫੋਨ ਹੈ ਵੀਰ ਜੀ ਉਹਦੇ ਵਿੱਚ which model ਅਗਰ ਪੁਰਾਣਾ ਹੈ ਤੇ ਥੱਲੋਂ ਉੱਤੇ ਆਪਸ਼ਨ ਕਰੋਗੇ you have option to scroll ਨੂੰ ਆਫ ਕਰ ਦਿਓ ਵੀਰ ਜੀ। when you scroll it off the scroll system ਤੇ ਤੁਹਾਡਾ ਫੋਨ ਜਿਹੜਾ ਰੋਟੇਟ ਹੋਇਆ ਉਹ ਆਪਣੇ ਆਪ ਸਿੱਧਾ ਹੋ ਜਾਏਗਾ। ਮੇਬੀ ਜਸਟ ਚੈੱਕ ਇਟ ਆਊਟ। ਹੁਣ ਹੋ ਗਿਆ? ਮੈਨੂੰ ਵੀਰ ਜੀ ਤੁਹਾਡੀ ਹੁਣ ਸਕਰੀਨ ਹੀ ਹਟ ਗਈ ਹੈ, ਜਸਟ ਚੈੱਕ ਇਟ ਆਊਟ। ਹੈਲੋ ਨਹੀਂ ਹੋਇਆ ਵੀਰ ਜੀ ਹਜੇ। ਮੇਨ ਹੋਮ ਬਟਨ ਪੂਰੀ ਗੱਲ ਦੇ ਵਿੱਚ ਇਹ ਨਹੀਂ ਲਾਣਾ। ਹਾਂਜੀ ਵੀਰ ਜੀ ਵੀਡੀਓ ਤੁਹਾਡੀ ਆਫ ਹੈ, ਵੀਡੀਓ ਔਨ ਕਰੋਗੇ then we can see your picture or else ਹਾਂਜੀ ਕਰ ਦਿੱਤਾ ਜੀ, but I think we cannot see you. Your video is off. on. We can yes, perfect. Thank you ji. Thank you. yeah perfect ਵੀਰ ਜੀ, now it's done. Thanks all. Sorry for inconvenience. I'm very poor in these gizmo gadgets. ਵੀਰ ਜੀ ਇੱਕ ਚੀਜ਼ ਹੋਰ, ਤੁਸੀਂ ਆਪਣਾ ਜਿਹੜਾ ਵਿਊ ਹੈਗਾ ਸਪੀਕਰ ਵਿਊ ਦੀ ਜਗ੍ਹਾ ਉਹਨੂੰ ਗ੍ਰਿਡ ਵਿਊ ਚ ਕਰੋਗੇ ਨਾ ਤਾਂ ਯੂ ਕੈਨ ਸੀ ਐਵਰੀਬਾਡੀ, ਨਹੀਂ ਤਾਂ ਤੁਸੀਂ ਜਦੋਂ ਬੋਲਦੇ ਤੁਸੀਂ ਆਪਣੀ ਫੋਟੋ ਦੇਖਦੇ। ਗ੍ਰਿਡ ਵਿਊ ਕਿੱਥੇ ਹੈ? ਗੈਲਰੀ ਵਿਊ ਜਿੱਥੇ ਸਪੀਕਰ ਵਿਊ ਲਿਖਿਆ ਉਹਦੇ ਗੈਲਰੀ ਵਿਊ ਹੈਗਾ। ਆਲਟ F2 ਵੀ ਕਰ ਸਕਦੇ। ਵੀਰ ਜੀ ਫੋਨ ਤੇ ਕਰ ਰਹੇ ਨੇ, they can't do grid option in iPad they can do and not in the phone. ਠੀਕ ਹੈ ਜੁਝਾਰ ਜੀ, ਤੁਸੀਂ ਜਾਂ ਕੋਈ ਸਕਰੀਨ ਤੇ ਆ ਜਾਓ ਨਾ। ਵੀਰ ਜੀ ਜਿਹੜਾ ਸਪੀਕਰ ਬੋਲਦਾ ਨਾ ਉਹਦੀ ਫੋਟੋ ਆਉਂਦੀ ਹੈ। when you speak you will be on the screen, so gallery view ਚ you can see all of them. ਉੱਤੇ ਟੌਪ ਤੇ you have an option. ਨਹੀਂ ਆ ਰਿਹਾ ਗੈਲਰੀ। I'll send you a screenshot. ਤੁਸੀਂ ਕੰਟੀਨਿਊ ਕਰੋ। ਵੀਰ ਜੀ ਉਹ ਨਾ ਲੈਪਟਾਪ ਜਾਂ iPad ਤੇ ਆਂਦੀ ਗ੍ਰਿਡ ਦੀ ਆਪਸ਼ਨ, not on the phone ਵੀਰ ਜੀ। ਹਾਂ ਸੈਲ ਫੋਨ ਤੇ ਨਹੀਂ ਹੈ। No problem. Yes, I will come to you tomorrow and then you will be able to see everyone. So let's continue today. If you are recording ਵੀਰ ਜੀ then please mute all of the audios. जी all audios are muted ਵੀਰ ਜੀ। Thank you Tejinder ਵੀਰ ਜੀ। ਹਾਂਜੀ ਅਸੀਂ
ਪਿਛਲੀ ਵਾਰੀ ਜਿੱਥੇ ਛੋੜਿਆ ਸੀ ਉਸ ਤੋਂ ਬਾਅਦ ਅੱਜ ਫਰਾਈਡੇ ਨੂੰ ਤੁਹਾਨੂੰ ਸਾਰਿਆਂ ਨੂੰ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਜਿਹੜੇ ਸਾਡੇ ਹੋਰ ਪਰਿਵਾਰਾਂ ਤੋਂ ਆਏ ਨੇ ਸੱਜਣ, ਉਹਨਾਂ ਨੂੰ ਨਮਸਕਾਰ, ਅਸਲਾਮ ਅਲੈਕਮ ਐਂਡ ਗੁੱਡ ਈਵਨਿੰਗ। ਅਸੀਂ ਇਸ ਪ੍ਰੋਗਰਾਮ ਵਿੱਚ ਜਿਹੜਾ ਜਿਹਦਾ ਨਾਂ ਅਸੀਂ ਜੀਵਨ ਜਾਚ ਦਾ ਖਜ਼ਾਨਾ ਰੱਖਿਆ ਹੋਇਆ ਹੈ, ਦਾ ਲਿਵਿੰਗ ਟ੍ਰੈਜਰ, ਇਹਦੇ ਵਿਚਕਾਰ ਹੁਣ ਮਿੰਦਰਪਾਲ ਜੀ ਕਾਫੀ ਕੁਝ ਬੋਲ ਗਏ ਹੋਣਗੇ, ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਸਾਂਝ ਕੀਤੀ, ਲੇਕਿਨ ਆਈ ਫੀਲ ਕਿ ਉਹਨਾਂ ਨੇ ਕਾਫੀ ਵੈਲਿਊਏਬਲ ਮੈਸੇਜ ਦੇ ਦਿੱਤਾ ਹੋਣਾ। ਪਰ ਮੈਂ ਸਿੰਪਲੀ ਇਤਨੀ ਗੱਲ ਕਰ ਰਿਹਾ ਕਿ ਜਿਹੜਾ ਦਿਸ ਪ੍ਰੋਗਰਾਮ ਇਜ਼ not only for one particular religion, and this program is based on humanity. ਅਸੀਂ humanity ਵਾਸਤੇ ਮੈਸੇਜ ਜਿਹੜਾ ਲੈਂਦੇ ਆ, ਅਸੀਂ ਗੁਰਬਾਣੀ ਦੇ ਥਰੂ ਲੈਂਦੇ ਆ। ਸੋ ਇਹਦੇ ਵਿੱਚ ਅਸੀਂ ਡਿਸਕਸ ਜ਼ਿਆਦਾ ਇਹ ਕਰਦੇ ਆ ਕਿ ਪ੍ਰੈਕਟੀਕਲ ਲਿਵਿੰਗ ਵਿੱਚ ਅਸੀਂ ਉਸ ਨੂੰ ਅਪਲਾਈ ਕਿਵੇਂ ਕਰੀਏ। ਸੋ ਪ੍ਰੈਕਟੀਕਲ ਲਿਵਿੰਗ ਵਾਸਤੇ ਅਸੀਂ ਪਿਛਲੀ ਵਾਰੀ ਸਾਡਾ ਸਬਜੈਕਟ ਸੀ ਹਾਊ ਟੂ ਬੀ ਕੰਟੈਂਟਡ। ਸੋ ਸਾਡਾ ਪਿਛਲੀ ਵਾਰ ਦਾ ਸਬਜੈਕਟ ਕੰਟੈਂਟਮੈਂਟ ਸੀ ਕਿ ਅਸੀਂ ਜੇ ਕੰਟੈਂਟਮੈਂਟ ਨਹੀਂ ਲੈਂਦੇ ਆ ਤਾਂ ਮਾਨੋ ਅਸੀਂ ਸਟੇਬਲ ਨਹੀਂ ਆ। ਤੇ ਕੰਟੈਂਟਮੈਂਟ ਵਾਸਤੇ ਸਾਡੇ ਅੰਦਰ ਦੂਜਿਆਂ ਨੂੰ ਦੇਣ ਦੀ ਬਿਰਤੀ ਹੋਣੀ ਚਾਹੀਦੀ ਹੈ। ਹਾਊ ਟੂ ਗਿਵ, ਜੇ ਇਹ ਵਾਲੀ ਸਾਨੂੰ ਸੋਚ ਆ ਜਾਂਦੀ ਹੈ ਨਾ, ਹਾਊ ਟੂ ਗਿਵ ਟੂ ਅਦਰਸ, ਤਾਂ ਫਿਰ ਅਸੀਂ ਕੰਟੈਂਟਡ ਵੀ ਹੋ ਸਕਦੇ ਹਾਂ ਔਰ ਆਸਤਾ ਆਸਤਾ ਸਾਨੂੰ ਸਟੇਬਿਲਿਟੀ ਆ ਜਾਏਗੀ, ਸਾਡੇ ਅੰਦਰ ਸਬਰ ਵੀ ਆ ਜਾਏਗਾ। ਸੋ ਸਬਰ ਔਰ ਸੰਤੋਖ ਲਿੰਕਡ ਨੇ, ਇਸ ਕਰਕੇ ਅਸੀਂ ਪਿਛਲੀ ਵਾਰੀ ਇਹ ਟੌਪਿਕ ਡਿਸਕਸ ਕੀਤਾ ਸੀ। ਅਸੀਂ ਜਿਸ ਸ਼ਬਦ ਦੀ ਟੇਕ ਲਈ ਸੀ ਉਹ ਸ਼ਬਦ मैं दोबारा ਉਹਦੀ ਪਹਿਲੀ ਪੰਕਤੀ ਗਾਇਨ ਕਰਦਾ। प्लीज स्टे विथ मी। मम्मी गाना तैनार क्या पुराण सुनकीना, तैनार क्या पुराण सुनकीना, अनपावनी भगत नहीं उपजी, अनपावनी भगत नहीं उपजी, भूखे दान न दीना, भूखे दान न दीना, तैनार क्या पुराण सुनकीना, तैनार क्या पुराण सुनकीना। ਸੋ ਅਸੀਂ ਇਹਦੇ ਵਿੱਚ ਇਹ ਸਮਝਿਆ ਸੀ ਕਿ ਦੁਨੀਆ ਦਾ ਕੋਈ ਵੀ ਇਨਸਾਨ ਆਪਣੇ ਆਪ ਨੂੰ ਆਸਤਿਕ ਅਖਵਾਉਂਦਾ ਹੈ ਜਾਂ ਆਪਣੇ ਆਪ ਨੂੰ ਨਾਸਤਿਕ ਅਖਵਾਉਂਦਾ ਹੈ, ਜਾਂ ਅਸੀਂ ਲੋਕਾਂ ਨੂੰ ਲੇਬਲ ਕਰਦੇ ਹਾਂ, ਪਰ ਆਸਤਿਕ ਅਖਵਾਉਣ ਵਾਲਾ ਆਪਣੇ ਆਪ ਨੂੰ ਇਸ ਕਰਕੇ ਆਸਤਿਕ ਮੰਨਦਾ ਹੈ ਕਿ ਵੀ ਮੈਂ ਧਰਮ ਦੇ ਕਰਮ ਕਾਂਡ ਕਰਦਾ। ਸੋ ਧਰਮ ਦੇ ਕਰਮ ਕਾਂਡ ਕਰ ਲੈਣਾ ਔਰ ਸਿੰਪਲੀ ਕਹਿਣਾ ਮੈਂ ਰੱਬ ਤੇ ਵਿਸ਼ਵਾਸ ਕਰਦਾ ਹਾਂ, ਪਰ ਕੰਟੈਂਟਡ ਨਾ ਹੋਣਾ, ਤਾਂ ਮਾਨੋ ਅਸੀਂ ਰੱਬ ਜੀ ਦੇ ਨੇੜੇ ਹੈ ਹੀ ਨਹੀਂ। ਇਹ ਜਿਹੜਾ ਸ਼ਬਦ ਅਸੀਂ ਗਾਇਨ ਕੀਤਾ, ਇਹ ਅਸੀਂ ਆਸਤਿਕ ਨਾਸਤਿਕ ਸੈਮੀਨਾਰ ਵਾਸਤੇ ਕੀਤਾ ਸੀ ਕਿ ਗੁਰਬਾਣੀ ਨਹੀਂ ਮੰਨਦੀ ਹੈ ਕਿ ਕੌਣ ਆਸਤਿਕ ਹੈ ਕੌਣ ਨਾਸਤਿਕ ਹੈ। ਰਾਦਰ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਕਿ ਵੀ ਮੈਨੂੰ ਕੰਟੈਂਟਡ ਹੋਣਾ ਹੈ, ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ। ਅਗਰ ਮੈਂ ਸੰਤੋਖੀ ਹਾਂ ਔਰ ਮੈਂ ਦੂਸਰਿਆਂ ਨਾਲ ਵੰਡ ਕੇ ਛਕਦਾ ਹਾਂ ਤਾਂ ਮਾਨੋ ਮੇਰਾ ਰੱਬ ਜੀ ਦੇ ਨਾਲ ਮਿਲਾਪ ਹੈ। ਸੋ ਅਸੀਂ ਇਸ ਸ਼ਬਦ ਦੇ ਵਿੱਚ ਜਦੋਂ ਅੱਗੇ ਪੜ੍ਹ ਕੇ ਦੇਖਿਆ ਤਾਂ ਇਹ ਸ਼ਬਦ ਸਾਡੇ ਉਸ ਕੰਟੈਂਟਮੈਂਟ ਦੇ ਟੌਪਿਕ ਵਿੱਚ ਭੁੱਖੇ ਦਾਨ ਨਾ ਦੇਣਾ, ਮੈਂ ਆਪਣੇ ਮਨ ਭੁੱਖੇ ਨੂੰ ਦਾਨ ਨਹੀਂ ਨਾ ਦਿੱਤਾ, ਇਸ ਕਰਕੇ ਮੈਨੂੰ ਗਿਵਿੰਗ ਦੀ,
ਦੂਸਰਿਆਂ ਵਾਸਤੇ ਹਾਊ ਟੂ ਲਿਵ ਫॉर ਅਦਰਸ ਦੀ ਜਾਂਚ ਨਹੀਂ ਹੈ। ਇसी ਕਰਕੇ ਮੇਰੇ ਅੰਦਰ ਦਇਆ ਨਹੀਂ ਹੈ ਔਰ ਇसी ਕਰਕੇ ਮੈਂ ਸੰਤੋਖੀ ਨਹੀਂ ਹਾਂ। ਸੋ ਅਸੀਂ ਇਹ ਡਾਇਗਨੋਸ ਕੀਤਾ ਸੀ ਔਰ ਅਸੀਂ ਸੋਲੂਸ਼ਨ ਸਮਝਿਆ ਸੀ ਕਿ ਜੇ ਅਸੀਂ ਸੰਤੋਖੀ ਹੋ ਜਾਈਏ ਤਾਂ ਅਸੀਂ ਰੱਬ ਜੀ ਦੇ ਨੇੜੇ ਆ। ਡਸਨਟ ਮੈਟਰ ਕਿ ਅਸੀਂ ਆਸਤਿਕ ਅਖਵਾਉਂਦੇ ਆ ਜਾਂ ਨਾਸਤਿਕ ਅਖਵਾਉਂਦੇ ਆ। ਸੋ ਇਸ ਹਿਸਾਬ ਦੇ ਨਾਲ ਅਮਨ ਜੀ ਤੁਸੀਂ ਸਕਰੀਨ ਤੇ ਨਹੀਂ ਹੋ, ਅਮਨ ਜਾਂ ਜੁਝਾਰ? ਹਾਂਜੀ ਵੀਰ ਜੀ ਮੈਂ ਤੁਹਾਡੇ ਨਾਲ ਹੀ ਹਾਂ। I think I need you on the screen. ਸੋ ਅਸੀਂ ਇਸ ਸ਼ਬਦ ਦੇ ਵਿਚਕਾਰ ਇਹ ਸਮਝੇ ਕਿ ਪਹਿਲਾਂ ਆਪਣੇ ਮਨ ਭੁੱਖੇ ਮਨ ਨੂੰ ਸੰਤੋਖੀ ਮਤ ਦੇਣੀ ਪਏਗੀ। ਇਹ ਸੋਲੂਸ਼ਨ ਸੀ। ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਜਦੋਂ ਸਾਡੇ ਮਨ ਦੀ ਭੁੱਖ ਉਤਰ ਜਾਂਦੀ ਹੈ ਨਾ ਤਾਂ ਹੀ ਅਸੀਂ ਦੂਸਰਿਆਂ ਨਾਲ ਵੰਡ ਸਕਦੇ ਹਾਂ ਔਰ ਉਹ ਅਵਸਥਾ ਹੀ ਸੰਤੋਖੀ ਦੀ ਹੁੰਦੀ ਹੈ। ਸਤਿਆ ਮਨ ਸੰਤੋਖ ਉਪਜੈ ਦੇਣਾ ਕੇ ਵਿਚਾਰ ਵਾਲੀ ਅਵਸਥਾ ਚ ਅਸੀਂ ਉਹਦੇ ਦੇ ਮੰਗੇ ਸਹਿਸਾ ਗੂੜਾ ਸੋਭ ਕਰੇ ਸੰਸਾਰ। ਲੋਕਾਂ ਦੀ ਵਾਹ ਵਾਸਤੇ, ਰਿਵਾਰਡ ਵਾਸਤੇ, ਸਾਰੇ ਮੇਰੀ ਪ੍ਰੇਜ਼ ਕਰਨ, ਇਸ ਵਾਸਤੇ ਅਸੀਂ ਨਹੀਂ ਕਰਦੇ ਹਾਂ। ਉਹ ਅਸੀਂ ਸਹਿਜ ਸੁਭਾਏ ਸੰਤੋਖੀ ਹੋ ਜਾਂਦੇ ਆ। ਹਾਊ ਟੂ ਲਿਵ ਫॉर ਅਦਰਸ, ਹਾਊ ਟੂ ਗਿਵ ਟੂ ਅਦਰਸ। ਰਾਈਟ। ਸੋ ਉਸ ਦਿਨ ਅਸੀਂ ਇਹ नजर आया क्योंकि आगे हमें काम ना बिसरियो, क्रोध ना बिसरियो, लोभ ना छूटियो छूटियो देवा, पर निंदा मुक्ते नहीं छूटी, निफल भई सब सेवा। ਇਹਦਾ ਮਤਲਬ ਇਹ ਹੋਇਆ ਕਿ ਜੇ ਮੈਂ ਸੰਤੋਖੀ ਨਹੀਂ ਆ ਨਾ ਤਾਂ ਅਸੀਂ ਉਹਦੀ ਹੁਣ ਅੱਜ ਅਗਲੀ ਕਲਾਸ ਵਾਸਤੇ ਡਿਸਕਸ ਕਰ ਰਹੇ ਹਾਂ ਕਿ ਮੈਂ ਕਰੂਅਲ ਹਾਂ, ਮੈਂ ਹਿੰਸਕ ਹਾਂ। ਹੁਣ ਦੁਨੀਆ ਦਾ ਕੋਈ ਮਨੁੱਖ ਆਪਣੇ ਆਪ ਨੂੰ ਆਸਤਕ ਜਾਂ ਨਾਸਤਕ ਅਖਵਾਏ ਪਿਆ, ਪਰ ਜੇ ਮੈਂ ਰੱਬ ਨੂੰ ਬਿਲੀਵ ਕਰਦਾ ਔਰ ਆਪਣੇ ਆਪ ਨੂੰ ਆਸਤਿਕ ਅਖਵਾਉਂਦਾ ਤਾਂ ਮੈਨੂੰ ਪੁੱਛਿਆ ਜਾ ਰਿਹਾ ਜਿਸ ਬੰਦੇ ਨੂੰ ਤੂੰ ਨਾਸਤਕ ਕਹਿੰਦਾ ਉਹ ਬੰਦਾ ਕਾਲਾ ਵੀ ਕੱਢਦਾ ਹੈ, ਉਹ ਬੰਦਾ ਕ੍ਰੋਧ ਵੀ ਕਰਦਾ ਹੈ, ਉਹ ਬੰਦਾ ਲੋਭੀ ਗਰੀਡੀ ਵੀ ਹੈ ਔਰ ਉਹ ਸਾਰੇ ਸਿੰਪਟਮਸ ਤੇਰੇ ਵਿੱਚ ਵੀ ਹਨ। ਤਾਂ ਤੂੰ ਤੇਰਾ ਨਾਸਤਿਕ ਨਾਲੋਂ ਡਿਫਰੈਂਸ ਕੀ ਹੋਏਗਾ? ਤੂੰ ਸਿਰਫ ਕਹਿੰਦਾ ਹੈ ਨਾ ਕਿ ਮੈਂ ਆਸਤਿਕ ਹਾਂ, ਆਈ ਬਿਲੀਵ ਇਨ ਗॉड, ਤੂੰ ਕਹਿੰਦਾ ਹੈ ਨਾ। ਨਾਸਤਿਕ ਤਾਂ ਲੇਬਲ ਹੋ ਗਿਆ ਵੀ ਉਹ ਗॉड ਨੂੰ ਬਿਲੀਵ ਹੀ ਨਹੀਂ ਕਰਦਾ। ਤੇਰਾ ਔਰ ਉਹਦਾ ਜਿਹੜਾ ਕੰਡਕਟ ਹੈ ਨਾ, ਤੇਰਾ ਔਰ ਉਹਦਾ ਜਿਹੜਾ ਸਾਰੀ ਦੁਨੀਆ ਦੇ ਨਾਲ ਬਿਹੇਵੀਅਰ ਹੈ, ਉਹਦੇ ਵਿੱਚ ਕਾਮ ਨਾ ਬਿਸਰਿਓ, क्रोध ना बिसरियो। बिसरियो मीन्स छोड़िया ही नहीं तू, क्रोध भी करदा है, कामी भी है तू और डिजायर्स भी तेरियां तन्नू तृष्णालु बना रही ने और तू ग्रीडी भी है। जी वीर जी। लोभ ना ਤਾਂ ਅਸੀਂ ਨਿੰਦਾ ਵੀ ਜ਼ਰੂਰ ਕਰਦੇ ਹਾਂ। ਇਹ ਸਾਰੇ ਸਿੰਪਟਮਸ ਸਾਡੀ ਕਰੂਐਲਿਟੀ ਦੇ ਬਾਰੇ ਸਾਨੂੰ ਸਮਝਾ ਰਹੇ ਨੇ। ਹੁਣ ਅਸੀਂ ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਫਲ ਪਈ ਸਭ ਸੇਵਾ। ਮੈਂ ਸਾਰਾ ਸ਼ਬਦ ਡਿਸਕਸ ਨਹੀਂ ਕਰਨਾ, ਮੈਂ ਸ਼ਬਦ ਚੋਂ ਅੱਜ ਕਰੂਐਲਿਟੀ ਬਾਰੇ ਇੱਕੋ ਪੰਕਤੀ ਅਖੀਰ ਤੋਂ ਚੁੱਕਣੀ ਹੈ ਔਰ ਉਸ ਤੋਂ ਬਾਅਦ ਅਸੀਂ ਕਰੂਅਲ ਕਿਉਂ ਹੋ ਜਾਂਦੇ ਹਾਂ, ਅਸੀਂ ਗਰੀਡੀ ਕਿਉਂ ਹੋ ਜਾਂਦੇ ਹਾਂ, ਲੋਭੀ ਕਿਉਂ ਹੋ ਜਾਂਦੇ ਹਾਂ, ਤਾਂ ਉਸ ਤੋਂ ਬਾਅਦ ਅਸੀਂ ਨਿੰਦਕ ਕਿਉਂ ਹੋ ਜਾਂਦੇ ਹਾਂ। ਇਹ ਸਾਰਾ ਸਾਡਾ ਸਬਜੈਕਟ ਜਿਹੜਾ ਹੈ ਨਾ। ਹੈਲੋ ਜੀ ਵੀਰ ਜੀ, ਸੌਰੀ ਆਈ ਥਿੰਕ ਵਰਿੰਦਰ ਜੀ ਤੁਹਾਡੀ ਆਵਾਜ਼
ਜੀ ਹੁਣ ਮਿਊਟ ਹੈਗੇ ਨੇ ਵੀਰ ਜੀ। ਹਾਂ ਅਸੀਂ क्रोधी लोभी और ये सब कुछ ते हो गए, निंदक भी हो गए। ਤਾਂ ਹੁਣ ਇਸ ਸ਼ਬਦ ਚੋਂ ਨਾ ਇੱਕ ਗੱਲ ਅਖੀਰ ਤੋਂ ਮੈਨੂੰ ਹੋਰ ਸਮਝ ਆਈ ਜਿਹੜਾ ਅੱਜ ਸਾਡੇ ਸਾਰੇ ਸਬਜੈਕਟ ਨੂੰ ਹੋਰ ਖੋਲੇਗਾ। ਹਿੰਸਾ ਤੋਂ ਮਨ ਤੇ ਨਹੀਂ ਛੂਟੀ। वीडियो बंद है जरा जी, ड्रामा ही बड़ा जी दया नहीं पाली, जी पाली परमानंद साध संगत मिल कथा पुनीत न चाली। परमानंद साध संगत मिल कथा पुनीत न चाली। भूखे दान न दीना। ਹੁਣ ਮੈਨੂੰ ਪੁੱਛਿਆ ਜਾ ਰਿਹਾ ਹੈ ਕਿ ਤੂੰ ਸੱਚ ਦੀ ਸੰਗਤ ਜੇ ਕਰਨ ਜਾਂਦਾ ਸੀ, ਤੂੰ ਕਹਿੰਦਾ ਮੈਂ ਧਰਮੀ ਹਾਂ, ਤੇ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਤੇਰੀ ਕ੍ਰੂਐਲਿਟੀ ਤੇ ਖਤਮ ਹੀ ਨਹੀਂ ਹੋਈ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਤੂੰ ਜੇ ਆਪਣੇ ਤੇ ਦਇਆ ਨਹੀਂ ਨਾ ਕਰਦਾ, ਇਹਨੂੰ ਕਹਿੰਦੇ ਨੇ ਜੀ ਦਇਆ ਨਹੀਂ ਪਾਲੀ। ਹੁਣ ਇਹ ਜੀ ਦਇਆ ਨਹੀਂ ਪਾਲੀ ਤੋਂ ਬਾਅਦ ਹੋਇਆ ਕੀ? ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ। ਤੂੰ ਹੁਣ ਪਵਿੱਤਰ ਨਹੀਂ ਹੋਇਆ। ਅੱਛਾ, ਅਸੀਂ ਪਵਿੱਤਰ ਤੋਂ ਅਪਵਿੱਤਰ ਕਦੋਂ ਹੁੰਦੇ ਆ? ਅਸੀਂ ਜਦੋਂ ਪੜ੍ਹਦੇ ਆ ਨਾ, ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ। ਕੱਪੜੇ ਨੂੰ ਬਲੱਡ ਲੱਗ ਜਾਏ ਨਾ ਤਾਂ ਉਹ ਅਪਵਿੱਤਰ ਹੋ ਜਾਂਦਾ। ਜੇ ਰਤ ਲੱਗੈ ਕੱਪੜੇ जामा हुए पलीत। जो रत पीवे मानसा, जो लोगों का खून चूसते हैं, तिन क्यों निर्मल चित। और निर्मल भाव पवित्र चित हो ही नहीं सकते। अमन जी, ये पॉइंट क्लियर हो रहा है कि जे मैं दूसरियां दा खून चूसदा हाँ। अच्छा, ਅਸੀਂ ਦੂਸਰਿਆਂ ਦਾ ਖੂਨ ਕਿਸ ਤਰ੍ਹਾਂ ਚੂਸਦੇ ਹਾਂ? ਅਸੀਂ ਦੂਸਰਿਆਂ ਦਾ ਖੂਨ ਚੂਸਦੇ ਹਾਂ ਜਦੋਂ ਅਸੀਂ ਦੂਸਰਿਆਂ ਦੇ ਕਿਸੇ ਵੱਲ ਕੱਢਦੇ। ਅਸੀਂ ਜਦੋਂ ਕ੍ਰੋਧ ਦੇ ਨਾਲ ਉੱਚਾ ਬੋਲਦੇ ਹਾਂ, ਸਾਡੇ ਘਰਾਂ ਦੇ ਵਿੱਚ ਪੇਰੈਂਟਸ ਬੱਚਿਆਂ ਨਾਲ ਉੱਚਾ ਬੋਲਦੇ ਨੇ, ਮਾਲਕ ਆਪਣੇ ਨੌਕਰਾਂ ਨਾਲ ਉੱਚਾ ਬੋਲਦੇ ਨੇ ਜੀ। ਔਰ ਬੱਚੇ ਵੀ ਅੱਖਾਂ ਉੱਚਾ ਬੋਲਦੇ ਹਨ ਕਈ ਜਗ੍ਹਾ। ਇਹਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਅੱਖਾਂ ਕੱਢ ਕੇ ਕ੍ਰੋਧ ਨਾਲ ਉੱਚਾ ਬੋਲ ਕੇ ਦੂਜੇ ਵੱਲ ਪੈਂਦੇ ਆ ਨਾ, मन अपवित्र है और असी क्रूअल हो गए। मन अपवित्र क्यों होया? क्योंकि इन्हें दूजे दा खून सुका दिता। मानो दूजे दा खून चूस गया। एक तां जदों असी पराया हक खांदे हां तां असी दूसरे दा खून चूसदे हां। क्यों अमन जी? यस वीर जी। अच्छा, जे मैं मालिक हाँ, मेरे थल्ले नौकर काम करता है, नौकर जो मेरे थल्ले मेरे एम्प्लॉइज जो काम करते ने, उन्हां दे कारण मेरी मान लिया प्रॉफिट मनु 1 करोड़ मिलता है जी। 1 करोड़ प्रॉफिट कमान
ਵਿੱਚ ਮੇਰੇ ਸਾਰੇ EMPLOYEES ਦਾ ਬਿਨਾਂ, ਪਰ ਮੈਂ ਜਦੋਂ ਹੁਣ ਕਰੋਨਾ ਹੋਇਆ ਮੈਂ ਉਹਨਾਂ ਨੂੰ ਤਨਖਾਹ ਪੂਰੀ ਨਾ ਦਿਆਂ, ਮੈਂ ਕਹਾਂ ਕੋਈ ਉਹਨਾਂ ਦੀ ਤਨਖਾਹ ਤੇ few thousand few bucks ਹੈ, ਥੋੜੇ couple of hundred rupees or dollars ਹੀ ਨੇ ਨਾ। ਜੇ ਮੈਂ ਉਹਨਾਂ ਨੂੰ ਤਨਖਾਹ ਪੂਰੀ ਨਹੀਂ ਨਾ ਦਿੰਦਾ, ਮਾਨੋ ਮੈਂ ਉਹਨਾਂ ਦਾ ਖੂਨ ਚੂਸ ਗਿਆ। ਇਹਨੂੰ ਵੀ ਕਹਿੰਦੇ ਨੇ ਜੇ ਰਤ ਪੀਵੇਂ ਮਾਨਸਾ। ਜੋ ਮਾਲਕ ਗੁੱਡ ਪੇ ਮਾਸਟਰ ਹੁੰਦਾ ਹੈ ਨਾ, ਉਹ ਮਾਲਕ ਆਪਣੇ EMPLOYEES ਨੂੰ ਖੁਸ਼ ਰੱਖਣ ਵਾਸਤੇ ਹੀ ਨਹੀਂ, ਆਪਣੇ EMPLOYEES ਨੂੰ ਆਪਣੇ ਬੱਚੇ ਵਾਂਗੂ ਪਿਆਰ ਕਰਕੇ ਪਾਰਟ ਐਂਡ ਪਾਰਸਲ ਆਫ ਕੰਪਨੀ ਸਮਝਦਾ ਕਿ ਤੁਹਾਡੇ ਕਾਰਨ ਸਾਰਾ ਪ੍ਰੋਫਿਟ ਹੈ। ਤਾਂ ਉਹ ਸਿਰਫ ਕਰੋਨਾ ਦਾ ਬਹਾਨਾ ਕਰਕੇ ਕਰੋੜਾਂ ਚੋਂ ਉਹਨਾਂ ਦੀ ਥੋੜੇ ਜਿਹੇ ਹਜ਼ਾਰ ਤਨਖਾਹ ਨਾ ਦੇਵੇ ਤਾਂ ਉਹਨੇ ਖੂਨ ਚੂਸਿਆ ਨਾ। ਯੈਸ ਅਮਨ, ਐਮ ਆਈ ਰਾਈਟ ਅਮਨ ਜੀ? ਯੈਸ ਜੀ। ਤੁਸੀਂ ਪਬਲਿਕ ਚੋਂ ਥੋੜਾ ਜਿਹਾ ਕੁਐਸਚਨ ਪੁੱਛ ਲਓ ਸੰਗਤ ਕੋਲੋਂ ਜੀ। ਪੁੱਛੋ। ਅਮਨ ਨੂੰ ਪੁੱਛ ਰਹੇ, ਅਮਨ ਨੂੰ ਪੁੱਛ ਰਹੇ, ਤੁਹਾਨੂੰ ਨਹੀਂ ਪੁੱਛ ਰਹੇ। I think ਅਸੀਂ ਸਾਰੇ ਇਸ ਗੱਲ ਤੋਂ ਐਗਰੀ ਹੋਵਾਂਗੇ ਕਿ ਜੋ ਤੁਸੀਂ ਕਹਿ ਰਹੇ ਹੋ, ਇਫ ਵੀ ਪ੍ਰੈਕਟਿਸ ਦੈਟ, ਤਾਂ ਅਸੀਂ ਵੈਦਰ ਵੀ ਐਗਰੀ ਔਰ ਡਿਸਐਗਰੀ, ਅਸੀਂ ਲੋਕਾਂ ਦਾ ਖੂਨ ਚੂਸਦੇ ਹਾਂ। ਇਫ ਐਨੀਬਡੀ ਹੈਜ਼ ਸਮ ਡਿਫਰੈਂਟ ਓਪੀਨੀਅਨ, they can raise hand and we can we have received a question, ਮੈਂ ਤੁਹਾਡੇ ਵਾਸਤੇ ਪੜ੍ਹ ਦਿੰਦਾ। ਇੱਕ ਹਾਂਜੀ ਕੁਐਸਚਨ ਆਇਆ ਕਿ ਸਾਡੇ ਹਾਲਾਤਾਂ ਦੇ ਸਾਡੇ ਮਨ ਤੇ ਬਹੁਤ ਡੂੰਘਾ ਅਸਰ ਪੈਂਦਾ ਹੈ, ਐਸਾ ਤੋਂ ਨਿਜਟਣ ਐਸ਼ ਤੋਂ ਨਿਜਟਣ ਦਾ ਸੁਖੈਨ ਰਾਹ ਸਾਂਝਾ ਕਰਨ ਦੀ ਖੇਚਲ ਕਰਨੀ ਜੀ। ਇਹ ਹਰਮਿੰਦਰ ਕੌਰ ਜੀ ਦਾ ਸਵਾਲ ਹੈ। ਤੁਸੀਂ ਕੁਐਸਚਨ ਨੂੰ ਮੇਰੇ ਵਾਸਤੇ ਈਜ਼ੀ ਬਣਾ ਕੇ ਸੁਣਾ ਦਿਓ, ਹੁਣ ਪੜ੍ਹੋ ਨਹੀਂ। ਹੁਣ ਉਹ ਕਹਿ ਰਹੇ ਨੇ ਕਿ ਸਾਡੇ ਹਾਲਾਤਾਂ ਦਾ ਸਾਡੇ ਮਨ ਤੇ ਬੜਾ ਡੂੰਘਾ ਅਸਰ ਪੈਂਦਾ ਹੈ, ਇਸ ਨੂੰ ਕਿਵੇਂ ਹੈਂਡਲ ਕਰਨਾ ਹੈ, ਉਹਨੂੰ ਅੱਗੇ ਕੋਈ ਸੌਖਾ ਰਸਤਾ ਦੱਸ ਦਿਓ ਸਾਨੂੰ ਉਹਨੂੰ। ਹਾਂ, ਹੁਣ ਅਸੀਂ ਨਾ ਆਪਣਾ ਜਦੋਂ ਕਰੂਐਲਿਟੀ ਵਾਲਾ ਪੱਖ ਮੈਂ ਆਪਣਾ ਚੈੱਕ ਕਰਾਂਗਾ ਕਿ ਮੈਂ ਕਰੂਅਲ ਹਾਂ ਕਿ ਨਹੀਂ, ਤਾਂ ਅੱਜ ਦੇ ਸ਼ਬਦ ਚੋਂ ਅਸੀਂ ਕਰੂਅਲ ਹੋਣ ਵਾਸਤੇ ਚੈੱਕ ਕਰ ਰਹੇ ਹਾਂ ਕਿ ਜੇ ਮੈਂ ਕਰੂਦੀ ਹਾਂ ਤੇ ਮੈਂ ਕਰੂਅਲ ਹਾਂ, ਜੇ ਮੈਂ ਲੋਭੀ ਹਾਂ ਤੇ ਮੇਰਾ ਮਨ ਪਵਿੱਤਰ ਨਹੀਂ ਹੈ, ਜੇ ਮੈਂ ਲੋਭੀ ਹਾਂ ਤੇ ਮੈਂ ਲੋਭ ਰਤ ਪੀਤੀ ਹੋਈ ਹੈ, ਮੇਰਾ ਜਿਹੜਾ ਬੋਡੀ ਦੇ ਅੰਦਰ ਬਲੱਡ ਹੈ ਨਾ ਰੈਡ ਵਾਲਾ, ਉਹਦੀ ਗੱਲ ਨਹੀਂ ਚੱਲ ਰਹੀ। ਜਿਹੜਾ ਮੇਰਾ ਗਰੀਡ ਹੈ ਨਾ, ਉਹਦੇ ਕਾਰਨ ਮੇਰਾ ਅੰਦਰ ਦਾ ਰੈਡ ਜਿਹੜਾ ਬਲੱਡ ਹੈ ਨਾ, ਉਹਦੇ ਨਾਲ ਲਿੰਕ ਨਹੀਂ ਕਰਾਂਗੇ। ਮੇਰੀ ਸਾਰੀ ਬੋਡੀ ਦਾ, ਮੇਰੇ ਅੰਤਰ ਆਤਮੇ ਦੀ, ਮੇਰੇ ਮਨ ਕਰਕੇ ਜਿਹੜੀ ਬੋਡੀ ਬਣੀ ਹੋਈ ਹੈ ਨਾ, ਉਹਦਾ ਜਿਹੜਾ ਬਲੱਡ ਹੈ ਨਾ, ਉਹਨੂੰ ਲੋਭ ਰਤ ਕਹਿੰਦੇ ਨੇ। ਸਾਡੇ ਘਰਾਂ ਵਿੱਚ ਕਰੋੜਾਂ ਰੁਪਏ ਦਾ ਸਮਾਨ, ਕ੍ਰਿਸਟਲ, ਸੋਨਾ, ਪੈਸਾ, ਕੱਪੜੇ, ਜੁਐਲਰੀ, ਕਾਰਾਂ, ਬਹੁਤ ਕੁਝ ਭਰਿਆ ਹੋਇਆ ਹੈ। ਲੇਕਿਨ ਜੇ ਮੰਨ ਲਿਆ ਮੇਰੇ ਘਰ ਭਾਂਡੇ ਮਾਂਜਣ ਵਾਲੀ ਆਂਦੀ ਸੀ, ਉਹ ਕਰੋਨਾ ਕਰਕੇ ਨਹੀਂ ਆ ਸਕਦੀ ਹੈ ਜੁਝਾਰ ਜੀ? ਹਾਂਜੀ ਵੀ ਜੀ, ਰਾਈਟ। ਤੁਸੀਂ ਯੈਸ ਔਰ ਨੋ ਕਰੀ ਜਾਓ। ਜੇ ਉਹ ਕਰੋਨਾ ਕਰਕੇ ਨਹੀਂ ਆ ਸਕਦੀ, ਅਸੀਂ ਚਾਹੁੰਦੇ ਆ ਉਹ ਨਾ ਆਵੇ, ਰੱਖਣੀ ਆ ਉਹ ਨਾ ਆਵੇ, ਹੈ ਨਾ। ਪਰ ਅਸੀਂ ਇਹ ਨਹੀਂ ਸੋਚਿਆ ਕਿ ਉਹ ਆਂਦੀ ਸੀ, ਮੇਰੀ ਮਾਂ ਜਾਂ ਮੇਰੀ ਵਾਈਫ ਨੂੰ, ਮੇਰੇ ਟੱਬਰ ਨੂੰ ਹੈਲਪ ਕਰਕੇ ਜਾਂਦੀ ਸੀ। ਕਿਤਨੇ ਤਨਖਾਹ ਨਹੀਂ ਦੇ ਰਹੇ ਆ। ਠੀਕ ਹੈ, ਸਾਨੂੰ ਭਾਂਡੇ ਮਾਂਜਣੇ ਪੈ ਰਿਹਾ, ਸਫਾਈਆਂ ਕਰਨੀਆਂ ਪੈ ਰਹੀਆਂ, ਰੋਟੀ ਪਕਾਣੀ ਪੈ ਰਹੀ ਹੈ, ਪਰ ਉਹਦੀ ਅਸੀਂ ਤਨਖਾਹ ਕਦੀ ਵੀ ਨਹੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਦੇ ਘਰ ਭੇਜ ਦਈਏ। ਇਹਨੂੰ ਕਹਿੰਦੇ ਨੇ ਲੋਭੀ ਰਤ, ਖੂਨ ਲੋਭੀ ਹੋ ਗਿਆ, ਖੂਨ ਰਾਈਟ। ਜਿਵੇਂ ਸੁਖਪ੍ਰੀਤ ਜੀ ਨੇ ਵੀ ਲਾਸਟ ਵੀਕ ਡਿਸਕਸ ਕੀਤਾ ਸੀਗਾ ਕਿ ਉਹ ਆਪਣੇ ਧੋਬੀ ਬਾਰੇ ਵੀ ਕੰਸਰਨਡ ਸਨ, ਐਂਡ ਉਹ ਹਰ ਬੰਦੇ ਬਾਰੇ ਇੰਨੀ ਕਲੋਜ਼ਲੀ ਮਾਈਨਿਊਟਲੀ ਸੋਚ ਰਹੇ ਸਨ। ਦੈਟ ਵਾਸ ਰੀਅਲੀ ਗ੍ਰੇਟ। ਸੋ
ਅੰਦਰ ਵਿੱਚ ਇਹ ਵਾਲਾ ਭਾਵ ਆਣਾ ਵੀ ਇੱਕ ਬੜੀ ਵੱਡੀ ਰੱਬੀ ਗੁਣ ਦੀ ਦਾਤ ਹੈ। ਪਰ ਅਸੀਂ ਸਾਰੇ ਟੀਵੀ ਤੇ ਨਿਊਜ਼ ਦੇਖ ਰਹੇ ਹਾਂ, WhatsApp ਦੇਖ ਰਹੇ ਹਾਂ, ਕਈ ਲੋਕਾਂ ਨੇ ਲੋਕਾਂ ਨੂੰ ਦਾਲਾਂ ਦਿੱਤੀਆਂ ਨੇ, ਉਹਨਾਂ ਦਾ ਰਾਸ਼ਨ ਪਾਣੀ ਦਿੱਤਾ, ਉਹਨਾਂ ਨੂੰ ਜਾਣਦੇ ਵੀ ਨਹੀਂ ਨੇ, ਉਹਨਾਂ ਨੇ ਉਹਦੇ ਘਰ ਕੰਮ ਵੀ ਨਹੀਂ ਕੀਤਾ, ਕਈਆਂ ਨੇ ਨਾ ਉਹਨਾਂ ਨੂੰ ਪੈਸੇ ਵੀ ਵੰਡੇ। ਹਾਂਜੀ ਹਾਂਜੀ ਰਾਈਟ। ਇਹ ਸੈਲਫਲੈਸਨੈਸ ਸਿੱਖੀ ਉਹਨਾਂ ਨੇ। ਮੈਂ ਇੱਕ ਛੋਟੀ ਜਿਹੀ ਇਹਦੇ ਤੇ ਵਿਚਾਰ ਕਰਨੀ ਚਾਹਾਂਗਾ। ਮੈਂ ਇਸ ਨੂੰ ਨਾ ਕਵਿਤਾ ਦੇ ਰੂਪ ਵਿੱਚ ਲਿਖਿਆ ਹੈ ਤੇ ਜੇ ਤੁਹਾਡੀ ਇਜਾਜ਼ਤ ਹੋਈ ਤੇ ਮੈਂ 2 ਮਿੰਟ ਲੈਣਾ ਚਾਹਾਂਗਾ। ਹਾਂਜੀ ਬੋਲੋ। ਮੈਂ ਕਵਿਤਾ ਲਿਖ ਰਿਹਾ, ਉਹਨੂੰ ਮੈਂ ਇਸ ਤਰ੍ਹਾਂ ਲਿਖਿਆ ਹੈ, ਭੁਲਾ ਦੇ ਤੂੰ ਕਰੋਨਾ ਨੂੰ, ਭਗਾ ਦੇ ਡਰ ਕਰੋਨਾ ਦਾ, ਪਗਲਾ ਦੇ ਡਰ ਕਰੋਨਾ ਦਾ, ਭੁਲਾ ਦੇ ਤੂੰ ਕਰੋਨਾ ਨੂੰ। ਐ ਮਨੁੱਖ ਮਨੁੱਖਤਾ ਤੋਂ ਮੁਨਕਰ ਨਾ ਹੋਣਾ, ਭੁਲਾ ਦੇ ਡਰ ਕਰੋਨਾ ਦਾ, ਭੁਲਾ ਦੇ ਤੂੰ ਕਰੋਨਾ। ਉੱਠ ਸੰਭਲ ਤੇ ਮਦਦ ਕਰ, ਤੇਰਾ ਹੱਥ ਜੇ ਸੌਖਾ ਏ। ਵਾਹ। ਉੱਠ ਸੰਭਲ ਤੇ ਮਦਦ ਕਰ, ਤੇਰਾ ਹੱਥ ਜੇ ਸੌਖਾ ਏ। ਅਸੀਸਾਂ ਲੈ ਉਸ ਮਾਂ ਦੀਆਂ ਜਿਹਦਾ ਬੱਚਾ ਔਖਾ ਏ। ਵਾਹ। ਕਿਉਂਕਿ ਜੋ ਵੀਰ ਜੀ ਕੰਮ ਨਹੀਂ ਕਰ ਪਾ ਰਿਹਾ, ਉਹ ਮਾਂ ਤੇ ਮਜਬੂਰ ਹੈ ਨਾ, ਉਹਦਾ ਬੱਚਾ ਵੀ ਔਖਾ ਹੈ। ਅਸੀਸਾਂ ਲੈ ਉਸ ਮਾਂ ਦੀਆਂ ਜਿਹਦਾ ਬੱਚਾ ਔਖਾ ਏ। ਉਸ ਤੋਂ ਬਾਅਦ ਵੀਰ ਜੀ ਮਾਂ ਔਰ ਪੁੱਤ ਦੇ ਬਾਰੇ ਗੱਲ ਹੋਇਆ ਕਿ ਜੇ ਬੱਚਾ ਔਖਾ ਹੈ ਕੋਈ ਗੱਲ ਨਹੀਂ, ਜੇ ਮਾਂ ਦਾ ਪੁੱਤ ਨਹੀਂ ਉਹਦਾ ਕੀ ਕਰਨਾ ਹੈ। ਮਾਵਾਂ ਹੁੰਦੀਆਂ ਸਾਂਝੀਆਂ, ਪੁੱਤ ਬਣ ਤੂੰ ਉਹਦਾ, ਭਗਾ ਦੇ ਡਰ ਕਰੋਨਾ ਦਾ, ਭੁਲਾ ਦੇ ਤੂੰ ਕਰੋਨਾ। ਐ ਮਨੁੱਖ ਮਨੁੱਖਤਾ ਤੋਂ ਮੁਨਕਰ ਨਾ ਹੋਣਾ, ਭਗਾ ਦੇ ਡਰ ਕਰੋਨਾ ਦਾ, ਭੁਲਾ ਦੇ ਤੂੰ ਕਰੋ। ऐसे बहुत सारे लिखे जो गल कर रहे होते हैं। ਹਾਂਜੀ ਅਸੀਂ ਨਾ ਹੁਣ ਆਪਣੇ ਟੌਪਿਕ ਤੇ ਆ ਜਾਂਦੇ ਆ ਛੇਤੀ ਨਾਲ ਕਿ ਜੇ ਸਾਡੀ ਜ਼ਿੰਦਗੀ ਅੰਦਰ ਕਥਾ ਪੁਨੀਤ ਨਾ ਚਾਲੀ ਨਹੀਂ ਹੋਈ ਨਾ, ਇਹਦਾ ਮਤਲਬ ਅਸੀਂ ਅਪਵਿੱਤਰ ਆ। ਕਥਾ ਪੁਨੀਤ ਦਾ ਮਤਲਬ ਹੁੰਦਾ ਹੈ ਤੇਰੇ ਜੀਵਨ ਵਿੱਚ ਪਵਿੱਤਰਤਾ ਨਹੀਂ ਆਈ। ਪਵਿੱਤਰਤਾ ਨਹੀਂ ਆਈ ਤਾਂ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ ਦੀ ਅਵਸਥਾ ਚ ਤੂੰ ਹੈ। ਤੂੰ ਹਿੰਸਕ ਹੈ, ਤੂੰ ਕਰੂਅਲ ਹੈ। ਮੈਂ ਦੁਨੀਆ 'ਚ ਕਿਸੇ ਨੂੰ ਨਹੀਂ ਕਹਿ ਸਕਦਾ ਕੌਣ ਹਿੰਸਕ ਹੈ ਕੌਣ ਕਰੂਅਲ ਹੈ। ਅਸੀਂ ਰਲ ਕੇ ਸਿੱਖ ਰਹੇ ਹਾਂ ਆਪਣੇ ਬਾਰੇ, ਰਾਈਟ। ਸੋ ਉਹਦੇ ਵਾਸਤੇ ਅਸੀਂ ਸ਼ਬਦ ਪੜਿਆ, ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇਂ ਮਾਨਸਾ ਤਿਨ ਕਿਉ ਨਿਰਮਲ ਚੀਤ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਨੇ, ਨਾਨਕ ਨਾਉ ਖੁਦਾਏ ਦਾ ਦਿਲ ਹੱਛੈ ਕਰ ਲਿਓ, ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ। ਇਹ ਤੇ ਝੂਠਾ ਅਮਲ ਹੋ ਗਿਆ ਨਾ। ਮੀਨਸ ਕਿ ਮੈਂ ਦਿਖਾਵਾ ਵੀ ਕਰ ਰਿਹਾ, ਦਿਲ ਵੀ ਮੇਰਾ ਸਾਫ਼ ਨਹੀਂ ਹੈ, ਔਰ ਦੁਨਿਆਵੀ ਤੌਰ ਤੇ ਮੇਰੇ ਬਿਹੇਵੀਅਰ ਅੰਦਰ ਪਵਿੱਤਰਤਾ ਨਹੀਂ ਹੈ। ਮਾਨੋ ਮੈਂ ਕਰੂਅਲ ਹਾਂ। ਇਹ ਬਾਣੀ ਮੈਨੂੰ ਅੱਜ ਸਿਖਾ ਰਹੀ ਹੈ ਕਿ ਤੂੰ ਗ੍ਰੀਡੀ ਕਿਵੇਂ ਹੋਇਆ। ਤੇਰੀ ਲੋਭ ਰੱਤ ਹੋ ਗਈ। ਜਿਹਦੀ ਲੋਭ ਰੱਤ ਹੋ ਗਈ, ਰੱਤ ਮੀਨਸ ਬਲੱਡ ਕਾਮਨ ਲੈਂਗੁਏਜ ਵਿੱਚ, ਲੋਭ ਮਤਲਬ ਗ੍ਰੀਡੀ ਹੋ ਗਿਆ। ਗ੍ਰੀਡੀ ਇਨਸਾਨ ਪਵਿੱਤਰ ਮਨ ਕਰਕੇ ਨਹੀਂ ਹੈ, ਕਿਉਂਕਿ ਉਹਦੇ ਮਨ ਦੇ ਕੱਪੜੇ ਤੇ ਬਲੱਡ ਲੱਗ ਗਿਆ। ਬਲੱਡ ਉਹ ਦੂਸਰਿਆਂ ਦਾ ਚੂਸਦਾ ਹੈ। ਹੁਣ ਅਸੀਂ ਦੂਸਰਿਆਂ ਦਾ ਚੂਸਦੇ ਕਿਸ ਤਰ੍ਹਾਂ, ਉਸ ਕਰੂਐਲਿਟੀ ਬਾਰੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਹਿੰਸਕ ਹੋ ਗਏ। ਹੁਣ ਅਸੀਂ ਹਿੰਸਕ ਜਦੋਂ ਹੁੰਦੇ ਹਾਂ ਤਾਂ ਅਸੀਂ ਕਠੋਰ ਹੋ ਜਾਂਦੇ ਹਾਂ। ਸਾਨੂੰ ਕਠੋਰ ਹੁੰਦਾ ਹੈ ਨਾ, ਉਹ ਪੱਥਰ ਦਿਲ ਹੁੰਦਾ ਹੈ। ਇਹ ਸਕਰੀਨ ਤੇ ਕੌਣ ਹੈ? ਵਿਜੀ ਜੁਝਾਰ ਨੇ ਸ਼ਬਦ ਸ਼ੇਅਰ ਕੀਤਾ ਹੈ। ਅੱਛਾ ਜੀ,
ठीक है ਤੁਸੀਂ ਮੇਰੇ ਨਾਲ ਸਕਰੀਨ ਤੇ ਰਹੋ ਸ਼ਬਦ ਹੋ ਗਿਆ ਉਸ ਸ਼ਬਦ ਚੋਂ ਅਸੀਂ ਝੂਠਾ ਅਮਲ ਲੈ ਲਿਆ ਕਿ ਅਸੀਂ ਕਰੂਅਲ ਹਾਂ ਰਾਈਟ ਵੀਰ ਜੀ ਠੀਕ ਹੈ ਮੈਂ ਨਾ ਥੋੜਾ ਥੋੜਾ ਬਾਣੀ ਦਾ ਸਹਾਰਾ ਲੈ ਰਿਹਾ ਕਿ ਅਸੀਂ ਜੋ ਆਪਣੇ ਬਾਰੇ ਡਾਇਗਨੋਸ ਕਰ ਰਹੇ ਹਾਂ ਨਾ ਉਹ ਮੇਰੇ ਓਪੀਨੀਅਨ ਨਹੀਂ ਹੈ ਇਸ ਕਰਕੇ ਮੈਂ ਥੋੜਾ ਜਿਹਾ ਬਾਣੀ ਦਾ ਸਹਾਰਾ ਲੈ ਰਿਹਾ ਕਿ ਬਾਣੀ ਕਹਿੰਦੀ ਹੈ ਲੋਭ ਰਤ ਹੋ ਗਈ ਤੂੰ ਗਰੀਡੀ ਹੈ ਬਾਣੀ ਕਹਿ ਰਹੀ ਹੈ ਜੇ ਤੂੰ ਜੀ ਦਇਆ ਨਹੀਂ ਪਾਲੀ ਆਪਣੇ ਤੇ ਨਹੀਂ ਕੀਤਾ ਤੂੰ ਕ੍ਰੋਧੀ ਵੀ ਹੋਏਗਾ ਤੇ ਤੂੰ ਕਰੂਅਲ ਵੀ ਹੋ ਜਾਏਗਾ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ ਹਿੰਸਾ ਮੀਨਸ ਕ੍ਰੂਐਲਿਟੀ अच्छा ਅਸੀਂ क्रुएलिटी किन्नू समझते सी स्लॉटर हाउस में जो गाय बकरी को काटता है हम उसको क्रुएलिटी समझते थे कोई किसी की गर्दन काटता है हम उसको क्रुएलिटी समझते थे पर मैनू क्रुएलिटी वाले ख्याल आते ने उन्होंने कहते ने असंख गल वड हत्या कमाए मेरे मन अंदर कितने लोगों नू गल वड हत्या कमाए वाले ख्याल आंदे ने ਅਸੀਂ ਸਾਰੇ ਜਦੋਂ ਕਰੂਅਲ ਹੋ ਜਾਂਦੇ ਹਾਂ ਤਾਂ ਅਸੀਂ ਇਸ ਤਰ੍ਹਾਂ ਹੀ ਬਿਹੇਵ ਕਰਦੇ ਹਾਂ ਹੁਣ ਉਸ ਬਿਹੇਵੀਅਰ ਦੇ ਬਾਰੇ ਮੈਂ ਇੱਥੇ ਤੱਕ ਪਹੁੰਚਿਆ ਕਿ ਅਸੀਂ ਕਠੋਰ ਹੋ ਗਏ ਸੋ ਜਿਨਕੇ ਚਿੱਤ ਕਠੋਰ ਹੈ ਸੋ ਬਹਿ ਨਾ ਸਤਿਗੁਰ ਪਾਸ ਬਾਣੀ ਚ ਆਂਦਾ ਹੈ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ ਉਹ ਕਿਉਂ ਸਤਿਗੁਰ ਦੀ ਗੱਲ ਨਹੀਂ ਸੁਣਦੇ ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਉਹਨਾਂ ਨੂੰ ਸੱਚ ਪਸੰਦ ਨਹੀਂ ਹੈ ਸੱਚ ਵਿੱਚ ਦੱਸਿਆ ਜਾਏਗਾ ਬੀ ਕਾਈਂਡ ਔਨ ਅਦਰਸ ਸੱਚ ਵਿੱਚ ਦੱਸਿਆ ਜਾਏਗਾ ਕੰਟੈਂਟਡ ਹੋ ਕੇ ਦੂਸਰਿਆਂ ਨਾਲ ਵੰਡ ਛਕ ਸੱਚ ਵਿੱਚ ਦੱਸਿਆ ਜਾਏਗਾ ਵਿਗਾਸ ਵਿੱਚ ਰਿਹਾ ਕਰ ਸੱਚ ਵਿੱਚ ਦੱਸਿਆ ਜਾਏਗਾ ਚਿੰਤਾ ਫਿਕਰ ਨਾ ਕਰਿਆ ਕਰ ਇਹ ਸਾਰੀਆਂ ਗੱਲਾਂ ਉਹਨੂੰ ਪਸੰਦ ਨਹੀਂ ਹੈ ਕਠੋਰ ਚਿੱਤ ਨੂੰ ਤੇ ਕਠੋਰ ਚਿੱਤ ਹੀ ਹਰਟਿੰਗ ਬੋਲ ਬੋਲਦਾ ਹੈ क्रुएलिटी स्टार्ट हो चुकी है मैं कठोर हाँ मेरे अंदर लोभ रहता है और मैं दूसरे नू हर्ट करन वाले बोल बोलता हाँ हार्श बोला नू इफ आई स्पीक हार्श लैंग्वेज आई एम क्रूअल भावे मैं दुनिया के जिस मर्जी धार्मिक स्थान ते जांदा भावे जितने मर्जी मैं कर्म कांड करदा जो मर्जी मैं करदा मैं ते निर्दयी हाँ कि मैं दूसरिया दे हिरदे ते फट पाण वाले लफज बोलता हाँ ਅਸੀਂ ਸਾਰੇ ਆਪਣਾ ਡਾਇਗਨੋਸ ਕਰ ਰਹੇ ਹਾਂ ਫਟ ਪਾਣ ਵਾਲੇ ਫਿੱਕੇ ਫਲ ਫਿੱਕੇ ਫੁੱਲ ਬਗ ਬਕੇ ਵਾਲੇ ਲਫ਼ਜ਼ ਬੋਲਦੇ ਆ ਜਦੋਂ ਬੰਦਾ ਸਾਡੇ ਕੋਲ ਆਂਦਾ ਹੈ ਨਾ ਉਹ ਸਾਨੂੰ ਧਰਮੀ ਸਮਝਦਾ ਹੈ ਪਰ ਜਦੋਂ ਅਸੀਂ ਉਹਦੇ ਨਾਲ ਬਿਹੇਵ ਕਰਨ ਵੇਲੇ ਮਾੜੇ ਬੋਲ ਬੋਲਦੇ ਹਾਂ ਅਸੀਂ ਉਹਨੂੰ ਨੀਵਾ ਫੀਲ ਕਰਾਉਂਦੇ ਹਾਂ ਅਸੀਂ ਉਹਨੂੰ ਕਹਿੰਦੇ ਤੈਨੂੰ ਤੇ ਧਰਮ ਦੀ ਨੌਲੇਜ ਨਹੀਂ ਸਾਰੀ ਨੌਲੇਜ ਮੈਨੂੰ ਹੈ ਤੂੰ ਤੇ ਬੇਈਮਾਨ ਹੈ ਮੈਂ ਤੇ ਸ਼ਰੀਫ ਹਾਂ ਇਹ ਜਿਹੜੇ ਸਿੰਪਟਮਸ ਨੇ ਨਾ ਮੇਰੇ ਬਿਹੇਵੀਅਰ ਦੇ ਇਹ ਸਾਰੇ ਕ੍ਰੂਐਲਿਟੀ ਹੀ ਤੇ ਹੈ ਹੋਰਨਾਂ ਨੂੰ ਢੈਂਡੀਆਂ ਕਲਾ ਵੱਲ ਲਿਜਾਣਾ नो तुम तो कर ही नहीं सकते तुम तो मूर्ख हो तुम्हें तो समझ ही नहीं है नौकर ਨੂੰ ਵੀ ਇੰਜ ਕਹਿੰਦੇ ਆ ਪਤੀ ਪਤਨੀ ਨੂੰ ਦੂਜੇ ਨੂੰ ਕਹਿੰਦੇ ਨੇ ਮਾਪਿਓ ਬੱਚਿਆਂ ਨੂੰ ਕਹਿੰਦੇ ਨੇ ਬੱਚੇ ਵੀ ਮਾਪਿਓ ਨੂੰ ਇਹੀ ਲੈਂਗੁਏਜ ਯੂਜ਼ ਕਰਦੇ ਨੇ ਜਿਤਨੇ ਵੀ ਅਸੀਂ ਬੈਡ ਔਰ 네ਗੇਟਿਵ ਵਰਡਸ ਯੂਜ਼ ਕਰਦੇ ਆ ਨਾ ਯੂਜ਼ ਕਰਨ ਕਰਦੇ ਆ ਇਹਦਾ ਮਤਲਬ ਸਕੂਲਾਂ ਵਿੱਚ ਬੱਚੇ ਬੁਲੀ ਕਰਦੇ ਨੇ ਉਹ ਵਿਚਾਰੇ ਅਣਜਾਣ ਨੇ ਲੇਕਿਨ ਅਸੀਂ ਉਹ ਬੁਲੀ ਕਰਨ ਦੀ ਆਦਤ ਕਰਦੇ ਕਰਦੇ ਕਾਲਜ ਤੋਂ ਕਾਰਪੋਰੇਟ ਸੈਕਟਰ ਤੱਕ ਆ ਗਏ ਫਿਰ ਟੱਬਰਾਂ ਵਿੱਚ ਵਿਆਹ ਹੋਣ ਤੋਂ ਬਾਅਦ ਟੱਬਰਾਂ ਨਾਲ ਰਹਿੰਦੇ ਆ ਹੁਣੇ ਵੀ ਅਸੀਂ ਲੋਕਾਂ ਨੂੰ ਬੁਲੀ ਕਰਦੇ ਆ ਇਹਦਾ ਮਤਲਬ ਬੁਲੀ ਕਰਨਾ ਕਰੂਐਲਿਟੀ ਹੈ ਕਿਉਂਕਿ ਬੁਲੀ ਕਰਨ ਵੇਲੇ ਦੂਜੇ ਨੂੰ ਮੈਂ ਨੀਵਾਂ ਪਾਣਾ ਹੈ ਬੁਲੀ ਕਰਨ ਵੇਲੇ ਦੂਜੇ ਨੂੰ ਰਿਅਲਾਈਜ਼ ਕਰਾਣਾ ਯੂ ਆਰ ਵਰਥ ਫॉर ਨਥਿੰਗ ਤੇਰੀ ਕਾਰ ਖਰਾਬ ਹੈ ਤੈਨੂੰ ਅਕਲ ਨਹੀਂ ਹੈ ਕੀ ਕੱਪੜੇ ਪਾਏ ਨੇ ਕਿਹੜੇ ਮਕਾਨ ਵਿੱਚ ਰਹਿੰਦਾ ਹੈ ਕੀ ਕਰਦਾ ਹੈ ਕਿੰਨੇ ਕਮਾਉਣਾ ਹੈ ਇਸ ਤਰ੍ਹਾਂ ਮੂੰਹ ਬਣਾ ਕੇ ਕਹਿੰਦੇ ਆ वो तो कुछ कमाता ही नहीं है ऐसा गल्ला करते हैं ना ओ उसका ना पिता रिक्शा चलाता है 3 व्हीलर चलाता है 3 व्हीलर चलाना और रिक्शा चलाना
ਮਿਹਨਤ ਮਜ਼ਦੂਰੀ ਦੀ ਕਮਾਈ ਹੈ। ਅਸੀਂ ਇਹਦਾ ਮਤਲਬ ਕਿਸੇ ਦੀ ਕੋਈ ਕੀਤੀ ਹੋਈ ਨੌਕਰੀ, ਕਿਸੇ ਦਾ ਕੀਤਾ ਕੋਈ ਕੰਮ ਨੂੰ ਨੀਵਾ ਨਹੀਂ ਪਾਵਾਂਗੇ। ਜੇ ਨੀਵਾ ਪਾਉਂਦੇ ਆ, ਇਹ क्रुएलिटी ਦਾ ਇੱਕ ਪਕਸ਼ ਹੈ। ਅਸੀਂ ਸਾਰੇ सोच रहे हैं हम तो ईमानदारी की कमाई करते हैं, पाठ करते हैं, गुरुद्वारे जाते हैं, कीर्तन सुनते हैं, भजन कीर्तन करते हैं, धार्मिक स्थान पर जाते हैं, तीर्थ पर जाते हैं। हम तो क्रूअल है ही नहीं। ਅਸੀਂ बिहेवियर 24 आवर्स क्रूअल ਆ। Can you log in from your phone? Can you try? I want to see. ਹੈ ਅਮਨ ਜੀ, ਜਦੋਂ ਅਸੀਂ ਆਪਣੇ ਘਰਾਂ ਵਿੱਚ ਔਰ ਆਫਿਸ ਵਿੱਚ ਜਾਂ ਬਾਹਰ ਪਬਲਿਕ ਵਿੱਚ ਜਦੋਂ ਕਿਸੇ ਦੇ ਨਾਲ ਉੱਚਾ ਬੋਲਦੇ ਆ ਨਾ, ਜੀ ਵੀਰ ਜੀ, ਟੌਂਟ ਕਰਕੇ ਉਹਦੀ ਗੱਲ ਨੂੰ ਕੱਟ ਕੇ ਆਪਣੀ ਗੱਲ ਮਨਵਾਉਣ ਵਾਸਤੇ ਪ੍ਰੂਵ ਕਰਦੇ ਆ, ਤਾਂ ਅਸੀਂ ਨਾ ਉੱਚਾ ਵੀ ਬੋਲਦੇ ਆ। ਵੀ ਸਪੀਕ ਲਾਊਡਰ। ਜਦੋਂ ਅਸੀਂ ਲਾਊਡ ਬੋਲਦੇ ਆ ਨਾ, ਇਹ ਕ੍ਰੂਐਲਿਟੀ ਹੈ। ਰਾਈਟ, ਮੇਕ ਸੈਂਸ? ਮੇਕ ਸੈਂਸ ਜੀ। ਇਸ ਦੇ ਬਾਬਤ ਇੱਕ ਸਵਾਲ ਵੀ ਆਇਆ ਹੈ, ਕਿਰਨ ਜੀ ਪੁੱਛ ਰਹੇ ਨੇ ਕਿ ਅਗਰ ਕੋਈ ਫਾਦਰ ਗੁੱਸਾ ਕਰਦਾ ਬੱਚਿਆਂ ਨੂੰ, ਤੇ ਉਹ ਬੱਚਾ ਤੇ ਉਸਦੀ ਵਾਈਫ ਜਾਂ ਉਹਦੀ ਮਦਰ, ਜਿਵੇਂ ਬੱਚੇ ਦੀ, ਆਪਣੇ ਆਪ ਨੂੰ ਇਸ ਸਿਚੁਏਸ਼ਨ 'ਚ ਕਿਵੇਂ ਠੀਕ ਰੱਖੇ, ਬਿਕਾਜ਼ ਦ ਫਾਦਰ ਇਜ਼ ਡੋਮੀਨੇਟਿੰਗ। ਦੇਖੋ, ਉਹਦੇ ਫਾਦਰ ਨੂੰ ਉਹਦੇ ਬਰਾਦਰੀ ਨਾਲ, ਬਜ਼ੁਰਗਾਂ ਨਾਲ ਬਿਠਾ ਕੇ ਔਰ ਘਰ ਵਾਲਿਆਂ ਨੂੰ ਉਹਨਾਂ ਦੇ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਵੇਲੇ ਜਿਹੜਾ ਮੇਰਾ ਟੌਪਿਕ ਚੱਲ ਰਿਹਾ, ਮੈਂ ਇੱਕ ਫੈਮਿਲੀ ਦੇ ਇੱਕ ਫਾਦਰ ਸਾਹਿਬ ਨੂੰ ਫਿਕਸ ਅਪ ਨਹੀਂ ਕਰ ਪਾਵਾਂਗਾ। ਮੈਂ ਕਿਸੇ ਨੂੰ ਵੀ ਫਿਕਸ ਅਪ ਕਰ ਹੀ ਨਹੀਂ ਸਕਦਾ। ਅਸੀਂ ਤੇ ਫਿਲਹਾਲ ਇਹ ਸਿੱਖ ਰਹੇ ਹਾਂ ਮੈਂ ਕਿਵੇਂ ਫਿਕਸ ਅਪ ਹੋਣਾ ਹੈ। ਜੇ ਫਾਦਰ ਉੱਚਾ ਬੋਲਦਾ ਹੈ, ਗਾਲਾਂ ਕੱਢਦਾ ਹੈ, ਤੇ ਅਸੀਂ ਉਹਨੂੰ ਰਿਟੈਲੀਏਟ ਨਹੀਂ ਕਰਨਾ। ਅਸੀਂ ਵੀ ਉਹਦੇ ਨਾਲ ਉੱਚਾ ਬੋਲ ਕੇ ਚਾਰ ਗਾਲਾਂ ਨਹੀਂ ਕੱਢਣੀਆਂ। ਅਸੀਂ ਤੇ ਆਪਣਾ ਗੁਣ ਪਕਸ਼ ਪ੍ਰੈਕਟਿਸ ਕਰਾਂਗੇ ਨਾ। ਅਸੀਂ ਆਪਣੇ ਬਿਹੇਵੀਅਰ ਵਿੱਚ ਪ੍ਰੈਕਟਿਸ ਕਰਾਂਗੇ ਕਿ ਮੈਨੂੰ ਮੰਦੇ ਬੋਲ ਨਹੀਂ ਬੋਲਣੇ ਨੇ, ਮੈਨੂੰ ਰਿਟੈਲੀਏਟ ਨਹੀਂ ਕਰਨਾ, ਮੈਨੂੰ ਟੌਂਟ ਨਹੀਂ ਕਰਨਾ, ਮੈਨੂੰ ਟਿਟ ਫॉर ਟੈਟ ਨਹੀਂ ਕਰਨਾ। ਮੈਨੂੰ ਟੌਂਟ ਔਰ ਗਿਲੇ ਸ਼ਿਕਵੇ ਦੀ ਜਿਹੜੀ ਲੈਂਗੁਏਜ ਹੈ ਜੁਝਾਰ ਜੀ, ਜਿਹੜੀ ਗਿਲੇ ਸ਼ਿਕਵੇ ਦੀ ਲੈਂਗੁਏਜ ਹੈ ਨਾ ਜੀ, ਤੁਸੀਂ ਤੇ ਕਦੀ ਘਰ ਆਏ ਨਹੀਂ, ਸਾਡਾ ਤੇ ਧਿਆਨ ਹੀ ਨਹੀਂ ਰੱਖਦੇ, ਕਦੀ ਬਾਹਰ ਹੀ ਨਹੀਂ ਲੈ ਕੇ ਗਏ, ਮੇਰੀ ਤੇ ਤੁਸੀਂ ਕਦੀ ਬਾਤ ਹੀ ਨਹੀਂ ਪੁੱਛੀ। ਪਤੀ ਪਤਨੀ ਆਪਸ ਵਿੱਚ ਇੱਕ ਦੂਜੇ ਨਾਲ ਇਹ ਗੱਲਾਂ ਕਰਦੇ ਨੇ। ਹਾਂਜੀ ਹਾਂਜੀ, ਹੈ ਨਾ? ਕੋਈ ਵੀ ਕਰਦਾ ਹੋਏਗਾ। ਮੈਂ ਤੇ ਇੱਕ ਐਗਜ਼ਾਮਪਲ ਬਣਾਇਆ। ਟੌਂਟ ਕਰਨਾ, ਗਿਲੇ ਸ਼ਿਕਵੇ ਕਰਨਾ, ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਕ੍ਰੂਐਲਿਟੀ ਦੇ ਅੰਦਰ ਕਾਊਂਟ ਕਰਾਂਗੇ। ਉਹਦੇ ਅੰਦਰ ਸਟੇਬਿਲਿਟੀ ਨਹੀਂ ਹੈ, ਉਹ ਵਿਦਆਊਟ ਪੀਸ ਹੈ। ਰਾਈਟ, ਉਹ ਇਨਸਾਨ ਦੇ ਅੰਦਰ ਸ਼ਾਂਤੀ ਨਹੀਂ ਹੈ। ਅੱਛਾ, ਜਿਹੜੇ ਲੋਕੀ ਪਾਸਟ ਦੀ ਗੱਲ ਨੂੰ ਕੈਰੀ ਕਰਦੇ ਨੇ, ਜੋ ਲੋਕ ਪਾਸਟ ਦੀ ਗੱਲ ਨੂੰ ਕੈਰੀ ਕਰਦੇ ਨੇ ਨਾ, ਉਹ ਹਰ ਗੱਲ ਦੂਜੇ ਨੂੰ ਪੁਰਾਣੀ ਗੱਲ ਯਾਦ ਕਰਾਉਂਦੇ ਨੇ। ਪਹਿਲਾਂ ਆਪ ਆਪਣੇ ਤੇ ਜੀ ਦਿਆ ਨਹੀਂ ਕਰਦੇ ਨੇ, ਆਪ ਉਹ ਪਾਸਟ ਦੀ ਗੱਲ ਨੂੰ ਕੈਰੀ ਕਰ ਕਰਕੇ ਅੰਦਰੋਂ ਦੁਖੀ ਹੁੰਦੇ ਰਹਿੰਦੇ ਨੇ, ਕੁੜਦੇ ਰਹਿੰਦੇ ਨੇ, ਔਰ ਫਿਰ ਇਹਦਾ ਸਾਰਾ ਨਜ਼ਲਾ ਉਹਨਾਂ ਤੇ ਕੱਢਦੇ ਨੇ। ਫਰੀਦ ਜੀ ਕਹਿ ਰਹੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗ ਗਈ, ਪੱਲਾ ਸਭ ਪਿਛ ਪਾਏ। ਇਹਨੂੰ ਦੇਹੀ ਰੋਗ ਲੱਗ ਗਿਆ ਕਿ ਇਹ ਪਾਸਟ ਕੈਰੀ ਕਰਦਾ ਹੈ। ਪਾਸਟ ਦੀਆਂ ਗ੍ਰਜਿਸ, ਰਿਜ਼ੈਂਟਮੈਂਟਸ, ਸਾਰੀਆਂ ਫਾਈਲਾਂ ਇਕੱਠੀਆਂ ਕੀਤੀਆਂ ਹੋਈਆਂ। ਸੋ ਪਾਸਟ ਦੇ ਨਾਲ ਆਪਣੇ ਆਪ ਨੂੰ ਦੁਖੀ ਕਰਨਾ ਔਰ ਹੋਰਾਂ ਨੂੰ ਹਰਟਿੰਗ ਲੈਂਗੁਏਜ ਯੂਜ਼ ਕਰਨੀ is cruelty। ਪਰਾਇਆ ਹੱਕ ਖਾਦਾ ਹੈ ਨਾ, ਖੂਨ ਚੂਸਿਆ ਨਾ, ਕ੍ਰੂਐਲਿਟੀ ਤੇ ਹੈ। ਅਪਵਿੱਤਰ ਹੋ ਗਏ ਹੋ, ਹੁਣ ਤੇ ਕ੍ਰੂਐਲਿਟੀ ਹੀ ਕਰਾਂਗੇ, ਕ੍ਰੋਧ ਵੀ ਕਰਾਂਗੇ। ਪੜਿਆ ਸੀ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁੱਟੀ। ਅੱਛਾ, ਕ੍ਰੂਐਲਿਟੀ ਦਾ ਇਹ ਵੀ ਪਕਸ਼ ਹੈ ਕਿ ਅਸੀਂ ਨਿੰਦਾ ਵਿੱਚ ਇਨਵੋਲਵ ਹੋਵਾਂਗੇ। ਜੇ ਮੈਂ ਕ੍ਰੂਅਲ ਹਾਂ ਨਾ, ਤਾਂ ਅਮਨ ਜੀ, ਜੀ ਵੀਰ ਜੀ, ਜੇ ਮੈਂ ਕ੍ਰੂਅਲ ਹਾਂ ਤਾਂ ਮੈਂ ਦੂਜਿਆਂ ਦੀ ਨਿੰਦਾ ਕਰਾਂਗਾ।
अभी तक नहीं। म्यूट कर दो सब। बड़ी म्यूट आई थिंक मेहर सिंह दा। हाँ जी कैरी ऑन। हेलो जी कैरी ऑन। प्लीज जे मैं क्रूअल हाँ ना जी वीर जी, ਤਾਂ ਮੈਨੂੰ ਨਿੰਦਾ ਪਸੰਦ ਆਏਗੀ। ਮੈਂ ਕਿਸੇ ਨਾ ਕਿਸੇ ਬਹਾਨੇ ਨਿੰਦਾ ਕਰਾਂਗਾ, ਕਿਉਂਕਿ ਨਿੰਦਾ ਵਿੱਚ ਦੂਜੇ ਬੰਦੇ ਨੂੰ ਮੈਂ ਡਿਫੇਮ ਕਰਨਾ ਹੈ। ਜਦੋਂ ਮੇਰੇ ਸਾਹਮਣੇ ਖੜਾ ਹੁੰਦਾ ਤਾਂ ਤੇ ਮੈਂ ਉਹਨੂੰ ਬੁਰਾ ਭਲਾ ਕਹਿ ਕੇ ਉਹਨੂੰ ਨੀਵਾ ਪਾਉਂਦਾ ਹੀ ਹਾਂ, ਪਰ ਜੇ ਮੈਂ ਉਹਦੇ ਸਾਹਮਣੇ ਉਹਨੂੰ ਨਹੀਂ ਕਹਿ ਪਾਉਂਦਾ ਤਾਂ ਫਿਰ ਮੈਂ ਉਹਦੀ ਐਬਸੈਂਸ ਵਿੱਚ ਨਿੰਦਾ ਕਰਦਾ। ਇਹਦਾ ਮਤਲਬ करम ना सुने कहूं की निंदा सबते जाने आपस को मंदा मनु प्रैक्टिस नहीं आंदी तब मैं क्रूअल हो गया। हुन मैं डिफेम करन दी निंदा करांगा। राइट वीर जी। डज इट मेक सेंस? जी वीर। एक सवाल और आया वी जी, कह रहे ने कि हाउ टू गेट रिड ऑफ पास्ट दी कोई गल होए उस तो किस तरह छुटकारा पाया जा सकता है ਤੇ ਉਸਨੂੰ ਕਿਵੇਂ ਇਗਨੋਰ ਕਰੀਏ ਕਿ ਕਿਸੇ ਨੇ ਤੁਹਾਡੇ ਨਾਲ ਗਲਤ ਕੀਤਾ ਹੈ ਤਾਂ ਉਹਨੂੰ ਕਿਵੇਂ ਫੋਰਗਿਵ ਕਰੀਏ, ਹਾਊ ਟੂ ਫੋਰਗਿਵ ਦੈਟ ਪਰਸਨ ਜਿਹਨੇ ਤੁਹਾਡੇ ਨਾਲ ਕੁਝ ਗਲਤ ਕੀਤਾ। देखो हाउ टू की है, सिंपली फॉरगिव ही करना है, बस अपने मन अपने ते बुरा मिटा। इंज हो सकता है कि किसी ने मेरे को पैसे लेके मेरे पैसे वापस नहीं सी कीते तो मैं सीखना पहली गल कि मैं ऐसा धोखा किसी होर नाल नहीं करना जी। नंबर 1। नंबर 2, मैं ओनू अपने मन दे अंदर ये ध्यान करना है कि ठीक है भी मैं फ्यूचर ही जिहदे नाल बिजनेस नहीं करया करांगा, पैसे लैन देन नहीं करया करांगा, पर वो मनुख दे नाल मैं मन अंदर वैर नहीं पाना। मनु जेड़ा सब्जेक्ट सी वो सब्जेक्ट खत्म करना पेगा, मन अपने ते बुरा मिटाना, वरना वो वाला चैप्टर मैनू बॉदर करता रहेगा, वो किसी ना किसी और शेप विच निकलेगा। शायद वो ही नहीं कर पाते ਅਸੀਂ ਸਾਰੇ। we can't forget it। ਅਸੀਂ क्रूअल जो हाँ क्रूएलिटी च ਅਸੀਂ ਪਹਿਲਾਂ ਆਪਣੇ ਆਪ ਨੂੰ ਹਰਟ ਕਰਦੇ ਆ ਨਾ, ਉੜਦੇ ਰਹਿੰਦੇ ਆ ਨਾ ਉਹਦੇ ਬਾਰੇ, ਉਹਨੂੰ ਅੰਦਰ ਬੈਠੇ ਘਰ ਅੰਦਰ ਬੈਠ ਕੇ ਗਾਲਾਂ ਕੱਢਦੇ ਰਹਿੰਦੇ ਆ ਨਾ ਉਹਦੇ ਬਾਰੇ। ਹਾਂਜੀ ਕਰੈਕਟ ਰਾਈਟ ਜੀ। ਤੁਹਾਡੀ ਗੱਲ ਦੇ ਨਾਲ ਹੀ ਰਿਲੇਟਡ ਸਾਡੇ ਕੋਲ ਇੱਕ ਸਵਾਲ ਆ ਰਿਹਾ ਹੈ ਤੇ ਮੈਂ ਵੀ ਮਤਲਬ ਆਈ ਥਿੰਕ ਮੈਨੂੰ ਵੀ ਫੀਲ ਹੁੰਦਾ ਹੈ ਕਿ ਜਦੋਂ ਵੀ ਅਸੀਂ ਇਸ ਦੁਨੀਆ ਜੀਂਦੇ ਹਾਂ ਤਾਂ ਮਤਲਬ ਇੰਜ ਤੁਹਾਨੂੰ ਲੱਗਦਾ ਨਹੀਂ ਹੈ ਕਿ ਅਸੀਂ ਹਰ ਪਲ ਹਰ ਘੜੀ ਲੋਕਾਂ ਦੇ ਕੰਟੈਕਟ ਵਿੱਚ ਆਉਂਦੇ ਹਾਂ, ਰਾਈਟ? ਮੀਨਸ ਬਿਕੋਜ਼ whether we are at home, whether we are in office, whether we are anywhere in the world, we are always in some kind of interaction with other people. So normally log yahi puchde ne ki if we don't reply, don't you think this is a sign of weakness or we will be misunderstood? देखो ਇਹ ਜਿਹੜਾ ਅਸੀਂ सॉफ्ट होंदे आ ना जी, ਅਸੀਂ ਨਮਰਤਾ ਚ ਰਹਿੰਦੇ ਆ, ਅਸੀਂ ਉਹਨੂੰ ਟਿਟ ਫॉर ਟੈਟ ਔਰ ਐਗਰੈਸਿਵ ਹੋ ਕੇ ਗਾਲਾਂ ਨਹੀਂ ਕੱਢਦੇ ਆ, ਦੋ ਦੀਆਂ ਚਾਰ ਨਹੀਂ ਸੁਣਾਉਂਦੇ ਆ, राइट? ਇਹ ਵੀਕਨੈਸ ਨਹੀਂ ਹੈ। ਇਹ ਵਾਰੀਅਰ ਦਾ ਕੰਮ ਹੈ ਕਿ ਉਹ ਸਸਟੇਨ ਕਰਦਾ ਆਪਣੀ ਨਮਰਤਾ ਨੂੰ, ਆਪਣੀ ਪੋਲਾਈਟਨੈਸ ਨੂੰ, ਆਪਣੇ ਮਿੱਠੇ ਬੋਲ ਨੂੰ, ਆਪਣੀ ਕਾਈਂਡਨੈਸ ਨੂੰ। ਇਹ ਸੂਰਮੇ ਦਾ ਕੰਮ ਹੈ, ਇਹ ਵੀਕਨੈਸ ਨਹੀਂ ਹੈ। ਇਹ ਸਪਿਰਿਚੁਅਲਿਟੀ ਦੀ ਪਾਵਰ ਨੂੰ ਰਿਟੇਨ ਕਰਨਾ। Right. Make sense to you? Makes sense. I think you are really helping us to matlab, because I think for centuries वाहेगुरु जी का खालसा वाहेगुरु जी की फतेह। sorry Vijay, so I think for years I think this is how we are being taught in our families, in our schools and through various channels that ki sanu matlab we must retaliate। ਤੇ ਦੂਸਰਾ ਵੀ ਜੀ ਫਿਰ ਇੱਕ ਗੱਲ ਮੈਨੂੰ ਆਪਣਾ ਪਰਸਨਲ ਸਵਾਲ ਹੈ ਕਿ ਜੇ ਮੈਂ ਬੋਲ ਕੇ ਤੇ ਗੁੱਸਾ ਨਹੀਂ ਕੀਤਾ ਬਟ ਅਗਰ ਮੇਰੇ ਅੰਦਰ ਫਿਰ ਵੀ ਉਹ ਐਕਸ਼ਨ ਹੋਇਆ ਜੋ ਬੋਲ ਕੇ ਨਹੀਂ ਹੋਇਆ ਤਾਂ
even then that will be considered as cruelty. ਨਹੀਂ ਕ੍ਰੂਐਲਿਟੀ ਮੈਂ ਆਪਣੇ ਆਪ ਨੂੰ ਵੀ ਤੇ ਕ੍ਰਸ਼ ਕੀਤਾ ਨਾ, ਫਿਰ ਅੰਦਰ ਆਪਣੇ ਆਪ ਨੂੰ ਸਾੜ ਕੇ ਆਪਣੇ ਆਪ ਨੂੰ ਆਪਣੀ ਵੀ ਤੇ ਮੈਂ ਸਲੌਟਰ ਕਰ ਰਿਹਾ ਨਾ, ਕਸਾਈ ਬਣ ਰਿਹਾ ਆਪਣੇ ਆਪ ਤੇ। ਜੀ ਦਇਆ ਨਹੀਂ ਪਾਲੀ, ਆਪਣੇ ਆਪ ਤੇ ਪਹਿਲਾਂ ਦਇਆ ਕਰਨੀ ਪਏਗੀ। ਰਾਈਟ। ਪਰ ਅਮਨ ਜੀ ਸਭ ਤੋਂ ਪਹਿਲੀ ਗੱਲ ਤੇ ਇਹ ਵੇ ਕਿ ਅਸੀਂ 99% ਤੇ ਇਹ ਕਰਦੇ ਆ ਕਿ ਅਸੀਂ ਦੂਜੇ ਦੇ ਸ਼ੂਜ਼ ਪੈਰ ਪਾ ਕੇ ਉਹਦੀ ਥਿੰਕਿੰਗ ਵੱਲੋਂ ਸੋਚਦੇ ਆ, ਅਗਰ मैंने इसको जवाब ना दिया तो ये मेरे को डमी समझेगा, ये मेरे को मूर्ख समझेगा, टेक इट ग्रांटेड कर लेगा, मेरे को पागल समझेगा। इस करके पहली गल ते ਅਸੀਂ ਸਾਰਾ ਉੱਥੇ ਥਰੋ ਕਰਕੇ ਆਂਦੇ ਹੀ ਆ। ਰਾਈਟ। ਅੱਛਾ, ਪਰ ਹੁਣ ਅਸੀਂ ਆਈਏ ਆਪਣੇ ਘਰਾਂ ਦੇ ਅੰਦਰ ਜੀ। फर्ज करो पति उच्चा बोलता है, पति गालां कटदा है, पति कौड़ा बोलता है, पत्नी अगो जवाब नहीं देती है। ਇੱਥੇ ਤੱਕ ਤੇ ਅੱਛੀ ਗੱਲ ਨਾ, ਉਹ ਜਵਾਬ ਨਹੀਂ ਦਿੰਦੀ ਹੈ। ਰਾਈਟ, ਠੀਕ ਹੈ। ਪਰ ਜੇ ਪਤਨੀ ਨੂੰ ਇਹ ਗਲਤ ਸਮਝੇ ਕਿ ਆਈ ਐਮ ਮਿਸਿਸ ਰਾਈਟ, ਹੀ ਇਜ਼ ਆਲਵੇਜ਼ ਮਿਸਟਰ ਰੋਂਗ, ਜੀ ਹੈ ਨਾ, ਹੋ ਸਕਦਾ ਰੋਂਗ ਹੀ ਹੋਏ। ਮੈਂ ਪਤੀਆਂ ਦੀ ਫੇਵਰ ਦੀ ਨਹੀਂ ਗੱਲ ਕਰ ਰਿਹਾ, ਕਈ ਜਗ੍ਹਾ ਪਤੀ ਵੀ ਅੰਦਰ ਕੁੱਟਦੇ ਰਹਿੰਦੇ ਨੇ, ਗੱਲ ਪੀਂਦੇ ਰਹਿੰਦੇ ਨੇ। ਸੋ ਆਪੋਜ਼ਿਟ ਪਾਰਟੀ ਨੂੰ ਮਿਸ ਜੱਜ ਕਰਕੇ ਜਾਂ ਉਹਦੇ ਬਾਰੇ ਕੁਝ ਸੋਚ ਕੇ ਆਪਣੇ ਅੰਦਰ ਕੁੱਟਦੇ ਰਹਿਣਾ, ਇਹ ਤੇ ਸੁਣੇਗਾ ਹੀ ਨਹੀਂ, ਇਹ ਤੇ ਸੁਣੇਗੀ ਨਹੀਂ, ਇਹਨਾਂ ਨੇ ਤਾਂ ਮੰਨਣਾ ਹੀ ਨਹੀਂ ਹੈ। ਇਹਦਾ ਮਤਲਬ ਮੈਂ ਉਹ ਵਾਲੀ ਗੱਲ ਨੂੰ ਠੀਕ ਤਰੀਕੇ ਨਾਲ ਸਮਝਿਆ ਨਹੀਂ ਹੈ। ਮਨੂੰ पर का बुरा ना राखो चीत वाली गेम समझ आई ही नहीं है। मनु फिक्के नहीं बोलना वो वाली गेम समझनी है। अंदर ते मैं फिक्का बोल रहा ना। यस, देखो अमन जी, मेरे वास्ते ना इत्थे बैठ के आज बोलना बड़ा आसान है। जेड़े पति या पत्नी दे नाल ये वाली वापरदी है, वो बेचारे समझदे होणगे कि वो केड़े ओवन विच कुड़दे ने सड़दे ने। करेक्ट। yes. पर ਅਸੀਂ ਫਿਲਹਾਲ ਸਮਝ ਰਹੇ ਹਾਂ ਕਿ ਮੈਨੂੰ ਕਰੂਅਲ ਨਹੀਂ ਹੋਣਾ। ਸੋ ਸੋਲੂਸ਼ਨ ਕੀ ਬਣੇਗਾ ਵੀਰ ਜੀ? ਸੋਲੂਸ਼ਨ ਇਹ ਬਣੇਗਾ, ਮੈਂ ਦੂਜੀ ਪਾਰਟੀ ਨੂੰ ਚੇਂਜ ਨਹੀਂ ਕਰਨਾ। ਰਾਈਟ। ਜਦੋਂ ਦੂਜੀ ਪਾਰਟੀ ਦੇ ਦਿਮਾਗ ਅੰਦਰ ਇਹ ਆ ਜਾਂਦਾ ਹੈ ਇਹਨੂੰ ਚੇਂਜ ਕਰਨਾ ਹੈ, ਇੱਥੇ ਹੀ ਤਾਂ ਉਹ ਬਰੀਕ ਪੁਆਇੰਟ ਹੈ ਕਿ ਮੈਂ ਤੇ ਠੀਕ ਹੀ ਹਾਂ। मान जाने सब बात हो गया ही ना, जानत योगुन करे काई की कुशलात हाथ दी पुए परे, अपने आप ਨੂੰ ਤੇ ਠੀਕ ਸਮਝ ਹੀ ਲਿਆ ਨਾ। ਜੇ ਤੁਸੀਂ ਇਹਦੇ ਉਹਨੂੰ ਪਿੱਛੇ ਡਰੈਗ ਕਰਦੇ ਜਾਓਗੇ ਤਾਂ ਫਿਰ ਤਾਂ ਅਸੀਂ ਇਹ ਵੀ ਗੱਲਾਂ ਸਾਂਝ ਕਰਾਂਗੇ ਨਾ ਕਿ ਫਿਰ ਤੇ ਵਿਆਹ ਹੀ ਗਲਤ ਹੋਇਆ ਹੋਣਾ। ਯੈਸ, ਤਾਂ ਕ੍ਰਾਈਟੇਰੀਆ ਹੀ ਗਲਤ ਸੀ। ਉਹ ਤੇ ਫਿਰ ਗਲਤ ਤੰਦ ਜੋੜ ਕੇ ਅੱਜ ਟੱਬਰ ਇੱਥੇ ਤੱਕ ਪਹੁੰਚ ਗਿਆ ਕਿ ਉਹ ਗਾਲਾਂ ਕੱਢਦਾ ਸੀ, ਮੈਂ ਸੋਚਿਆ ਸੁੰਦਰ ਬੜਾ ਹੈ। ਉਹ ਭੈੜੇ ਬੋਲਦਾ ਸੀ, ਮੈਂ ਸੋਚਿਆ ਉਹਦੀ ਛਾਤੀ ਬੜੀ ਚੌੜੀ ਹੈ। ਮੇਰੇ ਘਰ ਵਾਲੇ ਫਿਲਮ ਦੇਖਣ ਨਹੀਂ ਜਾਣ ਦਿੰਦੇ ਸੀ, ਉਹ ਮੈਨੂੰ ਫਿਲਮ ਲੈ ਜਾਂਦਾ ਸੀ। ਮੈਨੂੰ ਮੋਟਰਸਾਈਕਲ ਤੇ ਬੈਠਣ ਦਾ ਸ਼ੌਕ ਸੀ, ਉਹ ਮੋਟਰਸਾਈਕਲ ਤੇ ਪਿੱਛੇ ਬਿਠਾ ਕੇ ਲੈ ਜਾਂਦਾ ਸੀ। ਕ੍ਰਾਈਟੇਰੀਆ ਤੇ ਗਲਤ ਸੀ ਨਾ ਪਹਿਲਾਂ ਹੀ। ਰਾਈਟ। ਉਹਦਾ ਨਾਂ ਸੀ ਰੱਖ ਲਿਆ, ਇਹ ਅਸਮਾਨ ਤੋਂ ਹੀ ਸੰਜੋਗ ਮਿਲੇ ਹੋਏ ਨੇ। Correct? Vijay, I'm apologizing. I'm asking you such a question, but मैं ਤੁਹਾਡੇ ਨਾਲ ਇਹ ਪੁੱਛਣਾ ਚਾਹਨਾ ਕਿ ਅਗਰ ਕ੍ਰਾਈਟੇਰੀਆ ਸਹੀ ਵੀ ਰੱਖਿਆ ਗਿਆ ਹੋਵੇ, means hypothetically I am just trying to understand from you ਕਿ let's ਮਤਲਬ ਜਦੋਂ ਕ੍ਰੀਏਟ ਕਰਦੇ let's discuss, ਤੁਸੀਂ ਮਤਲਬ ਸ਼ੁਰੂ ਤੋਂ ਜਿਹੜੀ ਕਹਾਣੀ ਗਲਤ ਚੱਲੀ ਸੀ ਉਹਦੇ ਬਾਰੇ ਤੇ ਸਾਡੇ ਸਾਰਿਆਂ ਨਾਲ ਸਾਂਝ ਕੀਤੀ। ਪਰ ਅਸੀਂ ਸੋਚੀਏ ਕਿ ਵੀ ਜਿਸ ਨੂੰ ਵੀ ਅਸੀਂ ਇੱਕ ਆਈਡੀਅਲ ਸਿਚੁਏਸ਼ਨ ਕਹਿੰਦੇ ਆ, ਵਿਆਹ ਕਰਨ ਵੇਲੇ ਦੋਨੋਂ ਲੁਕਿੰਗ ਇਨ ਵਨ ਡਾਇਰੈਕਸ਼ਨ ਸੀ, ਦੋਨਾਂ ਦੇ ਵਿਚਾਰ ਮਿਲਦੇ ਸੀ, ਦੋਨੋਂ ਸੱਚ ਵੱਲ ਪ੍ਰੇਰਿਤ ਸੀ। ਬਟ ਆਫਟਰ 5 years or 10 years ਅਗਰ ਸਿਚੁਏਸ਼ਨ ਆਪੋਜ਼ਿਟ ਜਾਂਦੀ ਹੈ ਤਾਂ ਫਿਰ ਉਸ ਸਿਚੁਏਸ਼ਨ ਵਿੱਚ ਕੀ ਕਰਨਾ ਚਾਹੀਦਾ ਹੈ? ਤੁਸੀਂ ਹਾਈਪੋਥੈਟੀਕਲ ਇਤਨੀ ਮੁਸ਼ਕਲ ਸਿਚੁਏਸ਼ਨ ਬਣਾ ਦਿੱਤੀ ਹੈ। ਪਹਿਲੀ ਗੱਲ ਤੇ ਮੈਨੂੰ ਕਦੀ ਇਸ ਤਰ੍ਹਾਂ ਕ੍ਰਾਈਟੇਰੀਆ ਵਾਲਾ ਮਿਲਿਆ ਹੀ ਨਹੀਂ ਕਪਲ
ਜਿਨ੍ਹਾਂ ਨੇ ਪਹਿਲਾਂ ਗੁੱਡ ਕੁਆਲਿਟੀਜ਼ ਡਿਸਕਸ ਕਰਕੇ ਆਪਣਾ ਵਿਆਹ ਕੀਤਾ ਹੋਵੇ। ਪਰ ਜੇ ਉਹਨਾਂ ਨੇ ਉਸ ਵੇਲੇ ਗੁੱਡ ਕ੍ਰਾਈਟੇਰੀਆ ਦੇਖ ਕੇ ਵਿਆਹ ਕੀਤਾ ਸੀ, ਉਹਨਾਂ ਦਾ ਤੇ ਸਿਚੁਏਸ਼ਨ ਆਏਗੀ ਨਹੀਂ ਜਿਹੜੀ ਵਰਸ ਸਿਚੁਏਸ਼ਨ ਦੀ ਤੁਸੀਂ ਗੱਲਾਂ ਕਰ ਰਹੇ ਹੋ ਕਿ ਉਹ ਗਾਲਾਂ ਕੱਢਦਾ ਹੈ, ਉਹ ਭੈੜੇ ਬੋਲ ਬੋਲਦਾ ਹੈ। ਰਾਈਟ, ਇਹ ਤੇ ਬਹੁਤ ਘੱਟ ਚਾਂਸਿਸ ਹੋ ਗਏ ਨਾ। ਯੈਸ। ਅੱਛਾ, ਤੁਸੀਂ ਬਹੁਤ ਮੁਸ਼ਕਿਲ ਵਾਲੀ ਇਕੁਏਸ਼ਨ ਬਣਾ ਕੇ ਪੇਸ਼ ਕਰ ਰਹੇ ਹੋ। ਮੈਨੂੰ ਤਾਂ ਸੌਖੇ ਸੌਖੇ ਸਵਾਲ ਨਹੀਂ ਆਉਂਦੇ, ਮੁਸ਼ਕਿਲ ਤੇ ਵੈਸੇ ਹੀ ਨਹੀਂ ਬਿਲਕੁਲ ਆਉਂਦੇ ਮੈਨੂੰ। ਮੇਰੇ ਵੀ ਤੇ ਆਪਣੀ ਜ਼ਿੰਦਗੀ ਅੰਦਰ ਬਿਹੇਵੀਅਰ ਅੰਦਰ ਕਿੰਨੇ ਸਾਰੇ ਫੇਲਿਅਰ ਹੋਣਗੇ। ਮੈਂ ਕੋਈ ਆਸਮਾਨ ਤੋਂ ਤਾਂ ਨਹੀਂ ਨਾ ਟਪਕਿਆ ਕਿ ਹਰ ਪ੍ਰੋਬਲਮ ਦੀ ਸੋਲੂਸ਼ਨ ਮੇਰੇ ਕੋਲ ਹੈ। ਮੈਂ ਵੀ ਤੁਹਾਡੇ ਵਾਂਗੂ ਸਿੰਪਲ ਇਨਸਾਨ ਆ। ਅਸੀਂ ਤੇ ਇਹ ਸਮਝ ਰਹੇ ਹਾਂ ਕਿ ਮੈਂ ਕਰੂਅਲ ਕਿੱਥੋਂ ਹੁੰਦਾ। ਮੈਂ ਕਰੂਅਲ ਹੁੰਦਾ ਕਿ ਮੈਂ ਅੰਦਰ ਖੁੱਦਾ ਰਹਿੰਦਾ, ਆਪਣੇ ਆਪ ਨੂੰ ਦੁਖੀ ਕਰਦਾ। ਜਿਹੜਾ ਆਪਣੇ ਆਪ ਨੂੰ ਦੁਖੀ ਨਹੀਂ ਕਰ ਰਿਹਾ, ਉਹ ਦੂਜਿਆਂ ਨੂੰ ਦੁਖੀ ਨਹੀਂ ਕਰੇਗਾ। ਸੋ ਪਹਿਲਾਂ ਅੰਦਰੋਂ ਕਰੂਅਲ ਹੁੰਦਾ ਹੈ, ਫਿਰ ਦੂਜਿਆਂ ਨੂੰ ਹਰਟ ਕਰਦਾ ਹੈ। ਰਾਈਟ, ਯੂ ਆਰ ਰਾਈਟ। ਅੱਜ ਦੇ ਟੌਪਿਕ ਅਸੀਂ ਸਮਝ ਰਹੇ ਹਾਂ ਉਹ ਅਨਸਟੇਬਲ ਹੈ, ਉਹਦੇ ਅੰਦਰ ਪੀਸ ਨਹੀਂ ਹੈ, ਉਹ ਆਪ ਢਹਿੰਦੀਆਂ ਗੱਲਾਂ 'ਚ ਰਹਿੰਦਾ, ਦੂਜਿਆਂ ਨੂੰ ਢਹਿੰਦੀਆਂ ਗੱਲਾਂ 'ਚ ਬੁਲੀ ਕਰਦਾ ਹੈ। ਉਹ ਕਰੂਅਲਿਟੀ ਜੀਵਨ ਜੀ ਰਿਹਾ ਹੈ। ਉਹ ਬਿਟਰ ਰਿਲੇਸ਼ਨਸ਼ਿਪ ਬਣਾਉਂਦਾ ਹੈ, ਭੈੜੇ ਬੋਲ ਬੋਲ ਕੇ, ਫਿੱਕੇ ਬੋਲ ਕੇ, ਟੌਂਟ ਕਰ ਕਰਕੇ, ਗਿਲੇ ਸ਼ਿਕਵੇ ਕਰ ਕਰਕੇ, ਪੁਰਾਣੀਆਂ ਗੱਲਾਂ ਯਾਦ ਕਰ ਕਰਕੇ, ਚੁਣ ਕੇ। ਯੈਸ। देखो फर्ज करो एक पति पत्नी ने आज ना सब्जी खराब बन गई है, या आज बाई चांस वो कह रही है आज ना सब्जी मैंने कोई बनाई नहीं है ना, तो एक तो सोल्यूशन है कि उन्हें माफ कर दईए जी। तो उन्हें कहिए चल अचार ते है ना, चल फुल के अंदर लूण पा के ना चाह नाल एवें रुखा खा ले। ऐ ते हो गया बड़ा सोहना वेला संभाल। या चलो बाहर चलते हैं खान, आजकल कोरोना करके नहीं जा सकते, गल हो रही सादगी विच आके वाला वेला टपा सकते हैं। लेकिन असी पता की करते हैं, तुमने तो उस दिन भी नहीं बनाई थी, तुम तो फलानी जगह चले गए थे, तू तो अपने मायके ही चली जाती है, तेरे को तो शौक ही नहीं है बनाने का। फिर असी पास्ट दिया गल्लां कर रहे हैं ना जी। अच्छा, वो पास्ट दी गल्लां छोड़िया ही नहीं। मैं तो मौका लभ रहा सी, जिस दिन सब्जी नहीं बनाएगी उस दिन मैं सारिया पुरानिया फाइलां खोल देंगा। एंड ही पत्नी सारी फाइलां सस दे नाल खोल दी और अपने पति दे नाल खोल दी है। गल कोई और चल रही होंदी है, सब्जेक्ट झगड़ा शुरू होया नॉर्थ दा, साउथ दियां फाइलां खोल के बैठ जाती है। होंदा है ना? राइट। क्योंकि असी अपने ते दया नहीं करते हैं, आप अंदर कुड़दे और क्रूअल होंदे हैं, और फिर असी दूसरे दे नाल बिटर बोलते हैं। सो अमन जी, मैं तुहानू वापस लेके चलता हाँ कि असी दूजी पार्टी बारे गल नहीं कर रहे हाँ। आज मैं सोच रहा हाँ मेरा खून कंटेमिनेटेड होया, मैं ग्रीडी लोपी होया, मैं क्रोध करता हाँ, इहदा मतलब मैं क्रूअल हाँ, मैं उच्चा बोलता हाँ, मैं क्रूअल हाँ, मैं दूसरे नू डोमिनेट करता हाँ, मैं क्रूअल हाँ। मेक सेंस? मेक सेंस। सो अपनी गल जी, जो दूसरे नू डोमिनेट करेगा वो चाहेगा, पहली गलती ओदे दिमाग विच आ गई, सारी दुनिया मेरे मुताबिक चला करे। सो ਜਿਹੜਾ ਦੂਜਿਆਂ ਨੂੰ ਡੋਮੀਨੇਟ ਕਰਦਾ ਹੈ ਨਾ, ਉਹ ਭਾਵੇਂ ਨੂੰ ਸੱਸ ਹੋਵੇ, ਦੋਵਾਂ ਚੋਂ ਕੋਈ ਕਿਸੇ ਨੂੰ ਡੋਮੀਨੇਟ ਕਰੇ, ਭਾਵੇਂ ਪਤੀ ਪਤਨੀ ਹੋਣ, ਭਾਵੇਂ ਬੌਸ EMPLOYEE ਹੋਣ, ਭਾਵੇਂ ਟੀਚਰ ਔਰ ਬੱਚੇ ਹੋਣ, ਤੇ ਭਾਵੇਂ ਬੱਚੇ ਆਪਣੇ ਮਾਪਿਆਂ ਨੂੰ ਡੋਮੀਨੇਟ ਕਰਨ। ਸਬਜੈਕਟ ਚੱਲ ਰਿਹਾ, if any one of them is cruel, he will dominate others, he will behave, he will have barbaric actions in his mind. Right. ਉਹਨੂੰ ਧਰਮ ਪੰਖ ਕਰ ਉਡੜ ਚੁੱਕਾ ਹੈ। ਅਸੀਂ ਜਿਹੜਾ ਪੜ੍ਹਦੇ ਆ ਨਾ, ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰਿਆ ਪ੍ਰਧਾਨ ਨੇ ਲਾ ਲਓ, ਉਹਦੇ ਕਹਿੰਦੇ ਨਾ ਪਾਪ ਕੀ ਜੰਜ ਲੈ ਕਾਬਲੋ ਤਾਇਆ।
ਉਹ ਸ਼ਬਦ ਦੇ ਅੰਦਰ ਦੱਸਿਆ ਹੀ ਇਹੀ ਹੋਇਆ, ਤੇਰਾ ਲੋਭ ਤੇ ਲੋਭ ਰਤ ਵਾਲਾ ਤੇਰਾ ਖੂਨ ਖਰਾਬ ਕਿਵੇਂ ਹੋਇਆ। ਰਾਈਟ, ਉਹ ਖੂਨ ਦਾ ਡਾਇਲਿਸਿਸ ਕਰਕੇ ਨਾ ਖੂਨ ਨੂੰ ਸਾਫ਼ ਕੀਤਾ ਉਸ ਸ਼ਬਦ ਦੇ ਅੰਦਰ। ਰਾਈਟ ਵੀਰ ਜੀ। ਸਾਡਾ ਖੂਨ ਖਰਾਬ ਹੈ। खून के सोइले गाविए नानक, रात का कुंगू पाए भी ला लो, मेनू खून साफ करना पेगा। मैं क्रूअल हाँ, मैं दूजे नू डोमिनेट करदा हाँ। मैं ना वर्ड्स बार बार रिपीट कर रहा क्योंकि ये असी अपना क्रूएलिटी वाला जेड़ा बिहेवियर है उसको बड़ा डीपली डिग कर करके अपने बारे सोच रहे हैं, एम आई क्रूअल और नॉट। राइट, ਅਸੀਂ ਤੇ अपने आप ਨੂੰ शरीफ ज्यादा धार्मिक दानी पुन्नी मान रहे हैं ना, आके हम तो बस काइंड हार्ट है ही हैं जी। पर मैं एक्सपेक्ट करता सारे मेरे ते दया करया करन। वैसे मैं कह रहा मैं दानी हाँ, मैं काइंड हार्ट हाँ। दूजिया नू देन वेले मैं अपना हाथ रोक लिया। क्रूएलिटी का ही पक्ष है क्योंकि खून लोभरत लग चुकी है। जदों खून लोभरत लग जाए ना तो असी लोगों का खून चूसते हैं। असी सब ने स्टोरी सुनी हुई है, जिस तरह आजकल दी स्टोरियां बन रही हैं ना कोरोना दियां। इंज 14वीं 15वीं सदी के अंदर इत्थे बाबर आया, बाबर ने जुल्म किया, बाबर ने लोगों को मारिया ना, समान लुट के लै गया ना, वो बाबर ने लोगों का खून ही तो चूसिया। राइट, सो असी जदों क्रूअल होंदे आ ना बाबर वांगू, असी बारबरिक एक्शंस करते हैं। राइट, अच्छा एक होर भी ढंग है, असी रुस जाते हैं, असी रोटी नहीं खाते, असी रुस के घरों चले जाते हैं। असी पति या पत्नी नू या बच्चियां नू या अपनी सस नू कहंदे हो मैं फाई दे के मर जाऊंगा, गड्डी लैन थले आ जाऊंगा, तुहाडा नाम लगा देंगा। ए क्रूएलिटी नहीं ते की है? स्किज़ोफ्रेनिया डॉक्टर सर्टिफिकेट देवेगा ता होवांगे कि असी रोज स्किज़ोफ्रेनिया वाला ही बिहेवियर कर रहे हैं। हाँ के नहीं क्रूअल? जी वीर जी। अगले नू कुछ भी नहीं किया, रोटी नहीं खाती, यस, मैं रुस के चला गया। वो सारे कुड़ते पे ने घर रोटी बनी हुई है, मैं रुस के चला गया। ए क्रूएलिटी है ना जी। पर पति शामी घर आया, डे टाइम विच नूं दी सस नाल लड़ाई हुई सी, फिर भी नूं ने रोटी पका दी। राइट, ठीक है, पकाण तो बाद शामी जदों खाण दा वेला आया ना जी, पा भी दी, आप नहीं खाती। ए क्रूएलिटी नहीं ते और की है? राइट, वो चाहती है कि पति रोटी खा के जदों बेडरूम में जाएगा फिर मैनू पंचिंग बैग बना के मैनू सारिया गल्लां सुनानियां। बच्चे कहेंगे मम्मी पापा बुला रहे हैं, मम्मी कहती पापा को बोल दो सिर दर्द हो रहा है, मैं नहीं खा सकती, मेरे को भूख नहीं आज। ए सारे क्रूअल एक्शन ही थे हन। जे पति रुस के चला जाता है, पति गल नहीं करता, पति उन्हें टॉन्ट करता है, पति अपनी सुसाइड करने वाली धमकियां देता है, वो क्रूएलिटी ते है। पर ये एंड क्रूएलिटी कर लेती है। यस, जब बच्चे, मम्मी आपको कितनी बारी बताया बार बार एक सवाल मत पूछा करो, मैंने आपको बोल दिया बस मेरी रोटी बना दिया करो। मम्मी पूछती है बेटा तुम्हारे लिए मैं वो वाली सब्जी बना दूं? मैंने कल आपको बोल दिया था, दोबारा भी पूछा है। ओ माय गॉड, ये कोई थाना है, ये कोई कैदी है यहाँ पे जो दोबारा बोल नहीं सकते हैं? गुलामी है यहाँ पे।
ਪਰ ਬੱਚੇ ਮੰਮੀ ਪਾਪਾ ਨੂੰ ਅੱਜ ਪਹਿਨਦੇ ਕਿ ਨਹੀਂ ਪਹਿਨਦੇ? ਅਮਨ ਜੀ ਦੱਸੋ। ਜੀ ਵੀਰ ਜੀ ਪਹਿਨਦੇ ਹਨ ਜੀ। ਜਦੋਂ ਅਸੀਂ ਘਰ ਨਹੀਂ ਨਾ ਹੁੰਦੇ ਤਾਂ ਘਰ ਦੇ ਜਿਹੜੇ ਬਜ਼ੁਰਗ ਨੇ ਨਾ, ਮੰਮੀ ਦਾਦਾ ਦਾਦੀ ਨਾਨਾ ਨਾਨੀ, ਉਹਨਾਂ ਨੂੰ ਵੀ ਪਹਿਨਦੇ ਨੇ। ਉਹ ਤੇ ਡਰੇ ਹੀ ਰਹਿੰਦੇ ਨੇ। ਉਹ ਕਹਿੰਦੇ ਨੇ ਇਹਦੇ ਕੋਲ ਤਾਂ ਬਚ ਕੇ ਹੀ ਰਹੋ, ਇਹਨੇ ਬੜਾ ਬੁਰੇ ਬੋਲ ਬੋਲੇ ਨੇ, ਮੈਂ ਤੇ ਆਪਣੀ ਇੱਜ਼ਤ ਆਪਣੇ ਹੱਥ ਰੱਖੀ ਹੋਈ ਹੈ, ਮੈਂ ਤੇ ਚੁੱਪ ਹੀ ਰਹਿੰਦਾ ਹਾਂ, ਹੈ ਨਾ ਵੀਰ ਜੀ? ਇਹੀ ਤੇ ਸਾਰੇ ਕ੍ਰੂਐਲਿਟੀ ਦੇ ਪੁਆਇੰਟਸ ਨੇ। ਕਥਾ ਪੁਨੀਤ ਨਾ ਚਾਲੀ ਹੋਏ ਨਹੀਂ, ਪਵਿੱਤਰ ਹੋਏ ਨਹੀਂ, ਹਿੰਸਾ ਤੋਂ ਮਨ ਤੇ ਛੁੱਟੀ ਨਹੀਂ। आस्तिक है कि नास्तिक है, सब्जेक्ट नहीं चल रहा। कौन से रिलीजन को बिलीव करता है, सब्जेक्ट नहीं चल रहा। कौन से कर्म कांड करता है, कौन से पाठ करता है, सब्जेक्ट नहीं चल रहा। कौन सी तूने वेशभूषा पहनी हुई है धार्मिक, सब्जेक्ट नहीं चल रहा। तेरा केड़ा लेबल है, विच रिलीजन यू बिलोंग टू, तो आपकी रेस कौन सी है, यह गल नहीं चल रही। इंसानियत दी गल चल रही है। ठीक कह रहे हैं अमन जी? जी लिसनिंग टू यू ਤੇ ਇੰਜ ਹੀ ਲੱਗਦਾ ਹੈ ਕਿ ਵੀ ਅਸੀਂ ਸਾਰੇ ਹੀ ਕਰੂਅਲ ਹੀ ਹੈਗੇ at one point or another point. I am feeling like that. Yes. For me the tip of the iceberg today was when you said ਕਿ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਇਹ ਤੇ ਗੱਡੀ ਚਲਾਉਂਦਾ ਹੈ, ਜਾਂ mean somebody who is my subordinate who does a job where he is paid less, and this happens to me quite a lot of time. ਤਾਂ ਮੈਨੂੰ ਨਹੀਂ ਲੱਗਦਾ ਕਿ ਯਾਰ ਅਸੀਂ ਇਹਨੂੰ ਕੀ ਪਤਾ ਹੋਏਗਾ, ਇਹ ਤੇ 5000 ਜਾਂ 10000 ਰੁਪਏ ਮਹੀਨੇ ਕਮਾਉਂਦਾ, ਇਹਨੂੰ ਬੜਾ ਕੋਈ ਅਕਲ ਹੋਣੀ। ਬਟ ਟੁਡੇ ਆਈ ਰਿਅਲਾਈਜ਼ ਕਿ ਇਹ ਕ੍ਰੂਐਲਿਟੀ ਹੈ। ਜਿਹੜਾ ਥੋੜੇ ਕਮਾਉਂਦਾ ਹੈ ਨਾ, ਉਹਦੇ ਨਾਲ ਅਸੀਂ ਸ਼ੇਅਰ ਵੀ ਕਰ ਸਕਦੇ ਹਾਂ, ਉਹਨੂੰ ਆਈਡੀਆ ਵੀ ਦੇ ਸਕਦੇ ਹਾਂ ਕਿ ਤੂੰ ਆਪਣੇ ਇਸੀ ਲਿਮਿਟਿਡ ਟਾਈਮ ਦੇ ਅੰਦਰ, ਆਪਣੀ ਲਿਮਿਟੇਸ਼ਨਸ ਦੇ ਅੰਦਰ ਤੂੰ ਕਿਸ ਤਰ੍ਹਾਂ ਹੋਰ ਕਮਾ ਸਕਦਾ ਹੈ। ਬਜਾਏ ਦੇ ਕਿ ਅਸੀਂ ਉਹਨੂੰ ਟੌਂਟ ਕਰੀਏ ਤੂੰ ਘੱਟ ਕਮਾਉਣਾ ਹੈ, ਤੈਨੂੰ ਅਕਲ ਨਹੀਂ ਹੈ, ਤੂੰ ਘਰ ਬੈਠਾ ਰਹਿਣਾ ਹੈ। ਅਸੀਂ ਇਹ ਗੱਲਾਂ ਕਰਦੇ ਆ ਨਾ ਲੋਕਾਂ ਨੂੰ। ਹਮੇਸ਼ਾ ਜਦੋਂ ਬੱਚਾ ਪੜ੍ਹ ਲੈਂਦਾ ਹੈ, ਉਹਦੇ ਕੰਮ ਦੀ ਉਹਨੂੰ ਜੌਬ ਨਹੀਂ ਮਿਲਦੀ ਹੈ, ਉਹਦੀ ਚੁਆਇਸ ਦੀ, ਜਿਹੜੀ ਉਹ ਪੈਸ਼ਨੇਟ ਹੋ ਕੇ ਕਰ ਸਕਦਾ ਹੈ। ਉਹ ਘਰ ਬੈਠਦਾ ਹੈ, ਮਾਂ ਪਿਓ ਉਹਨੂੰ ਟੌਂਟ ਕਰਦੇ ਰਹਿੰਦੇ ਨੇ, ਹਰ ਵੇਲੇ ਬੈਠਾ ਰਹਿੰਦਾ ਹੈ, ਬਾਹਰ ਨਹੀਂ ਜਾਂਦਾ, ਕੰਮ ਨਹੀਂ ਕਰਦਾ, ਵੇਲੀਆਂ ਤੋੜਦਾ ਹੈ, ਪਤਾ ਨਹੀਂ ਕਿਹੜੀ ਪੜ੍ਹਾਈ ਕੀਤੀ ਹੈ, ਇਹਨੂੰ ਕਿਹਾ ਸੀ ਉਹ ਸਬਜੈਕਟ ਨਾ ਲੈ, ਫਲਾਣਾ ਲੈ। ਇਹ ਸਾਰੀ ਅਸੀਂ ਕਰੂਐਲਿਟੀ ਕਰਕੇ ਉਸ ਨੌਜਵਾਨ ਦਾ ਦਿਲ ਢਾਂਦੇ ਆ ਕਿ ਨਹੀਂ। ਜੀ ਵੀਰ ਜੀ। Why we are supposed to impose on him ਕਿ ਉਹ ਕੀ ਕਰੇ? ਪਿਆਰ ਕਿਉਂ ਨਹੀਂ ਕਰ ਸਕਦੇ? ਉਹਦੇ ਦਿਲ ਦੀ ਪੁੱਛ ਸਕਦੇ ਆ, ਉਹਨੂੰ ਜੱਫੀ ਪਾ ਸਕਦੇ ਆ, ਉਹਨੂੰ ਪਿਆਰ ਕਰ ਸਕਦੇ ਆ, ਉਹਨੂੰ ਕਹਿ ਸਕਦੇ ਆ ਬੇਟਾ ਘਬਰਾ ਨਹੀਂ, ਅਸੀਂ ਤੇਰੇ ਨਾਲ ਆ, ਇਹ ਸਾਰਾ ਘਰ ਤੇਰਾ, ਬੱਚੇ ਤੇਰੇ ਮੰਮੀ ਪਾਪਾ ਤੇ ਹੈ, ਸ਼ੁਕਰ ਹੈ, ਰਲ ਕੇ 2 ਰੋਟੀਆਂ ਖਾ ਲਾਂਗੇ, ਯੂ ਡੋਂਟ ਵਰੀ। ਇੰਜ ਵੀ ਤੇ ਕਹਿ ਸਕਦੇ ਆ, ਪਰ ਸਾਡਾ ਕਰੂਐਲਿਟੀ ਦਾ ਜਾਨਵਰ ਬਾਹਰ ਆ ਜਾਂਦਾ ਹੈ। ਵੀ ਜੀ ਕੀ ਕਰੂਅਲ ਬੰਦਾ ਕਾਵਰਡ ਵੀ ਹੁੰਦਾ ਹੈ? ਹਾਂਜੀ जी भावना जी का कोई क्वेश्चन है, शी वांट्स टू आस्क यू। भावना जी अपना अनम्यूट करके क्वेश्चन पूछ लो। हेलो। हाँ जी। वाहेगुरु जी की खालसा फतेह जी। I have a question. Anybody who is who's trying to demean someone, या ਉਹਦੀ ਗੱਲ ਨਹੀਂ ਸੁਣਦਾ, ਜਾਂ ਉਹਨੂੰ ਬਾਰ-ਬਾਰ ਇਹੀ ਕੁਐਸਚਨ ਕਰਦਾ ਹੈ ਤੁਸੀਂ ਕੀਤਾ ਕੀ ਹੈ, ਔਰ ਆਪਣੀ ਗੱਲ ਮਨਵਾਉਣਾ ਚਾਹੁੰਦਾ ਹੈ, ਉਹਦੀ ਵੈਲਿਊ ਨਹੀਂ ਕਰਦਾ, ਉਹਦੀ ਪੋਜੀਸ਼ਨ ਨਹੀਂ ਸਮਝਦਾ, ਜਾਂ ਉਹਦੀ ਓਪੀਨੀਅਨਸ ਨੂੰ ਐਕਸੈਪਟ ਨਹੀਂ ਕਰਦਾ, ਜਾਂ ਦੂਜਾ ਕੀ ਕਹਿਣਾ ਚਾਹੁੰਦਾ ਉਹਨੂੰ ਉਹ ਸੁਣਦਾ ਨਹੀਂ ਹੈ, ਬਸ ਉਹ ਆਪਣੀ ਜ਼ਿੱਦ ਤੇ ਅਟਕਿਆ ਰਹਿੰਦਾ ਹੈ, ਔਰ ਦੂਜੇ ਨੂੰ ਟੈਸਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਾਂ ਉਹਦੀ ਸਿਚੁਏਸ਼ਨ ਦਾ ਐਡਵਾਂਟੇਜ ਲੈਂਦਾ ਹੈ। Is that not cruelty? It is. Height of cruelty है। ਉਹ schizophrenia है। इस सिचुएशन में दूसरे ਨੂੰ किस तरह समझाना चाहिए?
ਦੇਖੋ ਜਿਹੜਾ ਵਿਕਟਿਮ ਮੈਂ ਉਹਦੇ ਸਮਝਾ ਹੀ ਨਹੀਂ ਸਕਦਾ ਨਾ, ਕਿਉਂਕਿ ਉਹ ਉਹਦੇ ਤੇ ਡੋਮੀਨੇਟ ਕਰਕੇ ਉਹਦੇ ਉੱਤੇ ਇਸ ਤਰੀਕੇ ਨਾਲ ਆਪਣੀ ਕ੍ਰੂਐਲਿਟੀ ਦਾ ਰਾਜ ਕਰ ਰਿਹਾ, ਉੱਤੇ ਬਾਰਬਰਿਕ ਐਕਸ਼ਨ ਕਰ ਰਿਹਾ। ਜਦੋਂ ਬਾਬਰ ਇੱਥੇ ਆਇਆ ਸੀ ਇੰਡੀਆ ਵਿੱਚ, ਕੋਈ ਬਾਬਰ ਨੂੰ ਪਕੜ ਕੇ ਸਮਝਾ ਪਾ ਰਿਹਾ ਸੀ? No. No. तो ਇਹ ਗੱਲ ਤੇ ਚੱਲ ਹੀ ਨਹੀਂ ਰਹੀ ਕਿ ਅਸੀਂ ਉਹਨੂੰ ਕਿਵੇਂ ਸਮਝਾਈਏ। ਅਸੀਂ ਤੇ ਸਬਜੈਕਟ ਇਹ ਸਿੱਖ ਰਹੇ ਹਾਂ ਕਿ ਉਹ ਵਾਲਾ ਕੰਮ ਮੈਂ ਨਹੀਂ ਕਰਨਾ। ਪਰ ਕੋਈ ਸਿਚੁਏਸ਼ਨ ਵਿੱਚ ਕੋਈ ਕਿਸੇ ਨੂੰ ਕਿਸ ਤਰ੍ਹਾਂ ਹੈਲਪ ਕਰ ਸਕਦਾ ਹੈ ਜਾਂ ਉਸ ਸਿਚੁਏਸ਼ਨ ਵਿੱਚੋਂ ਕਿਸ ਤਰ੍ਹਾਂ ਫਿਕਸ ਅਪ ਕੀਤਾ ਜਾ ਸਕਦਾ ਹੈ? ਹਾਂ, ਤੇ ਅਸੀਂ ਆਪ ਸਟੇਬਲ ਰਵਾਂਗੇ ਔਰ ਉਹਦੇ ਨਾਲ ਅਸੀਂ ਪਿਆਰ ਦਾ ਬਿਹੇਵੀਅਰ ਰੱਖਾਂਗੇ, ਉਹਦੇ ਨਾਲ ਰੁੱਸਾਂਗੇ ਵੀ ਨਹੀਂ ਔਰ ਆਪਣੇ ਵੱਲੋਂ ਆਪਣੀ ਪੇਸ਼ੈਂਸ ਦੀ ਇੰਤਹਾ ਰੱਖਾਂਗੇ। ਸਬਰ ਅੰਦਰ ਸਾਬਰੀ ਇਹ ਤਾਨੇ ਮੈਂ ਜਲੀਨ ਕਰਾਂਗੇ। ਅਸੀਂ ਆਪਣਾ ਗੋਡ ਦਾ ਪੱਲਾ ਤੇ ਨਹੀਂ ਛੋੜਾਂਗੇ ਨਾ। ਹੁਣ ਨਜੀ ਖੁਦਾਏ ਦੇ ਭੇਤ ਨਾ ਕਿਸੇ ਦਿਨ, ਉਹ ਆਪਣੀ ਪੇਸ਼ੈਂਸ ਨੂੰ ਤੇ ਬਰਕਰਾਰ ਰੱਖਣਗੇ ਹੀ ਨਾ। ਪਰ ਆਪਣੇ ਕੰਮ ਦੀ, ਆਪਣੀ ਐਫਰਟਸ ਦੀ ਵੀ ਤੇ ਵੈਲਿਊ ਹੋਣੀ ਚਾਹੀਦੀ ਹੈ ਨਾ, ਦੂਜੇ ਨੂੰ ਵੀ ਉਹਦੀ ਕੰਮ ਦੀ ਐਫਰਟਸ ਦੀ ਵੈਲਿਊ ਹੋਣੀ ਚਾਹੀਦੀ ਹੈ। ਹਾਂ ਭਾਵਨਾ ਜੀ, ਜੇ ਮੈਨੂੰ ਇਹ ਗੱਲ ਸਮਝ ਆਏ ਤਾਂ ਮੈਂ ਇਹ ਵਾਲਾ ਐਕਸ਼ਨ ਅਕੋਰਡਿੰਗ ਟੂ ਦੈਟ ਕਰਾਂਗਾ ਜੋ ਤੁਸੀਂ ਕਹਿਣਾ ਚਾਹੁੰਦੇ ਹੋ। ਪਰ ਜੇ ਕੋਈ ਇਨਸਾਨ ਨਾ ਸਮਝੇ ਤਾਂ ਮੈਂ ਉਹਨੂੰ ਕਿਵੇਂ ਸਮਝਾਵਾਂ? ਅਸੀਂ ਕਿਸੇ ਨੂੰ ਸਮਝਾਉਣ ਬਾਰੇ ਬੈਠੇ ਹੋਏ ਹਾਂ ਅੱਜ। I have seen a lot of people who are struggling with this. ਹਾਂ, ਤਾਂ ਇਹ ਤਾਂ ਜਿਹੜਾ ਕਲੀਨਿਕ ਵਿੱਚ ਆਏਗਾ ਉਹ ਡਾਕਟਰ ਕੋਲ ਦਵਾਈ ਲਏਗਾ ਨਾ। As a person, can I help somebody for this? ਹਾਂਜੀ, As a person, can I help someone? Sure, ਤੁਹਾਡੀ ਐਸੀ ਕਪੈਸਿਟੀ, ਤੁਹਾਡੀ ਐਸੀ ਪਰਸਨੈਲਿਟੀ ਹੋਵੇ ਕਿ ਦੂਜਾ ਤੁਹਾਨੂੰ ਪਿਆਰ ਨਾਲ, ਨਮਰਤਾ ਨਾਲ ਪੁੱਛੇ ਤਾਂ ਉਹਨੂੰ ਬੜੇ ਪਿਆਰ ਨਮਰਤਾ ਨਾਲ ਸਮਝਾ ਦਿਓ। But ਉਹਦੇ ਵਾਸਤੇ ਉਹਦੀ ਲਿਸਨਿੰਗ ਖੁੱਲੀ ਹੋਣੀ ਚਾਹੀਦੀ ਹੈ ਨਾ, as far as I understand. ਹਾਂਜੀ ਭਾਵਨਾ ਜੀ, ਇਸ ਵੇਲੇ ਨਾ ਅਸੀਂ ਉਹਦੀ ਲਿਸਨਿੰਗ ਖੋਲਣ ਵਾਸਤੇ ਉਹਨੂੰ ਜ਼ਬਰਦਸਤੀ ਪਕੜ ਕੇ ਕਲੀਨਿਕ ਦੇ ਅੰਦਰ ਨਹੀਂ ਲਿਆ ਸਕਦੇ ਨਾ। Correct. ਅਸੀਂ ਤੇ ਆਪਣਾ ਸਿੱਖ ਰਹੇ। Okay, thank you Vichi. ਆਪਣੇ ਸਿੰਪਟਮਸ ਦੀ ਡਿਸਕਸ਼ਨ ਕਰ ਰਹੇ ਹਾਂ ਕਿ ਮੈਂ ਕਰੂਅਲ ਹਾਂ ਕਿ ਨਹੀਂ। Okay. ਵਿਜੀ ਜੁਜਾ, ਦਿਲਮੋਹਨ ਦੇ ਪਾਪਾ ਕੁਝ ਬੋਲਣਾ ਚਾਹੁੰਦੇ ਨੇ। ਜੀ ਵੀਰ ਜੀ ਪਲੀਜ਼। ਮੇਰੇ ਖਾਲਸਾ ਵਾਹਿਗੁਰੂ ਫਤਿਹ ਵੀਰ ਜੀ। ਹਾਂਜੀ ਡੈਡੀ ਜੀ, ਮੰਮੀ ਜੀ, ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਸਤਿਕਾਰ। ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਵੀਡੀਓ ਕਾਨਫਰੰਸਿੰਗ, ਇਹ ਬੜਾ ਅੱਛਾ ਲੱਗਿਆ। ਥੈਂਕ ਯੂ। ਇਸ ਕਰਕੇ ਅਸੀਂ ਜੁੜ ਵੀ ਪਾ ਰਹੇ ਹਾਂ ਤੇ ਕਈ ਵਾਰ ਨਹੀਂ ਜਾ ਪਾਉਂਦੇ ਪ੍ਰੋਗਰਾਮ 'ਚ। ਤੇ ਇਹਨੂੰ ਕੰਟੀਨਿਊ ਰੱਖਣਾ, ਕਰੋਨਾ ਤੋਂ ਬਾਅਦ ਵੀ ਰਿਕੁਐਸਟ ਹੈ, ਤਾਂ ਕਿ ਸਾਰੇ ਦੇ ਸਭ ਜੁੜਦੇ ਰਹਿਣ ਤੁਹਾਡੇ ਨਾਲ। दूसरा एक क्वेश्चन सी मेरा इसी से थोड़ी बड़ा अच्छा टॉपिक है क्रूअल्टी का, ਉਹਦੇ ਬਾਰੇ ਮੈਂ ਥੋੜਾ ਹੀ ਪੁੱਛਣਾ ਚਾਹੁੰਦਾ ਸੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੋਈ ਕਰੂਅਲਟੀ ਕਰ ਰਿਹਾ ਤੇ ਤੁਸੀਂ ਨਹੀਂ ਕਰਦੀ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਕਈ ਵਾਰ ਸਿਚੁਏਸ਼ਨ ਐਸੀ ਹੁੰਦੀ ਹੈ, ਸਪੋਜ਼ ਆਫਿਸ ਵਿੱਚ ਜਾਂ ਪਬਲਿਕ ਪਲੇਸ ਤੇ ਕੋਈ ਆਦਮੀ ਤੁਹਾਨੂੰ ਕਰੂਅਲਟੀ ਕਰ ਰਿਹਾ, ਬੋਲ ਰਿਹਾ ਹੈ, ਉਹ ਗਲਤ ਇਲਜ਼ਾਮ ਲਗਾ ਰਿਹਾ, ਬਹੁਤ ਉਲਟਾ ਸਿੱਧਾ ਬੋਲ ਰਿਹਾ ਜਿੱਦਾਂ ਸਾਡਾ ਕੋਈ ਸੰਬੰਧ ਨਹੀਂ, ਸਾਡਾ ਕੋਈ ਮਤਲਬ ਨਹੀਂ। ਅਸੀਂ ਚੁੱਪ ਰਹਿੰਦੇ ਹਾਂ, ਅਸੀਂ ਪੇਸ਼ੈਂਸ ਰੱਖਦੇ ਹਾਂ, ਚਲੋ ਠੀਕ ਹੈ, ਜੋ ਕਹਿ ਰਿਹਾ ਠੀਕ ਹੈ। लेकिन उसका एक कई बार होंगे कि आस पास वाले जो ऑफिस से हैं या हो रहे हैं, वो समझते हैं कि बंदा वाकई गलत होएगा, जब कह जा रहा बोल नहीं रहा, वाकई गलत ही होएगा, जब नहीं तो जवाब देंदा कुछ जवाब नहीं दे रहा, चुप है, इतना लगता है कुछ गड़बड़ की होनी। ਤੇ ਉਹਦੇ ਬਾਰੇ ਕਿਸ ਤਰ੍ਹਾਂ ਉਹਨੂੰ ਅਸੀਂ ਸਿਚੁਏਸ਼ਨ ਨੂੰ ਹੈਂਡਲ ਕਰੀਏ ਕਿ ਸਾਡੀ ਗੱਲ ਨੂੰ ਸਮਝ ਆ ਕਿ ਗਲਤ ਨਹੀਂ ਹੈ? ਡੈਡੀ ਜੀ, ਜੇ ਅਸੀਂ ਗਲਤ ਨਹੀਂ ਆ ਤੇ ਅਸੀਂ ਆਪਣਾ ਪੁਆਇੰਟ ਜਿਹੜਾ ਆਫਿਸ ਦਾ ਤੁਸੀਂ ਸੀਨ ਰੱਖਿਆ, ਉਸ ਸੀਨ ਵਿੱਚ ਅਸੀਂ ਆਪਣਾ ਪੁਆਇੰਟ ਗ੍ਰੇਸਫੁਲੀ ਤੇ ਰੱਖਾਂਗੇ ਨਾ। ਅਸੀਂ ਤੇ ਇਹ ਗੱਲ ਕਰ ਰਹੇ ਹਾਂ ਕਿ ਉਹ ਗਾਲਾਂ ਕੱਢ ਕੇ, ਉੱਚਾ ਬੋਲ ਕੇ, ਭੈੜੇ ਬੋਲ ਬੋਲਦਾ ਤੇ ਮੈਂ ਉਹ ਬੋਲ ਨਹੀਂ ਬੋਲਦਾ। ਜੀ ਉਹ ਤਾਂ ਠੀਕ ਹੈ। ਪਰ ਜਦੋਂ ਮੈਨੂੰ ਪੁੱਛਿਆ ਜਾਏ, ਜਿਹੜੇ ਆਸ-ਪਾਸ ਵਾਲੇ ਨੇ ਉਹ ਮੇਰੇ ਬਾਰੇ ਅਸੈਸ ਕਰ ਰਹੇ ਨੇ ਕਿ ਇਹ ਝੂਠਾ ਹੋਏਗਾ ਤਾਂ ਹੀ ਨਹੀਂ ਬੋਲ ਰਿਹਾ, ਹਾਂਜੀ, ਤਾਂ ਅਸੀਂ ਆਪਣਾ ਪਕਸ਼ ਸਿੰਸੀਅਰਲੀ, ਗ੍ਰੇਸਫੁਲੀ ਤੇ ਰੱਖਾਂਗੇ ਨਾ। ਜੀ। ਪਰ ਹੁਣ ਦੂਜਾ ਕੁਐਸਚਨ ਆ ਜਾਏਗਾ, ਹਾਂਜੀ, ਕਿ ਕਿਹਦੇ ਅੱਗੇ ਰੱਖੀਏ? ਹਾਂਜੀ। ਉਹ ਉੱਚੇ ਭੈੜੇ ਬੋਲ ਰਿਹਾ, ਹਾਂਜੀ, ਔਰ ਇਹ ਸਾਰੇ ਉਹਦੇ ਕੋਲੋਂ ਉਹਦੀ ਚਮਚਾਗਿਰੀ ਕਰਦੇ ਨੇ, ਹਾਂਜੀ, ਹੈ ਨਾ ਜੀ। ਤਾਂ ਫਿਰ ਅਸੀਂ ਆਪਣਾ ਪੇਪਰ ਵਿੱਚ ਲਿਖ ਕੇ ਆਪਣੀ ਹਾਇਰ ਮੈਨੇਜਮੈਂਟ ਨਾਲ ਸਾਂਝ ਤੇ ਕਰਾਂਗੇ ਨਾ ਕਿ ਇਹ ਰਿਐਲਿਟੀ ਇੰਜ ਹੈ। ਜੀ ਹਾਂਜੀ ਡੈਡੀ ਜੀ, ਪਰ ਜਦੋਂ ਅਸੀਂ ਇਹ ਵਾਲੇ ਸਬਜੈਕਟ ਡਿਸਕਸ ਕਰਦੇ ਹਾਂ ਨਾ, ਹਾਂਜੀ,
ਇਹ ਅਸੀਂ ਡਿਸਕਸ ਇसी ਕਰਕੇ ਕਰਦੇ ਹਾਂ ਕਿ ਹਰ ਕੋਈ ਆਪਣੇ ਨਾਲ ਰਿਲੇਟ ਕਰੇ। ਜੀ ਜੀ। ਉਹ ਜਿਹੜਾ ਬੌਸ ਤੰਗ ਕਰ ਰਿਹਾ ਹੈ, ਹਾਂਜੀ, ਜੇ ਉਹ ਵੀ ਰਿਲੇਟ ਕਰੇ ਹਾਂਜੀ, ਕਿ ਮੈਂ ਇਹਦੇ ਨਾਲ ਬੈਡ ਬਿਹੇਵ ਕਰ ਰਿਹਾ, ਬਲੇਮ ਵੀ ਲਗਾ ਰਿਹਾ, ਮੈਂ ਇਹਦਾ ਖੂਨ ਚੂਸ ਰਿਹਾ, ਜੀ ਜੀ ਇਹ ਕਰੂਐਲਿਟੀ ਹੈ। ਜੀ, ਉਹ ਤੇ ਠੀਕ ਹੈ। ਜੇ ਉਹ ਰਿਅਲਾਈਜ਼ ਕਰ ਰਹੇ ਮੇਰੇ ਉੱਪਰ ਵਾਲਾ ਮੇਰੇ ਨਾਲ ਇੰਜ ਕਰੇ ਤਾਂ ਇਹ ਕਰੂਐਲਿਟੀ ਹੈ। ਜੀ ਜੀ ਮੇਰੇ ਕੋਲ ਬਰਦਾਸ਼ਤ ਨਹੀਂ ਹੋਏਗਾ ਜੋ ਉੱਪਰ ਵਾਲਾ ਇੰਜ ਕਰੇ, ਜੀ ਜੀ ਤਾਂ ਫਿਰ ਉਹ ਸੁਧਰ ਜਾਏਗਾ। ਜੀ ਜੀ ਜੀ। ਇਹ ਤੇ ਹੁੰਦਾ ਹੀ ਤਾਂ ਹੈ ਕਿਉਂਕਿ ਅਸੀਂ ਜੋ ਸਾਰੀ ਦੁਨੀਆ ਦਾ ਇਨਸਾਨੀਅਤ ਦਾ ਧਰਮ ਹੈ ਨਾ, ਅਸੀਂ ਉਹਦਾ ਪੱਲਾ ਫੜਿਆ ਹੀ ਨਹੀਂ ਨਾ ਹੋਇਆ। ਜੀ ਜੀ। ਸੋ ਜਦ ਅਸੀਂ ਉਹਦਾ ਪੱਲਾ ਫੜਦੇ ਹਾਂ ਤਾਂ ਅਸੀਂ ਦੂਜਿਆਂ ਨੂੰ ਚੇਂਜ ਨਹੀਂ ਕਰਦੇ ਹਾਂ, ਸਿਰਫ ਆਪ ਚੇਂਜ ਹੋ ਕੇ ਜੇ ਮੈਂ ਬੌਸ ਬਣ ਜਾਵਾਂ ਤੇ ਮੈਂ ਉਂਝ ਨਹੀਂ ਕਰਾਂਗਾ। ਜੀ। ਇਹ ਸਾਰੀ ਦੁਨੀਆ, ਇਹਨੂੰ ਹੀ ਜਗਤ ਜਲੰਦਾ ਕਹਿੰਦੇ ਨਾ, ਜਗਤ ਸਾਰਾ ਸੜ ਰਿਹਾ ਨਾ। ਜੀ ਜੀ। ਇਹ ਸੜ ਮੇਰਾ ਇਸ ਕਰਕੇ ਸੜ ਰਿਹਾ ਕਿ ਮੈਂ ਅੰਦਰੋਂ ਸੜਦਾ। ਹਾਂਜੀ। ਉਹ ਬੌਸ ਜਿਹੜਾ ਉਹ ਅੰਦਰੋਂ ਸੜਦਾ ਹੈ। ਜੀ ਜੀ। ਅਸੀਂ ਸਾਰੇ ਇੱਕ ਇੱਕ ਬੰਦਾ ਰਲ ਕੇ ਸੜਦੇ ਹਾਂ ਤਾਂ ਸਾਰੇ ਜਗਤ ਨੂੰ ਅਸੀਂ ਨਰਕ ਦੀ, ਦੋਜ਼ਖ ਦੀ ਅੱਗ ਬਣਾਇਆ ਹੋਇਆ। ਜੀ ਜੀ। ਤਾਂ ਬਸ ਇਹ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਜੇ ਮੈਂ ਛੋੜ ਦਿਆਂ ਅੱਗੇ ਮੁੰਨਾ ਆਪਸੀ ਦੋਜ਼ਖ ਸੰਦੀ ਭਾ, ਫਿਰ ਤੇ ਦੋਜ਼ਖ ਦੀ ਅੱਗ ਨਹੀਂ ਰਹੇਗੀ ਨਾ। ਤਾਂ ਮੈਨੂੰ ਆਪਣਾ ਜਗਤ ਜਲੰਦਾ ਠੀਕ ਕਰਨਾ। ਠੀਕ। ਤੇ ਜੇ ਇੰਡੀਵਿਜੂਅਲ ਬੰਦਾ ਸੁਣ ਲਵੇ ਤਾਂ ਉਹ ਵੀ ਇਸ ਜਗਤ ਨੂੰ ਜਲੰਦੇ ਤੋਂ ਠੀਕ ਕਰ ਲੇਗਾ। ਠੀਕ ਹੈ। ਠੀਕ ਹੈ ਡੈਡੀ ਜੀ। ਠੀਕ ਹੈ ਜੀ। ਥੈਂਕ ਯੂ। ਵੀ ਆਰ ਰੀਅਲੀ ਨਾਓ ਐਟ ਦ ਪੀਕ ਆਫ ਆਰ ਟਾਈਮ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਟਾਈਮ 6 ਤੋਂ 7:30 ਵਜੇ ਤੱਕ ਹੈ ਤੇ ਕੱਲ ਵੀ ਸਾਡੇ ਕੋਲ ਇਹ 1.5 ਘੰਟਾ ਅਵੇਲੇਬਲ ਹੋਏਗਾ, ਪਰ we can extend it for next 15-20 minutes because I can imagine ਕਿ ਤੁਸੀਂ ਸਾਰੇ ਸੁਣ ਰਹੇ ਸੀ ਤੇ ਤੁਹਾਡੇ ਸਾਰਿਆਂ ਦੇ ਸਵਾਲ ਹੋਣਗੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ 2-3 ਸਵਾਲ ਲੈ ਲਈਏ ਤੇ ਬਾਕੀ ਕੱਲ ਅਸੀਂ ਖੁੱਲਾ ਟਾਈਮ ਰੱਖਾਂਗੇ ਕੁਐਸਚਨਸ ਆਨਸਰਸ ਵਾਸਤੇ because today VG has tried to share his topic। ਹਾਂਜੀ, ਇਹ ਸਕਰੀਨ ਤੇ ਨਾ ਜਿਹੜੇ ਸਹਿਜ ਪਾਠ ਦਾ ਜ਼ੂਮ ਮੀਟਿੰਗ ਕਰਦੇ ਨੇ ਸਵੇਰੇ, ਤੇਜਿੰਦਰ ਸਿੰਘ ਜੀ, ਉਹਨਾਂ ਦਾ ਇੱਕ ਕੁਐਸਚਨ ਆਇਆ ਸੀ ਔਰ ਇੱਕ ਕੁਐਸਚਨ ਆਇਆ ਸੀ ਵਰਿੰਦਰ ਕੌਰ ਨਾਰਾਇਣਾ ਤੋਂ। ਉਹ ਮੈਂ ਸਕਰੀਨ ਤੇ ਪੜ੍ਹ ਨਹੀਂ ਪਾਇਆ ਕਿਉਂਕਿ ਮੈਂ ਗੱਲ ਕਰ ਰਿਹਾ ਸੀ। ਉਹ ਕੁਐਸਚਨ ਲੈ ਲਓ ਉਹਨਾਂ ਦੇ। ਜੁਝਾਰ ਜੀ ਤੁਸੀਂ ਲੈ ਸਕਦੇ ਹੋ ਕੁਐਸਚਨ। ਹਾਂਜੀ, ਉਹਨਾਂ ਨੇ ਆਪਣੀ ਸ਼ੇਅਰਿੰਗ ਕੀਤੀ ਸੀ। ਵਰਿੰਦਰ ਜੀ ਨੇ ਲਿਖਿਆ ਸੀਗਾ ਵਿਦ ਟਾਈਮ ਦੈਟ ਪਰਸਨ ਆਲਸੋ ਲਰਨਸ ਐਂਡ ਅੰਡਰਸਟੈਂਡ, ਜਿਵੇਂ ਜਿਵੇਂ ਅੰਡਰਸਟੈਂਡਿੰਗ ਵੱਧਦੀ ਹੈ ਤੇ ਸ਼ੀ ਵਾਸ ਜਸਟ ਸ਼ੇਅਰਿੰਗ। ਤੇ ਇੱਕ ਸਵਾਲ ਆਇਆ ਹੈ ਕਿ ਅਸੀਂ ਜਦੋਂ ਬੱਚਿਆਂ ਦੇ ਪੜ੍ਹਦੇ ਨਹੀਂ ਨੇ ਬੱਚੇ ਤੇ ਉਹਨਾਂ ਤੇ ਅਸੀਂ ਸ਼ਾਊਟ ਕਰਦੇ ਹਾਂ। ਨੋ ਡਾਊਟ ਦਿਸ ਇਜ਼ ਕਰੂਐਲਿਟੀ, ਵੀ ਆਲ ਨੋ, ਬਟ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ? ਬਿਕਾਜ਼ ਇਹ ਅਸੀਂ ਸਾਰੇ ਫੇਸ ਕਰਦੇ ਹਾਂ, ਬੱਚੇ ਜਦੋਂ ਪੜ੍ਹਦੇ ਨਹੀਂ ਆ, ਸੋ ਵੀ ਗੈਟ ਕਰੂਅਲ ਟੂ ਦੈਮ। ਉਹਨਾਂ ਨੂੰ ਹੈਂਡਲ ਕਿਵੇਂ ਕਰੀਏ? ਅਸੀਂ ਆਪਣੀ ਕਰੂਐਲਿਟੀ ਨੂੰ ਫਿਕਸ ਅਪ ਕਰਨਾ, ਬੱਚਿਆਂ ਨੂੰ ਪੜ੍ਹਾਉਣਾ ਸੈਕੰਡਰੀ। ਅਸੀਂ ਇਹ ਸਿੱਖਣਾ ਕਿ ਮੈਂ ਦਇਆ ਆਪਣੇ ਤੇ ਵੀ ਕਰਨੀ ਹੈ ਤੇ ਦੂਜੇ ਤੇ ਵੀ ਕਰਨੀ ਹੈ। ਪੜ੍ਹਾ ਕੇ ਮੇਰੀ ਉਹ ਹੋ ਸਕਦਾ 98% ਲੈ ਲਵੇ, ਲੇਕਿਨ ਮੇਰੀ ਕਰੂਐਲਿਟੀ ਦੇ ਨਾਲ ਉਹਦਾ ਜਿਹੜਾ ਹਾਰਟ ਕ੍ਰਸ਼ ਹੋ ਜਾਏਗਾ, ਉਹਦੀ ਬਲੀਡਿੰਗ ਹੋ ਜਾਏਗੀ, ਉਹ ਹਮੇਸ਼ਾ ਵਾਸਤੇ ਡਿਸਟੈਂਸ ਬਣ ਜਾਏਗਾ, ਦੂਰੀ ਬਣ ਜਾਏਗੀ। तो पढ़ाई सेकेंडरी है। पहला वे कि मैं जे पेरेंट हाँ तो मैं अपनी क्रुएलिटी फिक्स अप करके अपने आप ਨੂੰ ਜੀ ਦਿਆ ਵਾਲਾ ਸੰਤੋਖੀ ਬਣਾਉਣਾ और ਉਹਨੂੰ ਡੋਮੀਨੇਟ ਕਰਨ ਵਾਲੀ क्रुएलिटी नहीं करनी। एक सवाल आया है कि बाणी पढ़ते हैं। एक सवाल है मेरा जी मनदीप जी। सत श्री अकाल वीर जी, वाहिगुरू खालसा वाहिगुरू फतेह जी। सुन पा रहे हो मैनू? जी मनदीप वीर जी, छोटे ਜਿਹੇ सवाल है दो, मैं ज़्यादा टाइम नहीं लाँगा। पहला सवाल ये है कि एक समाज सानू किस तरह मजबूर करता है क्रुएलिटी बनन वास्ते, जिस तरह समाज के हालात होंगे हैं तो लोग मजबूर हो जाते हैं। तो दूजा सवाल यह है कि मतलब कोई पहला सवाल यही है कि समाज सानू किस तरह मजबूर बनता है तो असी उस हिसाब नाल किस तरह डील कर सकते हैं। देखो मनदीप जी ये समाज जिहड़ा बनिया है ना, एक एक बंदे दे नाल मिल के बनिया। हाँ जी हाँ जी हाँ जी। जे असी अपना समाज फिक्स अप करना है ना
ਤਾਂ ਮੈਨੂੰ ਚਾਹੀਦਾ ਕਿ ਮੈਂ ਆਪਣੇ ਆਪ ਨੂੰ ਫਿਕਸ ਅਪ ਕਰਾਂ। ਨਹੀਂ, ਅਸੀਂ ਤੇ ਆਪਣੇ ਆਪ ਨੂੰ ਫਿਕਸ ਅਪ ਹੁੰਦੇ ਹਾਂ, ਲੇਕਿਨ ਸਮਾਜ ਦੇ ਹਾਲਾਤ ਜਿਸ ਤਰ੍ਹਾਂ ਬਣ ਜਾਂਦੇ ਆ, ਲੋਕੀ ਕਰੂਅਲ ਐਕਸ਼ਨ ਕਰਨ ਨੂੰ ਮਜਬੂਰ ਹੋ ਜਾਂਦੇ ਆ, ਤੇ ਮਤਲਬ ਮੈਂ ਕੋਈ ਵੀ ਹੋ ਸਕਦਾ ਹੈ, ਤੇ ਮਤਲਬ ਉਸ ਹਿਸਾਬ ਨਾਲ ਅਸੀਂ ਤੇ ਆਪਣੇ ਆਪ ਨੂੰ ਫਿਕਸ ਅਪ ਕਰੀਏ। ਲੇਕਿਨ ਮੰਨ ਲਓ ਕੁਝ ਲੋਕ ਹੁੰਦੇ ਉਕਸਾਉਂਦੇ ਹੈਗੇ, ਜਿਸ ਤਰ੍ਹਾਂ ਪਿੱਛੇ ਹਾਲਾਤ ਹੁਣ ਬੰਬੇ ਵਿੱਚ ਪਿੱਛੇ ਹਾਲਾਤ ਹੋਏ ਹੈ ਕਿ ਇੱਕ ਬੰਦੇ ਨੇ ਥੱਪੜ ਮਾਰਿਆ ਤੇ ਉਹਨੇ ਕੁਝ ਨਹੀਂ ਕਿਹਾ, ਉਹ ਥੋੜੀ ਦੇਰ ਬਾਅਦ ਚਲਾ ਗਿਆ ਤੇ ਆਪਣੀ ਫੌਜ ਲੈ ਕੇ ਆਇਆ, ਉਹਨੇ ਬੜਾ ਖੂਬ ਹਮਲਾ ਕੀਤਾ ਤੇ ਉਹਦਾ ਤਹਿਸ ਨਹਿਸ ਕਰਤਾ, ਉਹਦਾ ਸਿਰ ਪਾੜਤਾ, ਇਹ ਕਰਤਾ ਉਹ ਕਰਤਾ। ਇਹੋ ਜਿਹੇ ਬਹੁਤ ਜੇ ਲਿੰਚਿੰਗ ਦੇ, ਇਹੋ ਜਿਹੇ ਬਹੁਤ ਜੇ ਹਾਲਾਤ ਜੇ ਨਿਊਜ਼ਾਂ ਆਉਂਦੀਆਂ, ਸੁਣ ਕੇ ਬਹੁਤ ਹੀ ਔਖਾ ਲੱਗਦਾ ਹੈ, ਬਹੁਤ ਹੀ ਬੁਰਾ ਲੱਗਦਾ ਹੈਗਾ। ਲੇਕਿਨ ਇਹ ਸੋਚਦੇ ਕਿ ਲੋਕੀ ਉਕਸਾਉਣ ਵਾਲੇ ਵੀ ਸਮਾਜ ਵਿੱਚ ਉਕਸਾਉਣ ਵਾਲੇ ਲੋਕ ਵੀ ਹੈਗੇ ਕਿ ਜੋ ਚਾਹੁੰਦੇ ਹੈ ਕਿ ਕਰੂਅਲਟੀ ਹੋਏ, ਕਰੂਅਲ ਐਕਸ਼ਨ ਹੋਏ ਔਰ ਹਿੰਸਾ ਹੋਏ, ਤੇ ਅਸੀਂ ਕਿਸ ਤਰ੍ਹਾਂ ਬਚਾਅ ਹੋ ਸਕਦਾ ਹੈ ਇਸ ਸਭ ਚੀਜ਼ਾਂ? ਅਸੀਂ ਪਿਛਲੀ ਵਾਰੀ ਸਬਰ ਔਰ ਪੇਸ਼ੈਂਸ ਔਰ ਸੰਤੋਖ ਵਾਲਾ ਸਬਜੈਕਟ ਸਮਝੇ ਸੀ ਨਾ, ਮੈਨੂੰ ਤੇ ਉਹ ਪ੍ਰੈਕਟਿਸ ਕਰਨੀ ਹੈ। ਮੈਂ ਤੇ ਹਿੰਸਾ ਵਿੱਚ ਹਿੱਸਾ ਨਹੀਂ ਲੈਣਾ, ਠੀਕ ਹੈ। ਦੇਖੋ ਹੁਣੇ ਇਹ ਕਰੋਨਾ ਵਿੱਚ ਕੀ ਹੋਇਆ, ਕਰੋਨਾ ਵਿੱਚ ਤੁਸੀਂ ਦੋ ਸੀਨ ਦੇਖੋ। ਪੁਰਾਣੀ ਹਿਸਟਰੀ ਵਿੱਚ ਮੁਸਲਮਾਨਾਂ ਨੇ ਵੀ ਤਸ਼ੱਦਦ ਕੀਤਾ ਹੋਏਗਾ, ਪੁਰਾਣੀ ਹਿਸਟਰੀ ਵਿੱਚ ਹਿੰਦੂਆਂ ਨੇ ਵੀ ਤਸ਼ੱਦਦ ਕੀਤਾ ਹੋਏਗਾ। 1984 ਦੀਆਂ ਅਸੀਂ ਗੱਲਾਂ ਸੁਣਦੇ ਹਾਂ, ਪਰ ਜਦੋਂ ਸਿੱਖਾਂ ਨੇ ਜਾ ਕੇ ਪਬਲਿਕ ਦੇ ਅੰਦਰ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ, ਉਹਨਾਂ ਨੂੰ ਰੋਟੀਆਂ ਵੀ ਦਿੱਤੀਆਂ, ਉਹਨਾਂ ਨੂੰ ਲੰਗਰ ਵਰਤਾਇਆ ਤੇ ਆਪਣਾ ਗੁੱਡ ਕੁਆਲਿਟੀ ਨੂੰ ਤੇ ਮੇਨਟੇਨ ਕੀਤਾ ਨਾ। ਇਹ ਜੋ ਮੈਂ ਟੀਵੀ ਤੇ ਨਿਊਜ਼ ਸੁਣਿਆ ਉਹਦੇ ਬਾਰੇ ਸਾਂਝ ਕਰ ਰਿਹਾ, ਠੀਕ ਹੈ ਨਾ। ਇਹਦਾ ਮਤਲਬ ਪਾਸਟ ਨੂੰ ਕੈਰੀ ਨਹੀਂ ਕੀਤਾ ਔਰ ਆਪਣੀ ਗੁੱਡ ਕੁਆਲਿਟੀ ਨੂੰ, ਜਿਸ ਨੂੰ ਅਸੀਂ ਸਪਿਰਿਚੁਅਲਿਟੀ ਕਹਿੰਦੇ ਆ, ਉਹਨਾਂ ਨੂੰ ਪ੍ਰੈਕਟਿਸ ਕੀਤਾ। ਜੇ ਮੰਨ ਲਿਆ ਅੱਜ ਡਾਕਟਰ ਜਾਂ ਨਰਸਿਸ ਕੋਈ ਸਿੱਖ ਪੇਸ਼ੈਂਟ ਨੂੰ ਠੀਕ ਤਰ੍ਹਾਂ ਡੀਲ ਨਾ ਕਰਨ, ਤਾਂ ਕੀ ਅਸੀਂ ਉਹ ਡਾਕਟਰ ਔਰ ਨਰਸਿਸ ਨੂੰ ਜਿਹੜਾ ਲੰਗਰ ਦੇ ਰਹੇ ਹਾਂ, ਜਿਹੜਾ ਉਹਨਾਂ ਨੂੰ ਬੰਗਲਾ ਸਾਹਿਬ ਦੇ ਉੱਥੇ ਕਮਰੇ ਦਿੱਤੇ ਹੋਏ ਨੇ, ਉਹ ਦੇਣੇ ਛੋੜ ਦੇਣਗੇ? ਹਿੰਸਕ ਹੋ ਜਾਣਗੇ। ਥੋੜੀ ਆਪਣੀ ਤਰਫੋਂ ਤੇ ਅਸੀਂ ਠੀਕ ਰਵਾਂਗੇ ਬਸ। ਅੱਛਾ, ਜਿਹੜੀ ਤੁਸੀਂ ਸਤਿ ਸ੍ਰੀ ਅਕਾਲ ਬੋਲਣਾ ਚਾਹੁੰਦੇ ਆ, ਪਾਪਾ ਸਤਿ ਸ੍ਰੀ ਅਕਾਲ ਬੋਲਣਾ ਚਾਹੁੰਦੇ ਆ। ਸਤਿ ਸ੍ਰੀ ਅਕਾਲ ਪਛਾਣਿਆ ਪਾਪਾ ਨੂੰ? ਹਾਂਜੀ ਹਾਂਜੀ, ਗੱਲ ਕਰਦੀ ਇੱਕ ਮਿੰਟ, ਹੈਲੋ ਕਰਨੇ, ਹੈਲੋ ਕਰ ਲਓ, ਇੱਕ ਮਿੰਟ ਹੈਲੋ ਕਰਨੀ, ਸਤਿ ਸ੍ਰੀ ਅਕਾਲ ਬੁਲਾ ਲਓ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਪਛਾਣਿਆ ਨਹੀਂ ਉਹਨਾਂ ਦਾ? ਹਾਂਜੀ, ਆਪਣਾ ਮਿਡਵੇ ਸਟੂਡੀਓ ਸੀ ਨਾ ਤਿਲਕ ਨਗਰ ਵਿੱਚ, ਆਪਾਂ ਰਿਕਾਰਡਿੰਗ ਕਰਦੇ ਹੁੰਦੇ ਸੀ ਪਹਿਲੇ, ਬਹੁਤ ਸ਼ੁਰੂ ਚ। ਤੁਸੀਂ ਸਾਡੀ ਪਹਿਲੀ ਰਿਕਾਰਡਿੰਗ ਕੀਤੀ ਸੀ? ਹਾਂਜੀ 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 ਹਾਂਜੀ, ਯੈਸ, ਬਹੁਤ ਸ਼ੁਰੂ ਜਦੋਂ ਉੱਥੋਂ ਆਏ ਸੀ ਤੇ ਤਦ ਕੀਤੀ ਸੀ ਤੁਹਾਡੀ ਰਿਕਾਰਡਿੰਗ। 96 97 ਹੀ ਤੁਸੀਂ ਸਾਡੀ ਰਿਕਾਰਡਿੰਗ ਕੀਤੀ ਸੀ? ਹਾਂਜੀ ਹਾਂਜੀ, ਥੈਂਕ ਯੂ। ਹਾਂਜੀ ਹਾਂਜੀ ਹਾਂਜੀ, ਸ਼ੁਰੂ 2-3 ਕੈਸਟਾਂ ਕੀਤੀਆਂ ਸੀਗੀਆਂ। ਹੁਣ ਨਹੀਂ ਕਰਦੇ? ਮਿਹਰਬਾਨੀ, ਹੋਰ ਸੁਣਾਓ ਜੀ। ਹੁਣ ਤਾਂ ਕੰਮ ਹੀ ਨਹੀਂ ਹੁੰਦਾ ਨਾ। ਅੱਛਾ, ਹਾਂ, ਹੁਣ ਸਾਡੇ ਕੋਲ ਇੱਕ ਹੋਰ ਸਵਾਲ ਆਇਆ ਹੈ, ਉਹ ਪੁੱਛ ਰਹੇ ਨੇ ਕਿ ਜੇ ਅਸੀਂ ਇੰਨੀ ਬਾਣੀ ਪੜ੍ਹਦੇ ਹਾਂ ਤੇ ਫਿਰ ਅਸੀਂ ਕਿਸੇ ਨੂੰ ਨੀਵਾਂ ਕਿਉਂ ਦਿਖਾਉਂਦੇ ਆ? ਮਤਲਬ ਬਾਣੀ ਪੜ੍ਹ ਕੇ ਸਾਡੇ ਜੀਵਨ 'ਚ ਬਦਲਾਵ ਕਿਉਂ ਨਹੀਂ ਆਉਂਦਾ? ਦੇਖੋ, ਸ਼ਬਦ ਅਸੀਂ ਜਿਹੜਾ ਪੜਿਆ ਸੀ, ਤੈ ਨਰ ਪੁਰਾ ਕਿਆ ਪੁਰਾਨ ਸੁਣ ਕੀਨਾ, ਅਨ ਪਾਵਨੀ ਭਗਤ ਨੀ ਉਪਜੀ ਭੁੱਖੈ ਦਾਰ ਨਾ ਦੀਨਾ। ਅਸੀਂ ਬਾਣੀ ਪੜ੍ਹ ਕੇ ਕਿਸੇ ਵੀ ਧਰਮ ਦੇ ਕੋਈ ਵੀ ਗ੍ਰੰਥ, ਕੋਈ ਦੁਨੀਆ ਦਾ ਬੰਦਾ ਪੜ੍ਹ ਕੇ ਜੇ ਉਹਨੇ ਆਪਣੇ ਭੁੱਖੇ ਮਨ ਨੂੰ ਸੰਤੋਖ ਨਾਲ ਰਜਾਇਆ ਹੀ ਨਹੀਂ, ਤਾਂ ਅਸੀਂ ਫਿਰ ਦੂਸਰਿਆਂ ਨੂੰ ਡੋਮੀਨੇਟ ਕਰਨ ਵਾਲੀ ਜਾਂ ਕਰੂਐਲਿਟੀ ਵਾਲੇ ਨੈਕਸਟ ਗਿਰੇ ਹੋਏ ਲੈਵਲ ਤੇ ਚਲੇ ਹੀ ਜਾਵਾਂਗੇ ਨਾ। ਇਹੀ ਤਾਂ ਅਸੀਂ ਅੱਜ ਡਿਸਕਸ ਕਰ ਰਹੇ ਹਾਂ ਕਿ क्या पढ़िए, क्या गुनिए, क्या वेद पुराना सुनिए, पढ़े सुने क्या होई, जो सहज ना मिले उस होई। सो ਅਸੀਂ सहज सबर संतोख सीखना है। पाठ करना माड़ी गल नहीं है, बाणी पढ़ना माड़ी गल नहीं है, पर ਉਹਨੂੰ प्रैक्टिस करना बहुत जरूरी, इंपॉर्टेंट है, मैंडेटरी है। I think we can take one more last question from Sanjeev ji. जी वाहिगुरु जी का खालसा, वाहिगुरु जी की फतेह। जी मैं एक शेयरिंग करना चाਹੁੰਦਾ ਹਾਂ ਜੀ ਪਲੀਜ਼। ਹਾਂਜੀ 2 ਸੈਕਿੰਡ ਦੀ, ਕਿ ਅਸੀਂ ਸਮਾਜ ਵਿੱਚੋਂ ਜਿਹੜਾ ਅੱਛਾ ਹੋ ਰਿਹਾ ਹੈ
ਉਸ ਚੀਜ਼ ਨੂੰ ਆਪਣੇ ਅੰਦਰ ਵੀ ਲਈਏ, ਬੁਰਾ ਤੇ ਹੋ ਰਿਹਾ ਜਾਂ ਨਹੀਂ ਹੋ ਰਿਹਾ। ਅਸੀਂ ਅੱਛਾ ਲਈਏ ਤਾਂ ਅਸੀਂ ਅੱਛਾ ਬਣ ਸਕਦੇ ਹਾਂ। ਜਿਵੇਂ ਹੁਣੇ ਇੱਕ ਪੋਸਟ ਸੀਗੀ ਫੇਸਬੁੱਕ ਦੇ ਉੱਤੇ, ਇੱਕ ਕੁੜੀ ਨੇ ਆਪਣੇ ਪਿਓ ਨੂੰ ਸਾਈਕਲ ਦੇ ਉੱਤੇ 1200 ਕਿਲੋਮੀਟਰ ਡਰਾਈਵ ਕਰਕੇ ਉਹਨੂੰ ਆਪਣੇ ਘਰ ਲੈ ਗਈ, ਤੇ ਉਹ ਕਿੰਨਾ ਉਹਦਾ ਪਿਆਰ ਆਪਣੇ ਪਿਓ ਵਾਸਤੇ ਉਬਲ ਕੇ ਬਾਹਰ ਆ ਰਿਹਾ ਹੋਏਗਾ ਕਿ 1200 ਕਿਲੋਮੀਟਰ ਸਿਰਫ 15 ਸਾਲ ਦੀ ਕੁੜੀ ਹੈ ਉਹ। ਵਾਹ। ਔਰ ਇੱਕ ਟੁੱਟੀ ਫੁੱਟੀ ਸਾਈਕਲ ਹੋਏਗੀ, ਕਿਉਂਕਿ ਗਰੀਬ ਹੋਏਗੀ, ਕੋਈ ਨਵੀਂ ਸਾਈਕਲ ਤੇ ਹੋਏਗੀ ਨਹੀਂ। You just imagine ਕਿ 7 ਦਿਨਾਂ ਦੇ ਅੰਦਰ ਉਹ ਕੁੜੀ ਆਪਣੇ ਪਿਓ ਨੂੰ ਦਰਬੰਗਾ ਲੈ ਗਈ ਦਿੱਲੀ ਤੋਂ। ਤੇ ਕਿੰਨਾ ਮੈਨੂੰ ਤੇ ਬਹੁਤ ਹੀ ਮੇਰਾ ਪਿਆਰ, ਮਤਲਬ ਜਿਵੇਂ ਆਪਣੇ ਪਿਓ ਵਾਸਤੇ, ਆਪਣੇ ਪਰਿਵਾਰ ਵਾਸਤੇ, ਆਪਣੇ ਨੇਬਰਸ ਵਾਸਤੇ ਅਸੀਂ ਇਹ ਕੁਝ ਕਰ ਸਕਦੇ ਹਾਂ। ਬੁਰਾ ਤੇ ਹੋਏਗਾ, ਚਲੋ ਛੱਡੋ ਉਹਨੂੰ ਸਾਈਡ ਲਾਈਨ ਕਰ ਦਿਓ, ਉਹ ਤੇ ਸਿਸਟਮ ਬਣਿਆ ਹੋਇਆ ਹੈ, ਗਰੀਬ ਨੂੰ ਦਬਾਇਆ ਜਾਏਗਾ ਤਾਂ ਹੀ ਫਲਰਿਸ਼ ਹੋਏਗਾ। ਇਹ ਸਭ ਸੋਚਦੇ ਨੇ, ਇਹ ਬੁਰੇ ਖਿਆਲ ਹੈਗੇ ਨੇ ਲੋਕਾਂ ਵਿੱਚ, ਬਟ ਅਸੀਂ ਅੱਛਾ ਵੀ ਲੈ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕਸ ਫॉर शेयरिंग जी संजीवी जी, you can, वाहिगुरु जी का खालसा वाहिगुरु जी की फतेह। संजीवी जी, you can ask your question। वीर जी वाहिगुरु जी का खालसा वाहिगुरु जी की फतेह। वाहिगुरु जी की फतेह। संजीव जी टोरंटो? हाँ जी। अच्छा जी, बोलो जी। वीर जी, अगर कोई छोटा बच्चा गल ना मंदा होवे मां दी, ते मां नूं उहदे नाल नाराज होना चाहिदा है या किस तरह समझाना चाहिदा? ਉਹਨੂੰ ਪਿਆਰ ਕਰਨਾ ਚਾਹੀਦਾ ਹੈ। ਜੇ ਮਾਂ ਦਿਨ ਵਿੱਚ ਇੱਕ ਵਾਰੀ ਜੱਫੀ ਪਾਉਂਦੀ ਹੈ ਤਾਂ 10 ਵਾਰੀ ਉਹਨੂੰ ਗੋਦੀ ਚੁੱਕ ਲਵੇ। ਜੇ ਇੱਕ ਵਾਰੀ ਉਹਨੂੰ ਚੁੰਮਦੀ ਹੈ ਤੇ 100 ਵਾਰੀ ਚੁੰਮੇ। ਉਹਦੇ ਨਾਲ ਨਾਰਾਜ਼ ਨਹੀਂ ਹੋਣਾ ਚਾਹੀਦਾ। ਨਾ ਨਾ ਨਾ, ਮਾਂ ਨਾਰਾਜ਼ ਹੋ ਕੇ ਆਪਣਾ ਕਹਿਣਾ ਤੇ ਮਨਵਾ ਲੇਗੀ ਉਹਦੇ ਕੋਲੋਂ, ਕਿ ਉਹਨੂੰ ਡਰ ਹੈ ਕਿ ਹਾਏ ਮੇਰੀ ਮੰਮੀ ਨਾਰਾਜ਼ ਨਾ ਹੋ ਜਾਏ। ਪਰ ਇਹ ਵਾਲੀ ਗੰਦੀ ਆਦਤ ਉਹਨੂੰ ਪੈ ਜਾਏਗੀ, ਉਹ ਆਪਣੀ ਜ਼ਿੰਦਗੀ ਵਿੱਚ ਜਾ ਕੇ ਆਪਣੇ ਸਪਾਊਸ ਨਾਲ ਵੀ ਇਹ ਪ੍ਰੈਕਟਿਸ ਕਰੇਗਾ। ਬਿਲਕੁਲ। Thank you. Thank you. Thank you. MPV ji, you would like to conclude the class today, please? ਕਿੰਨੇ ਮਿੰਟ ਹੈਗੇ ਨੇ ਸਾਡੇ ਕੋਲ? ਤੁਸੀਂ ਮਿੰਟ ਹੀ ਮਿੰਟ ਨਹੀਂ। ਜੀ ਸੁਪਰੀਤ ਚਲੋ ਹਲੇ ਤੱਕ ਕੱਲ ਵੀ ਕੰਟੀਨਿਊ ਰਹੇਗਾ। ਤੇ ਬਹੁਤ ਜੋ ਬਾਰੀਕ ਪੁਆਇੰਟ ਨੇ ਜੀ ਬੜੇ ਸਾਲਾਂ ਤੋਂ ਡਿਸਕਸ ਕਰ ਰਹੇ ਨੇ। ਮੇਰਾ ਕੁਐਸਚਨ ਹੈਗਾ ਛੋਟਾ ਜਿਹਾ, ਅਗਰ ਇਜਾਜ਼ਤ ਹੋਵੇ ਤਾਂ। ਹਾਂਜੀ ਹਾਂਜੀ प्लीज सतीश जी, प्लीज। मेरा एक छोटा सा क्वेश्चन है, अगर इजाजत हो तो। जी सतीश जी, प्लीज। हाँ जी सतीश जी, सतीश जी एक मिनट, ਤੁਹਾਡੇ ਕੁਐਸਚਨ ਤੋਂ ਬਾਅਦ ਹੀ ਬੰਦ ਕਰਾਂਗੇ, ਪਰ ਪਹਿਲਾਂ ਉਹ ਨਾ ਬੋਲ ਰਹੇ ਸੀ, ਉਹ ਨਾ ਲਿੰਕ ਬਣਿਆ ਹੋਇਆ ਉਹਨਾਂ ਦੇ ਸੈਂਟੈਂਸ ਦਾ। ਮੈਂ ਮਿਊਟ ਕਰ ਦੇਣਾ। ਇੱਕ ਮਿੰਟ ਬਸ। हाँ जी MP ਜੀ ਪਲੀਜ਼ ਉਹ ਜਿਹੜਾ ਕੰਟੀਨਿਊ ਤੁਸੀਂ ਕਰ ਰਹੇ ਹੋ ਉਹ ਤੇ ਕਰੋ ਨਾ ਇੱਕ ਮਿੰਟ। ਅੱਛਾ, ਮੈਂ ਕਹਿ ਰਿਹਾ ਸੀ ਕਿ ਬਹੁਤ ਸਾਰੇ ਪੁਆਇੰਟ ਜਿਹੜੇ ਨੇ ਬੜੇ ਸਾਲਾਂ ਤੋਂ ਤੁਸੀਂ ਇਹ ਡਿਸਕਸ ਕਰ ਰਹੇ ਹੋ ਸਾਡੇ ਨਾਲ, ਤੇ ਹਾਂ ਉਹ ਲੈਣ ਵਿੱਚ ਹੀ ਜਿਹੜੀ ਦੇਰੀ ਹੁੰਦੀ ਹੈ ਉਹਨਾਂ ਨੂੰ ਅਪਣਾਉਣ ਵਿੱਚ ਹੀ, ਉਹੀ ਸਾਨੂੰ ਫਿਰ ਡਰਾਈਵ ਕਰਦੀ ਹੈ ਕਰੂਐਲਿਟੀ ਵੱਲ। ਇੱਕ ਪੁਆਇੰਟ ਜਿਹੜਾ ਅੱਜ ਲਿਆ ਮੈਨੂੰ ਉਹਦੇ ਤੇ ਬਾਈ ਚਾਂਸ ਮੈਨੂੰ ਲੱਗਿਆ ਕਿ ਵੀ ਗੱਲ ਕਰਨੀ ਚਾਹੀਦੀ ਰਿਗਾਰਡਿੰਗ ਕੈਰਿੰਗ ਪਾਸਟ। ਤੇ ਮੈਨੂੰ ਲੱਗਦਾ ਜਿਵੇਂ ਹਰ ਚੀਜ਼ ਦੇ ਦੋ ਐਸਪੈਕਟ ਹੁੰਦੇ ਨੇ, ਇਹਦੇ ਵੀ ਦੋ ਐਸਪੈਕਟ ਹੈਗੇ ਨੇ ਕੈਰਿੰਗ ਪਾਸਟ ਦੇ। ਅਗਰ ਤੇ ਅਸੀਂ ਗਰਜ ਕੈਰੀ ਕਰਕੇ ਚੱਲਦੇ ਹਾਂ ਔਰ ਉਹਨੂੰ ਅਸੀਂ ਹੌਲੀ ਹੌਲੀ ਨਫ਼ਰਤ ਵਿੱਚ ਕਨਵਰਟ ਕਰੀਏ, ਫਿਰ ਅਬਿਊਸਿਵ ਹੋ ਜਾਈਏ ਔਰ ਉਸ ਤੋਂ ਬਾਅਦ ਐਗਰੈਸਿਵ ਹੋ ਜਾਈਏ, ਇੱਕ ਉਹ ਐਸਪੈਕਟ ਹੈ। ਇੱਕ ਉਹ ਵੀ ਐਸਪੈਕਟ ਹੈ ਕਿ ਜਿਹੜਾ ਲਵਲੀ ਵੀਰ ਜੀ ਨੇ ਇਸ ਤੋਂ ਪਿਛਲੀ ਜਦੋਂ ਅਸੀਂ ਮਦਰਹੁੱਡ ਡਿਸਕਸ ਕਰ ਰਹੇ ਸੀ, ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਆਈ ਰਿਮੈਂਬਰ ਕਿ ਮੈਂ ਜਦੋਂ ਬਹੁਤ ਪਰੇਸ਼ਾਨ ਸੀ ਰਿਗਾਰਡਿੰਗ ਹਿਸ ਵਾਈਫ ਕੰਡੀਸ਼ਨ ਵਾਸਤੇ, ਤੇ ਬੀਜੀ ਔਰ ਵੀਰ ਜੀ ਰੋਜ਼ ਮੈਨੂੰ ਫੋਨ ਕਰਕੇ ਮੇਰਾ ਹੌਸਲਾ ਵਧਾਉਂਦੇ ਸਨ। ਨੋ ਡਾਊਟ ਤੁਸੀਂ ਉਹਨਾਂ ਦਾ ਕੋਈ ਦੁੱਖ ਦਰਦ ਕੋਈ ਘਟਾ ਨਹੀਂ ਸਕਦੇ ਸੀ, ਜੋ ਉਹ ਤਕਲੀਫ ਸਹਿ ਰਹੇ ਸਨ ਉਹਨਾਂ ਦੇ ਵਾਈਫ, ਲੇਕਿਨ ਜੋ ਤੁਸੀਂ ਉਹਨਾਂ ਨੂੰ ਦਿਲੋਂ ਮਜ਼ਬੂਤ ਕਰਨ ਦੀ ਗੱਲ ਕੀਤੀ ਉਹ ਉਹਨਾਂ ਨੇ ਯਾਦ ਰੱਖੀ। ਰਾਈਟ। ਤੇ ਮੈਨੂੰ ਲੱਗਦਾ ਹੈ ਕਿ ਆਸਪੈਕਟ ਜਦੋਂ ਬਾਣੀ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਕੀਤਾ ਆਫਕੋਰਸ ਉਹ ਪਾਸ ਦੀ ਗੱਲ ਹੋ ਰਹੀ ਹੈ ਕਿ ਜੋ ਪਰਮਾਤਮਾ ਨੇ ਸਾਡੇ ਨਾਲ ਅੱਜ ਤੱਕ
ਅਸੀਂ ਜੋ ਵੀ ਜੀਵਨ ਵਿੱਚ ਮਾਣ ਰਹੇ ਹਾਂ ਚੀਜ਼ਾਂ ਦੁਨੀਆ ਵਿੱਚ, ਤੇ ਜੇ ਅਸੀਂ ਉਸ ਚੀਜ਼ ਨੂੰ ਨਹੀਂ ਮੰਨਦੇ, ਤੇ ਸੇਮ ਅਪਲਾਈਜ਼ ਟੂ ਮਾਈ ਸੋਸ਼ਲ ਸਰਕਲ ਆਲਸੋ, ਮਾਈ ਫੈਮਿਲੀ ਆਲਸੋ, ਕਿ ਜੇ ਮੈਂ ਕਿਸੇ ਵੀ ਆਪਣੇ ਮੈਂਬਰ ਦਾ, ਆਪਣੇ ਦੋਸਤ ਦਾ ਜਾਂ ਹੋਰ ਕਿਸੇ ਸੰਬੰਧੀ ਦਾ ਕੀਤਾ ਨਹੀਂ ਜਾਣਦਾ, ਉਹਨੂੰ ਯਾਦ ਵਿੱਚ ਨਹੀਂ ਰੱਖਦਾ, ਪਾਸ ਨੂੰ ਕੈਰੀ ਨਹੀਂ ਕਰਦਾ, ਤੇ ਮੈਂ ਫਿਰ ਪੋਲਾਈਟ ਵੀ ਨਹੀਂ ਬਣ ਸਕਦਾ, ਮੈਂ ਫਿਰ ਦੁਨੀਆ ਨੂੰ ਕੁਝ ਦੇਣ ਜੋਗਾ ਵੀ ਨਹੀਂ ਬਣ ਸਕਦਾ। तो मैनू लगता है कि भी आस्पेक्ट हर चीज़ के दोनों ने, जिवें हुणे तेजिंदर वीर जी ने कहा कि भी सानू कुछ जो पॉजिटिव असीं देखिया है वो भी जरूर ਉਹਦੇ ਵੱਲ ਧਿਆਨ ਪੂਰਾ ਦੇਣਾ ਚਾਹੀਦਾ, ਜਿਹੜੇ ਅਸੀਂ ਬਾਕੀ ਗੱਲਾਂ ਵੱਲ ਨੈਗੇਟਿਵਿਟੀ ਵੱਲ ਧਿਆਨ ਦੇਣਾ ਪੈਂਦੇ ਆ, ਤੇ ਇਹ ਪੋਜ਼ਿਟਿਵ ਜਿਹੜੀ ਗੱਲਾਂ ਨੇ ਇਹਨਾਂ ਨੂੰ ਆਪਣੇ ਜ਼ਿਹਨ ਵਿੱਚ ਵਸਾ ਕੇ, ਤੇ ਜੇ ਪਾਸਟ ਨੂੰ ਇਸ ਤਰੀਕੇ ਨਾਲ ਕੈਰੀ ਕੀਤਾ ਜਾਏ ਤੇ ਆਈ ਥਿੰਕ ਉਹ ਬੜਾ ਫਰੂਟਫੁਲ ਹੋਏਗਾ, ਸਮਾਜ ਵਿੱਚ ਉਹਦਾ ਬੜਾ ਫਾਇਦਾ ਹੋਏਗਾ ਉਹਦਾ। ਵੈਰੀ ਗੁੱਡ ਐਮਪੀ ਜੀ, ਤੁਸੀਂ ਜਿਸ ਪੱਖ ਵੱਲ ਧਿਆਨ ਦਿਵਾਇਆ ਨਾ, ਜਿਹੜਾ ਐਂਗਲ ਤੇ ਅਸੀਂ ਇਸ ਐਂਗਲ ਵਿੱਚ ਇੱਕ ਤਾਂ ਗ੍ਰੈਟੀਟਿਊਡ ਸਿੱਖਦੇ ਹਾਂ, ਤੇ ਦੂਜਾ ਜਿਹੜਾ ਲਵਲੀ ਜੀ ਦਾ ਕੋਟ ਕੀਤਾ ਉਹਦੇ ਚ ਅਸੀਂ ਫਰਕ ਆ ਬੁਰਾ ਨਾ ਰੱਖੋ ਚੀਜ਼ ਦੇ ਬਦਲੇ, ਉਹਦਾ ਭੈੜ ਦੇ ਬਦਲੇ ਉਹਦਾ ਚੰਗਾ ਗੁਣ ਯਾਦ ਰੱਖੋ ਜੀ। ਸੋ ਤੁਹਾਡਾ ਐਂਗਲ ਜੇ ਨਹੀਂ ਰੱਖਦੇ ਆ ਤੇ ਅਸੀਂ ਕਰੂਅਲੀ ਤੇ ਆ। ਹਾਂਜੀ, ਸੋ ਇਫ we have lost the gratitude, then we are turning towards cruelty. Thank you. Yes. Thanks. Good point. Thanks for sharing. आज सतीश जी। वाहिगुरु जी का खालसा, वाहिगुरु जी की फतेह। वीर जी मेरा हमने एक सी गल कीती सी कि कोई जिवें एक कोने टॉपिक चल रहा सी क्रूअल्टी दे ही, तो उस गल कीती जिवें कोई किसी दा पैसा लेके उनके नहीं दिंदा, ठीक है नहीं दिंदा कि तुसी तो लेना दिता है तो देना ही देना है। अगर भाई ए बिजनेस ए हर चीज की समाज की चेन चल रही है कि चेन एक दूजे नाल चेन नाल बनिया है। अगर वो जो जिन्ने जिद्दा लिता है उन्हें अगो देना है, किसी दिन उन्हें थर्ड पार्टी देना है। अगर उन्होंने किसी जगह नहीं मिलता, वो जिन्ने देना है ही इज नॉट इंटेंशनली वो क्रूअल नहीं बनना चाह रहा, पर वो मजबूरी है कि वो है नहीं है कि मेरा अगो पैसा आना सी वो तो आया नहीं। मेरा क्वेश्चन कि भाई ही जो इंटेंशनली वो क्रूअल नहीं बनना चाह रहा, उनके अजय मेरे को नहीं हैगा, जिस मेरे को आ जाएगा मार्केट चेन बनी हुई पूरी, उधर आना उधर देना बाईपास होता रहता है। एक आदमी नहीं दे रहा, उनके कि फॉर रीजन ऑफ दैट ही इज नॉट गिविंग मी, आई डोंट हैव मनी विद मी टू डू। So what is the act of cruelty in this? हाँ जी, तो क्वेश्चन की है? क्वेश्चन वीर जी ये है ना कि जैसे एक आदमी ने पैसा दिता है, उन्हें गल की थी कि तुसी क्रूअल्टी ने तुसी पैसा नहीं मारना किसी का, तो उहदे कोल नहीं आया तो उन्हें अगे देना, उहदी मजबूरी हो रही है कि भाई मेरे को आया नहीं तो मैं अगो किथों देवां, मेरे को है नहीं जी। हाँ, तो ਇਹਦੇ ਵਾਸਤੇ ਤੁਹਾਡੇ ਕੋਲ सॉल्यूशन की है? वही सॉल्यूशन तो आपको पूछना चाह रहा ना कि वो क्रूअल नहीं बनना चाह रहा। हाँ, देना है वो क्रूअल नहीं बनना चाह रहे, वो शांति नाल कह मेरे को आ जाएगा मैं दे दिया, प्यार नाल कह रहा है अजय मेरे को नहीं है। हाँ, ਤਾਂ ਅਸੀਂ क्रूएलिटी नहीं करांगे ना उस बंदे नाल जाके जिन्हें पैसे नहीं दिते। हाँ नहीं, उन्हें भी तो को देने ना वीर जी थर्ड पार्टी दे। हाँ, ये तो उन बिजनेस दे अपने एथिक्स ने how one handles his relations in business। वो ते ਅਸੀਂ इंडिविजुअल ਜਦੋਂ नॉन क्रूएलिटी ਦੀ ਪ੍ਰੈਕਟਿਸ ਕਰਾਂਗੇ, ਉਹ इंडिविजुअल अपने रिलेशन ਵਿੱਚ ਕਿਸ ਤਰ੍ਹਾਂ ਉਹਨੂੰ ਹੈਂਡਲ ਕਰੇਗਾ ਤੇ ਉਹਦੇ ਅੰਦਰੋਂ ਹੀ ਆਏਗਾ ਨਾ ਸਿਚੁਏਸ਼ਨ ਮੁਤਾਬਕ ਉਹਦਾ ਸੋਲੂਸ਼ਨ। नहीं तो एक्ट ऑफ क्रूअल्टी ओके दे उत्तर में आएगा कि भाई जेने देने उन्होंने 3 जगह लेने उसको नहीं मिले, उन्हें अगो नहीं दे पा रहा इस करके। सतीश जी मनु ਤੁਹਾਡੇ क्वेश्चन ਚੋਂ ਇਹ ਗੱਲ ਸਮਝ ਆਂਦੀ ਹੈ ਕਿ ਉਹ क्रूएलिटी ना करे। हाँ बिल्कुल नहीं करे और ਉਹਦੇ ਕੋਲ ਹੈ ਨਹੀਂ ਦੇਣ ਵਾਸਤੇ। हाँ, ਤਾਂ ਉਹ ਅਗਲਾ ਜਿਹੜਾ ਰਿਲੇਸ਼ਨ ਹੈ ਉੱਥੇ ਤਾਂ ਜਾ ਕੇ ਆਪਣੀ ਰਿਲੇਸ਼ਨਸ਼ਿਪ ਨॉन क्रूएलिटी ਵਾਲੇ ਗੁੱਡ ਬਿਹੇਵੀਅਰ ਵਾਲੇ ਦੇ ਨਾਲ ਅੰਦਰੋਂ ਉਹਨੂੰ ਸੈਕਰੀਟ ਹੋਏਗਾ ਨਾ ਥਾਟ ਪ੍ਰੋਸੈਸ ਕਿ ਅੱਗੋਂ ਮੈਂ ਉਹਨੂੰ ਕਿਵੇਂ ਡੀਲ ਕਰਾਂ। ਅੱਛਾ, ਇਹ ਤਾਂ ਇੰਡੀਵਿਜੂਅਲ ਦਾ ਆਪਣਾ ਜਿਹੜਾ ਉਹਦਾ ਸਪਿਰਿਚੁਅਲਿਟੀ ਵਾਲਾ ਉਹਨੂੰ ਕੈਚਮੈਂਟ ਏਰੀਆ ਵਿੱਚ ਸੋਲੂਸ਼ਨ ਆਏਗਾ, ਉਹ ਵਰਤੇਗਾ ਨਾ ਉਹ। ਓਕੇ, ਐਟ ਦ ਜਿਉ ਟਾਈਮ ਆਏਗਾ ਉਹ ਸਿਚੁਏਸ਼ਨ ਦਾ ਹੈਂਡਲ ਕਰਨੀ ਪਏਗੀ। ਹਾਂ, ਪਰ ਜਿਹੜਾ ਸਬਜੈਕਟ ਚੱਲ ਰਿਹਾ ਸੀ ਉਹ ਚੱਲ ਰਿਹਾ ਸੀ ਮੈਨੂੰ ਕਰੂਅਲ ਨਹੀਂ ਹੋਣਾ। ਉਹ ਤਾਂ ਕਰੂਅਲ ਹੋ ਹੀ ਨਹੀਂ ਜਿੰਨੇ ਦੇਣਾ ਇੱਕ ਮਿੰਟ ਮੈਂ ਬੇਨਤੀ ਕਰ ਰਿਹਾ। ਹਾਂਜੀ, ਜਿਸ ਬੰਦੇ ਨੇ ਪੈਸੇ ਦੇਣੇ ਸੀ, ਹਾਂਜੀ, ਉਹਨੇ ਨਹੀਂ ਦਿੱਤੇ।
ਠੀਕ ਹੈ ਜੀ ਵੀਰ ਜੀ। ਤਾਂ ਅਸੀਂ ਇਹ ਡਿਸਕਸ ਕਰ ਰਹੇ ਹਾਂ ਕਿ ਮੈਨੂੰ ਉਹਦੇ ਨਾਲ ਉਹਦੇ ਟੱਬਰ ਨਾਲ ਕਰੂਅਲ ਨਹੀਂ ਹੋਣਾ। ਬਿਲਕੁਲ ਠੀਕ ਹੈ। ਅਸੀਂ ਇੱਥੇ ਤੱਕ ਹੀ ਸਿੱਖ ਰਹੇ। ਓਕੇ, ਇਹਦੀ ਜਾਤ ਸਿੱਖ ਲਈ ਹੈ। ਇਸ ਤੋਂ ਬਾਅਦ ਅੱਗੇ ਹੋਰ ਜਿਨ੍ਹਾਂ ਨੂੰ ਅਸੀਂ ਦੇਣੇ ਨੇ ਉਹਨਾਂ ਨਾਲ ਅਸੀਂ ਕਿਵੇਂ ਡੀਲ ਕਰਨਾ ਹੈ, ਉਹ ਸਾਡੀ ਇੰਡੀਵਿਜੂਅਲ ਦੀ ਰਿਲੇਸ਼ਨਸ਼ਿਪ ਤੇ ਅਸੀਂ ਆਪ ਉਹਨੂੰ ਪ੍ਰੈਕਟਿਸ ਕਰਾਂਗੇ। ਇਹਦੇ ਵੀ ਆਸਤਾ ਸਾਨੂੰ ਸੋਲੂਸ਼ਨ ਸੁਝਦੇ ਜਾਣਗੇ ਨਾ। ਓਕੇ, ਠੀਕ ਹੈ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਰਪ੍ਰੀਤ ਕੁਝ ਸ਼ੇਅਰਿੰਗ ਕਰਨਾ ਚਾਹੁੰਦੇ ਨੇ ਬਿਫੋਰ ਵੀ ਐਂਡ ਵੀ ਕੈਨ ਜਸਟ ਹੈਂਡ ਓਵਰ ਥਿੰਗ। ਹਰਪ੍ਰੀਤ ਜੀ ਤੁਸੀਂ ਆਪਣਾ ਮਾਈਕ ਅਨਮਿਊਟ ਕਰ ਲਓ। ਵੀਰ ਜੀ ਮੈਂ ਪੁਆਇੰਟ ਸ਼ੇਅਰ ਕਰਨ ਚਾਹੁੰਦਾ ਕਿ ਕਈ ਵਾਰ ਅਸੀਂ ਸੋਸਾਇਟੀ ਵਿੱਚ ਕੁਝ ਵੀ ਕੰਮ ਕਰਦੇ ਹਾਂ ਤਾਂ ਸਾਨੂੰ ਚੰਗਾ ਕਰਨ ਤੋਂ ਰੋਕਿਆ ਜਾਂਦਾ ਹੈ, ਤੇ ਉਹ ਜਦੋਂ ਚੰਗਾ ਕਰਨ ਤੋਂ ਸਾਨੂੰ ਰੋਕਿਆ ਜਾਂਦਾ ਉਹ ਵੀ ਇਕੁਐਲਿਟੀ ਹੈ। ਮੇਰੇ ਨਾਲ ਰੀਸੈਂਟਲੀ ਇੰਸੀਡੈਂਟ ਹੋਇਆ ਕਿ ਮੈਂ ਰਾਸ਼ਨ ਦੀ ਦੁਕਾਨ ਤੇ ਗਿਆ ਸੀ ਤੇ ਉੱਥੇ 2 ਗਰੀਬ ਬੱਚੇ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਮੇਰੇ ਕੋਲ ਕੁਝ ਹੈਲਪ ਮੰਗੀ ਕਿ ਆਟਾ ਲੈ ਦਿਓ, ਤੇ ਮੈਂ ਜਦੋਂ ਉਹਨਾਂ ਨੂੰ ਚੀਜ਼ ਲੈ ਕੇ ਦੇ ਰਿਹਾ ਸੀ ਤੇ ਸ਼ਾਪ ਵਿੱਚੋਂ ਹੀ 5-6 ਬੰਦੇ ਜਿਹੜੇ ਖੜੇ ਸੀ ਉਹ ਬੋਲਦੇ ਸੀ ਕਿ ਨਹੀਂ ਇਹਨਾਂ ਨੂੰ ਨਹੀਂ ਲੈ ਕੇ ਦੇਣਾ ਚਾਹੀਦਾ ਕਿ ਵੇਚ ਦਿੰਦੇ ਨੇ, ਸੇਲ ਕਰ ਦਿੰਦੇ ਨੇ, ਅੱਗੇ ਜਾ ਕੇ ਸੋ ਐਂਡ ਸੋ ਗਲਤ ਵੇਚ ਕੇ ਸਿਰ ਕੋਈ ਸ਼ਰਾਬ ਪੀ ਲੈਂਦਾ, ਕੋਈ ਕੁਝ ਕਰ ਲੈਂਦਾ। ਪਰ ਆਈ ਡਿਡ ਕਿ ਵੀ ਮੈਂ ਉਹਨਾਂ ਨੂੰ ਸਨਮਾਨ ਲੈ ਕੇ ਦਿੱਤਾ। ਸੋ ਮੈਨੂੰ ਲੱਗਦਾ ਹੈ ਕਿ ਸੋਸਾਇਟੀ ਵਿੱਚ ਅਸੀਂ ਜਦੋਂ ਕੁਝ ਚੰਗਾ ਕਰਨ ਜਾਂਦੇ ਹਾਂ ਤਾਂ ਸਾਨੂੰ ਸਟਾਪ ਕੀਤਾ ਜਾਂਦਾ ਹੈ, ਤੇ ਇਹ ਵੀ ਇੱਕ ਕੁਆਲਿਟੀ ਹੈ ਜੋ ਅਸੀਂ ਕਰਦੇ ਹਾਂ ਛੋਟੇ ਲੈਵਲ ਤੇ ਕਿ ਜਦੋਂ ਇੱਕ ਮੈਨ ਟੂ ਮੈਨ ਅਸੀਂ ਕਿਸੇ ਨੂੰ ਰੋਕਦੇ ਹਾਂ। ਤੇ ਦੂਸਰਾ ਪੁਆਇੰਟ ਹੈ ਕਿ ਸਾਡਾ ਮਨ ਵੀ ਜਦੋਂ ਸਾਡੇ ਕੋਈ ਚੰਗਾ ਕਰਮ ਕਰਨ ਤੋਂ ਸਾਨੂੰ ਰੋਕਦਾ ਹੈ ਤੇ ਉਹ ਮਨ ਦੀ ਸਾਡੇ ਉੱਤੇ ਕੁਆਲਿਟੀ ਹੈ ਕਿ ਅਸੀਂ ਆਪਣੇ ਆਪ ਤੇ ਜੀ ਦਇਆ ਨਾ ਕਰਕੇ ਅਸੀਂ ਕੁਆਲਿਟੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਥੈਂਕਸ ਫॉर ਸ਼ੇਅਰਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਦੂਰ ਦੁਰਾਡਿਓਂ ਤੇ ਵਰਲਡ ਵਾਈਡ ਸਾਡੇ ਨਾਲ ਜੁੜੇ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਜ਼ ਅ ਲਿਵਿੰਗ ਟ੍ਰੇਜਰ we also try to run many social causes and we run a NGO. Last time ਕੁਝ ਲੋਕਾਂ ਨੇ ਰਿਕੁਐਸਟ ਕੀਤੀ ਸੀ ਕਿ ਉਹ ਫੰਡਸ ਵਾਸਤੇ ਆਪਣੀ ਡਿਟੇਲ ਸ਼ੇਅਰ ਕਰ ਲਈਏ। ਉਹਦੇ ਵਾਸਤੇ ਤੁਸੀਂ ਹਰਪ੍ਰੀਤ ਨੂੰ ਜਾਂ ਕਿਸੇ ਨੂੰ ਵੀ ਕਾਲ ਕਰ ਸਕਦੇ ਹੋ, ਤੇ ਚੈਟ ਦੇ ਉੱਤੇ ਵੀ ਅਸੀਂ ਸਾਰੀ ਡਿਟੇਲ ਸ਼ੇਅਰ ਕਰ ਲਈਆਂ ਨੇ। ਤੇ ਵੀ ਹੋਪ ਕਿ ਤੁਸੀਂ ਕੱਲ ਦੀ ਮੀਟਿੰਗ ਦਾ ਮੈਸੇਜ ਸਾਰਿਆਂ ਨਾਲ ਆਪਣੇ ਸਰਕਲ ਵਿੱਚ ਸ਼ੇਅਰ ਕਰੋਗੇ। ਤੇ ਇਨ ਦਾ ਸੇਮ ਵੇ ਵੀ ਵਿਲ ਟਰਾਈ ਟੂ ਟੇਕ all the questions tomorrow ਜਿਹੜੇ ਅੱਜ ਅਸੀਂ ਨਹੀਂ ਲੈ ਪਾਏ ਹਾਂ। ਕਿਰਨ ਜੀ, ਦਲਜੀਤ ਕੌਰ ਜੀ, ਅਸੀਂ ਉਹਨਾਂ ਵਾਸਤੇ ਮਾਫੀ ਮੰਗਦੇ ਹਾਂ ਤੇ ਇਹਨਾਂ ਲਫ਼ਜ਼ਾਂ ਨਾਲ ਹੀ ਅਸੀਂ ਖਿਮਾ ਦੇ ਜਾਚਕ ਹਾਂ। ਸਾਨੂੰ ਪਤਾ ਹੈ ਕਿ ਅਸੀਂ ਵੀ ਇਸ ਪਲੇਟਫਾਰਮ ਤੇ ਨਵੇਂ ਹਾਂ ਤੇ ਡਿਊਰਿੰਗ ਆਰ ਕਨੈਕਸ਼ਨ, ਡਿਊਰਿੰਗ ਆਰ ਸ਼ੇਅਰਿੰਗ ਸਾਡੇ ਕੋਲੋਂ ਵੀ ਹਜੇ ਕਾਫੀ ਸਾਰੀ ਸ਼ਾਰਟਕਮਿੰਗਸ ਰਹਿ ਜਾਂਦੀਆਂ ਨੇ। ਉਹਦੇ ਵਾਸਤੇ ਵੀ ਆਰ ਰੀਅਲੀ ਸੌਰੀ ਟੂ ਯੂ ਐਂਡ ਵੀ ਵਿਲ ਟਰਾਈ ਆਰ ਬੈਸਟ ਕਿ ਤੁਹਾਨੂੰ ਅਸੀਂ ਵੀਰ ਜੀ ਨਾਲ ਰੂਟੀਨ ਦੇ ਵਿੱਚ ਮੁਹੱਈਆ ਕਰਵਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਨਾਲ ਆਪਣੀ ਨਾ ਆਫੀਸ਼ੀਅਲ ਵੈਬਸਾਈਟ ਚੈਨਲ ਸ਼ੇਅਰ ਕੀਤਾ ਹੈ ਚੈਟ ਵਿੱਚ। ਜਿਹੜੀ ਸਾਡੀ ਵੈਬ ਸੀਰੀਜ਼ ਔਰ ਜਪਜੀ ਸਾਹਿਬ ਦੇ ਵਿਚਾਰ ਸਵੇਰੇ 9 ਵਜੇ ਔਰ 5 ਵਜੇ ਚੱਲ ਰਹੀ, ਪਲੀਜ਼ ਸਾਰੇ ਉਹਨੂੰ ਦੇਖੋ, ਉਹਨੂੰ ਫੋਲੋ ਕਰੋ, ਲਾਈਕ ਤੇ ਸ਼ੇਅਰ ਕਰੋ ਤੇ ਕਮੈਂਟ ਕਰੋ। सिमर कह रही है कि आज मैं होमवर्क करना चाहता हूं, मेरा होमवर्क कर रही है।